हाँ जी, तो देखो रीडिंग दी जो अज आपां मेन गल करनी है जी, एक तो आपां टाइप्स ਦੀਆਂ थोड़ियां हल्कियां स्ट्रैटजीज जो है उन्हां दे बारे गल करांगे। टाइप्स दी स्ट्रैटजीज बारे जिन्नियां भी तरह ਦੀਆਂ टाइप्स। नंबर 2 ਤੇ ਜਿਹੜੀ ਇੱਕ ਕੱਲ ਇੱਕ ਮਿਸਟੇਕ ਮੈਂ ਦੋ ਕੁ ਸਟੂਡੈਂਟ ਦੇ ਵਿੱਚ ਫਾਈਂਡ ਕੀਤੀ, ਜੋ ਕਿ ਕਾਮਨ ਜੀ ਚੀਜ਼ ਹੈ, ਜੇ ਦੋਵਾਂ ਦੇ ਵਿੱਚ ਤਾਂ ਸਮਝ ਲਓ ਬਹੁਤ ਜ਼ਿਆਦਾ ਸਟੂਡੈਂਟਸ ਦੇ ਵਿੱਚ ਹੋ ਜਾਂਦੀ ਹੈ। ਉਹਦੇ ਉੱਪਰ ਵੀ ਅੱਜ ਆਪਾਂ ਥੋੜੀ ਜੀ ਗੱਲ ਕਰਾਂਗੇ, ਉਹ ਆਪਣਾ ਮੇਨ ਟੌਪਿਕ ਅੱਜ ਦਾ ਵੈਸੇ। ਤਾਂ ਟਾਈਪਸ ਵਾਲੇ ਨੂੰ ਆਪਾਂ ਦੂਜੇ ਨੰਬਰ ਤੇ ਰੱਖਦੇ ਆ, ਜਿਹੜੀ ਉਹ ਮੇਨ ਚੀਜ਼ ਉਹਨੂੰ ਆਪਾਂ ਪਹਿਲੇ ਓਕੇ ਨੰਬਰ ਤੇ ਰੱਖਦੇ ਹਾਂ। ਦੇਖੋ ਕੀ ਹੁੰਦਾ ਵਾ, ਜਿਵੇਂ ਕਈ ਸਟੂਡੈਂਟਸ ਇਹ ਕਲੇਮ ਕਰਦੇ ਆ ਕਿ ਸਰ ਸਾਨੂੰ ਟਰਾਂਸਲੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਕਈ ਸਟੂਡੈਂਟਸ ਕਲੇਮ ਕਰਦੇ ਕਿ ਸਰ ਸਾਨੂੰ ਟਰਾਂਸਲੇਸ਼ਨ ਦੇ ਵਿੱਚ ਦਿੱਕਤ ਨਹੀਂ ਆਉਂਦੀ ਗੀ, ਮੈਂ ਟਰਾਂਸਲੇਸ਼ਨ ਕਰ ਲੈਣਾ। ਬਟ ਇੱਥੇ ਬਹੁਤ ਜ਼ਿਆਦਾ ਜਾਣੀ ਕਿ ਫਰਕ ਆ ਦੋਵਾਂ ਚੀਜ਼ਾਂ ਦੇ ਵਿੱਚ। ਇੱਕ ਹੁੰਦਾ ਟਰਾਂਸਲੇਟ ਕਰਨਾ, ਕਿਸੇ ਚੀਜ਼ ਨੂੰ ਟਰਾਂਸਲੇਟ ਕਰਨਾ, ਇੱਕ ਹੁੰਦਾ ਵਾ ਕਿ ਕਿਸੇ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਟਰਾਂਸਲੇਟ ਕਰਨਾ ਜੀ। ਅਗੇਨ ਕਹਿ ਰਹੇ ਦੋਨੇ ਤਰ੍ਹਾਂ ਦੇ ਬੱਚੇ ਟਰਾਂਸਲੇਟ ਕਰ ਪਾ ਰਹੇ ਆ ਇੱਥੇ। ਇੱਕ ਟਰਾਂਸਲੇਟ ਕਰ ਰਿਹਾ ਵਾ ਤੇ ਦੂਸਰਾ ਸਹੀ ਟਰਾਂਸਲੇਟ ਕਰ ਰਿਹਾ ਵਾ, ਦੋਨਾਂ ਦੇ ਵਿੱਚ ਫਰਕ ਹੈ ਜੀ। ਹੁਣ ਜਿਹੜਾ ਬੱਚਾ ਕਹਿ ਰਿਹਾ ਕਿ ਸਰ ਮੈਨੂੰ ਟਰਾਂਸਲੇਟ ਕਰਨੀ ਆਉਂਦੀ ਆ, ਤੇ ਕਿਤੇ ਨਾ ਕਿਤੇ, ਕਿਉਂਕਿ ਕੱਲ ਦੋ ਸਟੂਡੈਂਟਸ ਦੇ ਨਾਲ ਮੇਰੀ ਗੱਲ ਹੋਈ, ਉਹਦਾ ਸਟੂਡੈਂਟ ਨੇ ਕਿਹਾ ਕਿ ਸਰ ਜਦ ਤੁਸੀਂ ਰੀਡਿੰਗ ਕਰਵਾਉਂਦੇ ਹੋ ਅਸੀਂ ਆਪਣੇ ਮਾਈਂਡ ਦੇ ਵਿੱਚ ਪਹਿਲਾਂ ਉਹ ਲਾਈਨ ਜਦੋਂ ਪੜ੍ਹ ਲੈਂਦੇ ਆ, ਕਿਉਂਕਿ ਮੇਰੀ ਆਦਤ ਆ ਮੈਂ ਥੋੜਾ ਜਿਹਾ ਸਲੋ ਪੜ੍ਹਦਾ ਹੁੰਦਾ ਤਾਂ ਕਿ ਤੁਹਾਨੂੰ ਬਿਹਤਰ ਸਮਝ ਆਵੇ। ਕਈ ਸਟੂਡੈਂਟ ਹੈਗੇ ਜਿਹੜੀ ਉਹ ਲਾਈਨ ਨੂੰ ਇਕੱਠੀ ਪੜ੍ਹ ਲੈਂਦੇ ਆ, ਗਾਂਹ ਵਾਲੀ ਲਾਈਨ ਵੀ ਪੜ੍ਹ ਲੈਂਦੇ ਆ ਤੇ ਆਪਣੇ ਮਾਈਂਡ ਦੇ ਵਿੱਚ ਇੱਕ ਰਫਲੀ ਜੀ ਟਰਾਂਸਲੇਸ਼ਨ ਬਣਾ ਲੈਂਦੇ। ਤੇ ਉਹਨਾਂ ਦਾ ਕਹਿਣਾ ਕਿ ਸਰ ਕਈ ਵਾਰੀ ਅਸੀਂ ਜਿਹੜੀ ਆਪਦੇ ਮਾਈਂਡ ਦੇ ਵਿੱਚ ਟਰਾਂਸਲੇਸ਼ਨ ਕਰਦੇ ਆ, ਉਹ ਜਿਹੜੀ ਟਰਾਂਸਲੇਸ਼ਨ ਆ ਤੇ ਬਾਅਦ ਚੋਂ ਜਿਹੜੀ ਤੁਸੀਂ ਟਰਾਂਸਲੇਸ਼ਨ ਕਰਦੇ ਹੋ, ਇਹ ਦੋਨੇ ਟਰਾਂਸਲੇਸ਼ਨਸ ਖੁਦ ਦੇ ਵਿੱਚ ਮੈਚ ਨਹੀਂ ਹੋ ਰਹੀਆਂ ਹੁੰਦੀਆਂ। ਇਹਦਾ ਮਤਲਬ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਮੈਂ ਗਲਤ ਸਮਝਿਆ ਵਾ, ਵੀ ਤੁਸੀਂ ਜਿਹੜੇ ਹਿਸਾਬ ਨਾਲ ਟਰਾਂਸਲੇਟ ਕੀਤੀ ਆ, ਅਸੀਂ ਜਿਹੜੀ ਕੀਤੀ ਆ, ਉਹ ਦੋਨਾਂ ਦੇ ਵਿੱਚ ਫਰਕ ਸੀਗਾ ਜੀ। ਤਾਂ ਮੈਨੂੰ ਇੱਕ ਵਾਰੀ ਯੈਸ ਔਰ ਨੋ ਦੱਸੋਗੇ ਕਿ ਬਾਕੀ ਕਈ ਸਟੂਡੈਂਟ ਦੇ ਨਾਲ ਵੀ ਇਦਾਂ ਚੀਜ਼ ਹੁੰਦੀ ਹੈ ਜੀ, ਕਿ ਟਰਾਂਸਲੇਟ ਜ਼ਰੂਰ ਕਰ ਰਹੇ ਹੋ ਬਟ ਟਰਾਂਸਲੇਟ ਗਲਤ ਕਰ ਰਹੇ ਹੋ ਜੀ। ਤੇ ਉਹ ਗਲਤ ਵੀ ਮੇਰੇ ਕਹਿਣ ਦਾ ਮਤਲਬ ਏਦਾਂ ਨਹੀਂ ਕਿ ਤੁਹਾਨੂੰ ਸਾਰਾ ਸੈਂਟੈਂਸ ਨਹੀਂ ਟਰਾਂਸਲੇਟ ਕਰਨਾ ਆਉਂਦਾ। ਮੇਰੇ ਕਹਿਣ ਦਾ ਮਤਲਬ ਲੌਂਗ ਸੈਂਟੈਂਸ ਹੋਣ ਕਰਕੇ ਤੁਸੀਂ ਵਰਬ ਨੂੰ ਕਿਸੇ ਹੋਰ ਦਾ ਸਬਜੈਕਟ ਮੰਨ ਕੇ ਉਹਨੂੰ ਟਰਾਂਸਲੇਟ ਹੋਰ ਤਰੀਕੇ ਨਾਲ ਕਰ ਰਹੇ ਹੋ ਜੀ। ਯੈਸ ਔਰ ਨੋ ਜੀ, ਤੁਹਾਡੇ ਤੋਂ ਹਾਂਜੀ ਸਰ ਐਂ ਹੁੰਦਾ। ਹੁਣ ਇੱਥੇ ਧਿਆਨ ਨਾਲ ਦੇਖਿਓ, ਦੇਖੋ ਤੁਸੀਂ ਟਰਾਂਸਲੇਟ ਕਰ ਪਾ ਰਹੇ ਹੋ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਸੀਗਾ ਬੱਚੇ ਤਿੰਨ ਤਰ੍ਹਾਂ ਦੇ ਆ ਜੀ। ਬੱਚੇ, ਇੱਕ ਤਾਂ ਬੱਚਾ ਹੁੰਦਾ ਜਿਹਨੂੰ ਟਰਾਂਸਲੇਟ ਹੀ ਨਹੀਂ ਕਰਨੀ ਆਉਂਦੀ, ਉਹ ਚਲੋ ਇੱਕ ਵੱਖਰਾ ਕੇਸ ਆ। ਪਿੱਛੇ ਦੋ ਤਰ੍ਹਾਂ ਦੇ ਵੱਜਦੇ ਆ, ਦੂਜੇ ਨੰਬਰ ਵਾਲੇ ਬੱਚੇ ਨੂੰ ਟਰਾਂਸਲੇਟ ਕਰਨੀ ਆਉਂਦੀ ਆ, ਤੇ ਤੀਸਰੇ ਬੱਚੇ ਨੂੰ ਟਰਾਂਸਲੇਟ ਵੀ ਕਰਨੀ ਆਉਂਦੀ ਆ ਤੇ ਸਹੀ ਟਰਾਂਸਲੇਸ਼ਨ ਕਰਨੀ ਆਉਂਦੀ ਆ। ਹੁਣ ਜਿਹੜਾ ਦੂਜੇ ਨੰਬਰ ਵਾਲਾ ਬੱਚਾ ਵਾ ਨਾ, ਜਿਹੜਾ ਟਰਾਂਸਲੇਟ ਵੀ ਕਰ ਰਿਹਾ ਵਾ ਬਟ ਮੀਨਿੰਗ ਹੋਰ ਕੱਢ ਰਿਹਾ ਵਾ, ਉਹਦੇ ਉਹ ਸੈਂਟੈਂਸ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਜਿਹੜਾ ਉਹ ਸਮਝ ਰਿਹਾ ਵਾ, ਉਹਦੇ ਕਰਕੇ ਹੀ ਉਹਦੇ ਕਮ ਸੇ ਕਮ 3 ਤੋਂ 4 ਕੁਐਸਚਨ ਗਲਤ ਹੋ ਜਾਂਦੇ ਸਾਰੀ ਰੀਡਿੰਗ ਦੇ, ਕਿਉਂਕਿ ਉਹਨੂੰ ਸਮਝਿਆ ਹੋਰ ਤਰੀਕੇ ਨਾਲ ਹੁੰਦਾ ਜੀ। ਤੇ ਇਹਦੇ ਵਿੱਚ ਜਿਹੜੀ ਮੇਨ ਦਿੱਕਤ ਹੈ ਜੀ, ਜੇ ਮੈਂ ਤੁਹਾਨੂੰ ਕਹਾਂ ਕਿ ਜੇ ਤੁਸੀਂ ਸਹੀ ਟਰਾਂਸਲੇਟ ਕਰਨੀ ਸਿੱਖਣੀ ਆ ਤਾਂ ਤੁਹਾਨੂੰ ਇਹਦੇ ਲਈ ਕਿਹੜੀ ਚੀਜ਼ ਕਰਨੀ ਪੈਣੀ ਹੈ ਜੀ। ਦੇਖੋ ਇਹਦੇ ਵਿੱਚ ਕੀ ਹੁੰਦਾ, ਜੋ ਤੁਹਾਡੇ ਵਿੱਚ ਵਰਡਸ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਜਿਹੜਾ ਦੂਜੇ ਨੰਬਰ ਵਾਲਾ ਬੱਚਾ ਸੀ ਉਹ ਟਰਾਂਸਲੇਟ ਕਰ ਪਾ ਰਿਹਾ ਵਾ, ਕੀ ਟਰਾਂਸਲੇਟ ਕਰ ਪਾ ਰਿਹਾ, ਐਕਚੁਅਲ ਦੇ ਵਿੱਚ ਉਹ ਵੋਕੈਬ ਟਰਾਂਸਲੇਟ ਕਰ ਪਾ ਰਿਹਾ ਵਾ ਜੀ। ਉਹ ਸੈਂਟੈਂਸ ਦੇ ਵਿੱਚ ਜਿੰਨੇ ਵੀ ਵਰਡ ਲਿਖੇ ਆ ਉਹ ਬੱਚੇ ਨੂੰ ਸਾਰੇ ਪਤਾ ਵਾ, ਤੇ ਉਹ ਬੱਚਾ ਸਾਰੇ ਵਰਡਸ ਦੀ ਪੰਜਾਬੀ ਕੱਢ ਪਾ ਰਿਹਾ ਜੀ। ਜਦੋਂ ਨਿੱਕਾ ਟੁਕੜਾ ਪੜ੍ਹਦਾ ਉਹਦੀ ਪੰਜਾਬੀ ਕੱਢ ਲੈਂਦਾ, ਅੱਗੇ ਜਾ ਕੇ ਟੁਕੜਾ ਪੜ੍ਹਦਾ ਫਿਰ ਪੰਜਾਬੀ ਕੱਢ ਲੈਂਦਾ, ਯਾਨੀ ਕਿ ਉਹ ਆਪਣੀ ਵੋਕੈਬਲਰੀ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਪਾ ਰਿਹਾ। ਬਟ ਜੇ ਆਪਾਂ ਦੇਖੀਏ ਕਿ ਜਿਹੜੀ ਸੈਂਟੈਂਸ ਫਾਰਮੇਸ਼ਨ ਆ, ਜਦੋਂ ਸੈਂਟੈਂਸ ਲੰਮਾ ਜਾਣ ਲੱਗ ਗਿਆ ਤਾਂ ਉਹਦੇ ਮਾਈਂਡ ਦੇ ਵਿੱਚ ਇੱਕ ਹੋਰ ਹੀ ਚੀਜ਼ ਪੈਦਾ ਹੋ ਜਾਂਦੀ ਹੈ, ਜਿਹਦੇ ਨਾਲ ਉਹਦਾ ਮੀਨਿੰਗ ਹੀ ਉਲਟ ਨਿਕਲ ਜਾਂਦਾ ਜੀ। ਦੱਸਦਾ ਮੈਂ ਤੁਹਾਨੂੰ, ਆਪਾਂ ਇੱਥੇ ਇੱਕ ਸੈਂਟੈਂਸ ਬਣਾਉਂਦੇ ਆ ਕੋਈ ਕ੍ਰੀਏਟਿਵ ਜਿਹਾ, ਜਿਹਦੇ ਨਾਲ ਸ਼ਾਇਦ ਤੁਹਾਨੂੰ ਪਤਾ ਲੱਗੇ ਕਿ ਜੀ ਜਿਹੜੀ ਟਰਾਂਸਲੇਸ਼ਨ ਆ ਉਹ ਕਿਵੇਂ ਵਰਕ ਕਰਦੀ ਹੈ। ਆਪਾਂ ਕੋਈ ਇੱਥੇ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਖੁਦ ਦੇ ਵਿੱਚ ਥੋੜਾ ਜਿਹਾ ਹੋਰ ਹੀ ਹਿਸਾਬ ਦਾ ਹੋਵੇ। ਹਾਂਜੀ, ਹਾਂਜੀ, ਤਾਂ ਇੱਥੇ ਆਪਾਂ ਕਿਹਾ ਜੀ the type of food can be produced in the ਚੈਨਲ। ਦੇਖਿਓ ਜੀ ਸੈਂਟੈਂਸ ਤੁਸੀਂ ਆਪਣੀ ਕਾਪੀ 'ਚ ਨੋਟ ਕਰ ਲਓ ਸਾਰੇ ਆਣੇ ਸੈਂਟੈਂਸ, ਕਿਉਂਕਿ ਤੁਸੀਂ ਜਦੋਂ ਨਾਲ ਦੀ ਨਾਲ ਇਹ ਚੀਜ਼ ਅੱਜ ਲਿਖੋਗੇ
ਲਿਖਣ ਦੇ ਨਾਲ ਹੀ ਤੁਹਾਨੂੰ ਪਤਾ ਲੱਗਣਾ, ਦੇਖਣ ਦੇ ਨਾਲ ਕੁਝ ਨਹੀਂ ਪਤਾ ਲੱਗਣਾ, ਇਹ ਮੇਰੀ 100% ਗਰੰਟੀ ਹੈ। ਤਾਂ ਮੈਂ ਕਹਿੰਦਾ ਟਾਈਪ ਆਫ ਫੂਡ ਪ੍ਰੋਡਿਊਸ ਇਨ ਦਾ ਨਾਰਥਰਨ ਪਾਰਟ ਆਫ ਅਮਰੀਕਾ। which is now working on the modern strategies of farming from last few from last few decades. Varies reason to reason। ਤਾਂ ਤੁਹਾਡੇ ਸਾਹਮਣੇ ਇੱਕ ਸੈਂਟੈਂਸ ਹੈ ਜੀ, ਤੁਹਾਡੇ ਸਾਹਮਣੇ ਇੱਕ ਸੈਂਟੈਂਸ ਹੈ ਜੀ। ਹੁਣ ਇਹਦੇ ਵਿੱਚ ਜਿੰਨੇ ਵੀ ਵਰਡ ਲਿਖੇ ਆ ਉਹ ਸਾਰਿਆਂ ਦੀ ਪੰਜਾਬੀ ਬੱਚੇ ਨੂੰ ਪਤਾ ਵਾ ਜੀ, ਤੇ ਉਹ ਜਦੋਂ ਇਹ ਮੰਨ ਕੇ ਚਲੋ ਸੈਂਟੈਂਸ ਨੂੰ ਪੜੂਗਾ ਜੀ, ਮੈਂ ਤੁਹਾਨੂੰ ਦੱਸਦਾ ਜੀ ਇੱਥੇ ਆਪਾਂ ਇੱਥੇ ਕੀ ਕਰਦੇ ਆ, ਆਪਾਂ ਇੱਥੇ ਟਾਈਪ ਦੀ ਜਗ੍ਹਾ ਤੇ ਕੱਟ ਕੇ ਨਾ ਵੇ ਕਰ ਲਓ ਜੀ, ਇੱਥੇ ਵੇ ਕਰ ਲਓ ਜੀ, ਕੱਟ ਕੇ ਟਾਈਪ ਨੂੰ ਕੱਟ ਕੇ। ਤਾਂ ਆਪਾਂ ਇੱਕ ਸੈਂਟੈਂਸ ਬਣਾਇਆ ਜੀ, ਸੈਂਟੈਂਸ ਦੇ ਵਿੱਚ ਜਿੰਨੇ ਵੀ ਵਰਡ ਆ ਬੱਚੇ ਨੂੰ ਪਤਾ ਵਾ ਸਾਰੇ। ਹੁਣ ਜਿਹੜਾ ਉਹ ਬੱਚਾ ਟ੍ਰਾਂਸਲੇਟ ਕਰੂਗਾ, ਟ੍ਰਾਂਸਲੇਟ ਜਦੋਂ ਉਹਨੇ ਇਹਨੂੰ ਕੰਪਲੀਟ ਕਰ ਲਿਆ, ਕਿਉਂਕਿ ਉਹਨੂੰ ਵਰਡ ਵਿੱਚ ਵਾਲੇ ਸਾਰੇ ਪਤਾ ਸੀਗਾ, ਉਹਨੂੰ ਹੁਣ ਲੱਗੂਗਾ ਕਿ ਇਹ ਟ੍ਰਾਂਸਲੇਸ਼ਨ 100% ਸਹੀ ਆ। ਬਟ ਇਹ ਟ੍ਰਾਂਸਲੇਸ਼ਨ ਕਿਉਂਕਿ ਇਹ ਸੈਂਟੈਂਸ ਲੰਮਾ ਹੋਣ ਕਰਕੇ ਜਿਹਦੇ ਵਿੱਚ ਰਿਲੇਟਿਵ ਪ੍ਰਨਾਉਨ ਲੱਗੇ ਆ, ਕੌਮੇ ਵਗੈਰਾ ਲੱਗੇ ਆ, ਤੇ ਇਹ ਚੀਜ਼ ਕਿਤੇ ਨਾ ਕਿਤੇ ਉਹ ਬੱਚੇ ਲਈ ਮੀਨਿੰਗ ਥੋੜਾ ਜਿਹਾ ਹੋਰ ਕੱਢ ਦਿੰਦੀ ਹੈ ਜੀ। ਹਾਲਾਂਕਿ ਜੋ ਮੈਂ ਤੁਹਾਡੇ ਸਾਹਮਣੇ ਸੈਂਟੈਂਸ ਲਿਖਿਆ ਵਾ, ਕੋਈ ਬੱਚਾ ਮੈਨੂੰ ਦੱਸ ਸਕਦਾ ਜੀ ਇਹ ਕਿਹੜੇ ਟਾਈਪ ਦਾ ਸੈਂਟੈਂਸ ਹੋ ਸਕਦਾ ਵਾ? ਤੁਸੀਂ ਜੇ ਵੈਸੇ ਦੇਖੋ ਤਾਂ ਵੀ ਇਹ ਸਿੰਪਲ ਸੈਂਟੈਂਸ ਹੋ ਸਕਦਾ ਕਿ ਕੰਪਾਊਂਡ ਹੋ ਸਕਦਾ ਕਿ ਕੰਪਲੈਕਸ ਹੋਊਗਾ ਕਿ ਕੰਪਾਊਂਡ ਕੰਪਲੈਕਸ ਸੈਂਟੈਂਸ ਹੋਊਗਾ ਜੀ। ਪਹਿਲਾਂ ਮੈਨੂੰ ਇੱਕ ਨਿੱਕੀ ਚੀਜ਼ ਦਾ ਜਵਾਬ ਦਿਓ। ਸਿੰਪਲ ਸੈਂਟੈਂਸ ਸਰ ਕੰਪਾਊਂਡ 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 ਹੈ ਸਰ। ਹਾਂਜੀ, ਬਟ ਕੋਈ ਕੰਪਲੈਕਸ ਵਾਲਾ ਹੋਵੇ ਜੀ। ਕੰਪਲੈਕਸ ਵੈਰੀਜ਼ ਦੇ ਅੱਗੇ complex ਨਾ ਹੈ sir। ਕੋਮਾ ਸਰ, ਕੰਪਾਊਂਡ ਕੰਪਲੈਕਸ ਹੈ। ਅੱਛਾ, ਤਾਂ ਮੈਂ ਤੁਹਾਨੂੰ ਇੱਥੇ ਦੱਸਦਾ ਜੀ, ਜੇ ਉਹ ਇਹ ਤੁਹਾਡੇ ਸਾਹਮਣੇ Complex ਹੈ। ਸੈਂਟੈਂਸ ਲਿਖਿਆ ਪਿਆ ਉਹ ਸਿਰਫ ਸਿੰਪਲ ਸੈਂਟੈਂਸ ਹੈ ਇੱਕ। ਤੇ ਤੁਹਾਡੇ ਸਾਹਮਣੇ ਸੈਂਟੈਂਸ ਲਿਖਿਆ ਜੀ ਉਹ ਸਿਰਫ ਇੱਕ ਸਿੰਪਲ ਸੈਂਟੈਂਸ ਆ। ਦੱਸਦਾ ਸਿੰਪਲ ਕਿਵੇਂ ਆ ਉਹ ਆਪਾਂ ਚੀਜ਼ ਬਾਅਦ ਚੋਂ ਗੱਲ ਕਰਦੇ। ਯਾਨੀ ਕਿ ਤੁਸੀਂ ਦੇਖ ਲਓ ਕਿ ਮੈਂ ਸਿਰਫ ਇੱਕ ਜੇ ਸਿੰਪਲ ਸੈਂਟੈਂਸ ਲਿਖਿਆ ਵਾ, ਜੇ ਆਪਾਂ ਕੰਪਲੈਕਸ ਸੈਂਟੈਂਸ ਲਿਖਣਾ ਹੁੰਦਾ ਤਾਂ ਫੁੱਲ ਸਟਾਪ ਜਾ ਕੇ ਕਿੱਥੇ ਲਾਉਣਾ ਸੀਗਾ, ਹੁਣ ਸੋਚ ਕੇ ਦੇਖੋ ਆਪਣੇ ਮਾਈਂਡ। ਜਸਟ ਸਰ ਉਸ ਸਿੰਪਲ ਤੋਂ ਬਾਅਦ ਸਬਜੈਕਟ ਹੋਰ ਹੋਣਾ ਸੀ ਫਿਰ ਤਾਂ। ਬਿਲਕੁਲ ਬਿਲਕੁਲ ਜੀ, ਕੰਜੰਕਸ਼ਨ ਲਾ ਕੇ ਸਬਜੈਕਟ ਹੋਰ ਹੋਣਾ ਸੀ, ਜਿਵੇਂ ਰੀਡਿੰਗ ਕਰਦੀ ਆ ਸੇਮ। ਤੇ ਹੁਣ ਇਹਦੇ ਵਿੱਚ ਕੀ ਹੈ, ਧਿਆਨ ਨਾਲ ਦੇਖਿਓ ਜੀ। ਅੱਛਾ, ਬੱਚਾ ਟ੍ਰਾਂਸਲੇਟ ਕਿਵੇਂ ਕਰਦਾ ਜੀ? ਬੱਚਾ ਟ੍ਰਾਂਸਲੇਟ ਕਰੀ ਜਾਂਦਾ, ਜਸਟ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਹੀ ਜਾਈ ਜਾਂਦਾ ਜਿਵੇਂ ਜਿਵੇਂ ਨਿੱਕਾ ਨਿੱਕਾ ਟੁਕੜਾ ਆਉਂਦਾ ਵਾ ਜੀ, ਤੇ ਉਹ ਉਹਨਾਂ ਨੂੰ ਟ੍ਰਾਂਸਲੇਟ ਕਰੀ ਜਾਂਦਾ ਜੀ। ਹੁਣ ਇੱਥੇ ਕੀ ਹੋਊਗਾ ਮੈਂ ਤੁਹਾਨੂੰ ਦੱਸਦਾ ਜੀ। ਬੱਚਾ ਕੀ ਸਮਝਦਾ ਇੱਥੇ, ਦਾ ਵੇ ਆਫ ਫੂਡ ਪ੍ਰੋਡਿਊਸਡ, ਜਿਹੜਾ ਫੂਡ ਪ੍ਰੋਡਿਊਸ ਕੀਤਾ ਜਾਂਦਾ ਜੀ ਕਿਹਦੇ ਵਿੱਚ, ਨਾਰਥ ਪਾਰਟ ਅਮਰੀਕਾ ਦੇ ਵਿੱਚ ਜੀ। ਤੇ ਜਿਹੜਾ ਕੀ ਕਹਿੰਦੇ ਜਾਣੀ ਕਿ ਵਰਕ ਕਰ ਰਿਹਾ ਜੀ ਮਾਡਰਨ ਫਾਰਮਿੰਗ ਸਟ੍ਰੈਟਜੀ ਤੇ ਫਰੋਮ ਲਾਸਟ ਫਿਊ ਡੈਕੇਡਸ। ਵੈਰੀਜ਼ ਕਰ ਜਾਂਦਾ ਜੀ, ਫੂਡ ਉਹ ਵੈਰੀ ਕਰ ਜਾਂਦਾ ਵਾ ਰੀਜ਼ਨ ਟੂ ਰੀਜ਼ਨ। ਹੁਣ ਇੱਥੇ ਕੀ ਕਹਿ ਰਿਹਾ ਜੀ ਉਹ, ਕਿ ਫੂਡ ਵੈਰੀ ਕਰ ਜਾਂਦਾ ਰੀਜ਼ਨ ਟੂ ਰੀਜ਼ਨ। ਹੁਣ ਧਿਆਨ ਨਾਲ ਦੇਖੋ, ਇੱਕ ਨਿੱਕੀ ਜੀ ਗੱਲ ਆ, ਜਸਟ ਸ਼ਾਇਦ ਤੁਸੀਂ ਜਾਣੀ ਕਿ ਰਿਲੇਟ ਕਰ ਪਾਓ ਇੱਥੇ, ਤੇ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਕੀ ਪਾਉਣਾ ਇੱਥੇ। ਤੇ ਜਿਹੜੇ ਬੱਚੇ ਦਾ ਦਾਵਾ ਹੁੰਦਾ ਕਿ ਸਰ ਮੇਰੀ ਟ੍ਰਾਂਸਲੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ, ਉਹ ਬੱਚਾ ਇਹ ਕੁਐਸਚਨ ਨੂੰ ਗਲਤ ਕਰੂਗਾ ਪੱਕਾ 100%। ਇੱਥੇ ਉਹਨਾਂ ਨੇ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਪਾਇਆ ਜੀ, ਇਨ ਅਮਰੀਕਾ ਫੂਡ ਵੈਰੀਜ਼ ਫਰੋਮ ਪਲੇਸ ਟੂ ਪਲੇਸ। ਤੁਹਾਡੇ ਸਾਹਮਣੇ ਕੁਐਸਚਨ ਹੈ ਜੀ, ਐਗਜ਼ਾਮੀਨਰ ਦੀ ਥਿੰਕਿੰਗ ਦੱਸ ਰਿਹਾ ਮੈਂ ਤੁਹਾਨੂੰ। ਤੁਹਾਡੇ ਉੱਪਰ ਦੋ ਲਾਈਨਾਂ ਲਿਖੀਆਂ ਪਈਆਂ ਜੀ, ਦੋ ਚਾਰ ਨੀਚੇ ਲਿਖਿਆ ਪਿਆ ਅਮਰੀਕਾ ਦੇ ਵਿੱਚ ਫੂਡ ਵੈਰੀਜ਼ ਕਰਦਾ ਜੀ ਪਲੇਸ ਟੂ ਪਲੇਸ। ਹੁਣ ਤੁਸੀਂ ਮੈਨੂੰ ਧਿਆਨ ਨਾਲ ਇਹਦਾ ਆਨਸਰ ਦੱਸਣਾ ਜੀ, ਇਹਦਾ ਆਨਸਰ ਕੀ ਹੋ ਸਕਦਾ ਜੀ? ਤੁਹਾਡੇ ਤੋਂ ਪੁੱਛਣਾ ਮੈਂ, ਆਨਸਰ ਕੀ ਹੋ ਸਕਦਾ ਜੀ? ਧਿਆਨ ਨਾਲ ਦੇਖਣਾ ਜੀ, ਵੈਸੇ ਨਹੀਂ ਕਹਿ ਦੇਣਾ ਕਿ ਸਰ ਫਾਲਸ ਆ ਜਾ ਵਜਾ। ਹਾਂਜੀ, ਤੁਹਾਡੇ ਸਾਹਮਣੇ ਕੁਐਸਚਨ ਜਸਟ ਮੈਨੂੰ ਆਨਸਰ ਦੇਣਾ, ਕਿਸੇ ਨੇ ਵੀ ਦੱਸਣਾ ਨਹੀਂ ਵੀ ਇਹ ਕਿੱਦਾਂ।
ਆਨਸਰ ਦੇਣਾ ਜਸਟ ਟਰੂ ਫਾਲਸ ਕਹਿ ਰਹੇ ਹਾਂ ਜੀ ਮੈਂ ਟਰੂ ਹਾਂਜੀ, ਫਾਲਸ ਤੇ ਨਾਟ ਗਿਵਨ ਟਰੂ ਹੈ ਸਰ। ਬਾਕੀ ਜੀ ਟਰੂ ਸਰ। ਟਰੂ ਬਿਲਕੁਲ ਜੀ ਹੋਰ ਸਟੂਡੈਂਟ ਜੀ ਹਾਲੇ ਤੱਕ True ਸਿਰਫ ਹੈ। 4 ਵਜ ਆਈਆਂ ਹਾਂਜੀ ਟਰੂ ਹੈ ਓਕੇ ਨੋਟ ਗੇਮ ਬਣਾਈ ਹਾਂਜੀ ਹਾਂਜੀ ਠੀਕ ਹੈ ਜੀ ਨੋਟ ਗੇਮ ਨਹੀਂ ਨਾਟ ਗਿਵਨ ਜੀ ਓਕੇ ਠੀਕ ਹੈ ਜੀ ਹਾਂਜੀ ਧਿਆਨ ਨਾਲ ਦੇਖਿਓ ਜੀ ਹੁਣ ਇੱਥੇ ਅੱਛਾ ਮੈਂ ਤੁਹਾਨੂੰ ਧਿਆਨ ਨਾਲ ਦੇਖਿਓ ਜੀ ਮੈਂ ਤੁਹਾਨੂੰ ਆ ਸਾਰਾ ਕੁਝ ਜਦੋਂ ਮੈਂ ਉਹ ਲਿਖੀ ਜਾਂਦਾ ਸੀਗਾ ਕੁਐਸਚਨ ਪਾਇਆ ਸੀਗਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਸਾਰਿਆਂ ਨੇ ਮੈਂ ਕਿਹਾ ਵੀ ਜਿਹੜੇ ਬੱਚੇ ਕਹਿ ਰਹੇ ਵੀ ਅਸੀਂ ਟਰਾਂਸਲੇਟ ਕਰ ਪਾ ਰਹੇ ਹਾਂ ਇਹਨੂੰ ਕਮ ਸੇ ਕਮ ਉਹਨਾਂ ਵਿੱਚੋਂ ਆਲਮੋਸਟ ਸਾਰਿਆਂ ਨੇ ਗਲਤ ਕਰਨਾ ਹੈ ਆਨਸਰ ਤਾਂ ਦੇਖੋ ਸੱਚ ਹੋਈ ਨਾ ਚੀਜ਼ ਜਿਹੜੀ ਹੁਣੀ ਕਹੀ ਹੈ ਜੀ ਇਹਦਾ ਮਤਲਬ ਜਿਹੜਾ ਬੱਚਾ ਹੁਣ ਕਹਿ ਰਿਹਾ ਕਿ ਮੈਂ ਜੀ ਇਹਨੂੰ ਟਰਾਂਸਲੇਟ ਕਰ ਪਾ ਰਿਹਾ ਵਾਂ ਐਕਚੁਅਲ ਦੇ ਵਿੱਚ ਉਹ ਟਰਾਂਸਲੇਟ ਨਹੀਂ ਕਰ ਪਾ ਰਿਹਾ ਜੀ ਇਹ ਮਿਸਕਨਸੈਪਸ਼ਨ ਆ ਹੁਣ ਤੁਹਾਡੀ ਤੁਹਾਨੂੰ ਲੱਗ ਰਿਹਾ ਕਿ ਉੱਪਰ ਜਿਹੜੀਆਂ 3-4 ਲਾਈਨਾਂ ਲਿਖੀਆਂ ਵਾ ਉਹ ਮੈਨੂੰ ਸਮਝ ਆ ਗਈਆਂ ਮੈਂ ਤੁਹਾਨੂੰ ਕਹਿ ਰਹੀ ਹਾਂ ਤੁਹਾਨੂੰ ਉਹ ਨਹੀਂ ਸਮਝ ਆਈਆਂ ਜੀ ਤੁਹਾਨੂੰ ਜਸਟ ਉਹਦੇ ਵਿਚਲੀ ਵੋਕੈਬ ਦੀ ਟਰਾਂਸਲੇਸ਼ਨ ਪਤਾ ਵਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹਨਾਂ ਸਾਰੇ ਕੁੱਲ ਮਿਲਾ ਕੇ ਤੁਹਾਨੂੰ ਉਹਦੀ ਟਰਾਂਸਲੇਸ਼ਨ ਪਤਾ ਜੀ ਤੁਹਾਨੂੰ ਜਸਟ ਵੋਕੈਬ ਪਤਾ ਲੱਗੀ ਇਹਦੇ ਚੋਂ ਫੂਡ ਨੂੰ ਕੀ ਕਹਿੰਦੇ ਆ ਪ੍ਰੋਡਿਊਸ ਨੂੰ ਕੀ ਕਹਿੰਦੇ ਆ ਨਾਰਥ ਪਾਰਟ ਦਾ ਮਤਲਬ ਕੀ ਅਮਰੀਕਾ ਦਾ ਮਤਲਬ ਕੀ ਆ ਫਿਰ ਇੰਟੈਂਸ ਜਾਨੀ ਕਿ ਮਾਡਰਨ ਸਟ੍ਰੈਟਜੀ ਦਾ ਮਤਲਬ ਕੀ ਆ ਤੁਸੀਂ ਜਸਟ ਇਹਨੂੰ ਕੀ ਕੀਤਾ ਵਾ ਟਰਾਂਸਲੇਟ ਕੀਤਾ ਹੁਣ ਤੁਸੀਂ ਜਿਹੜੇ ਬੱਚਿਆਂ ਨੇ ਮੈਨੂੰ ਟਰੂ ਕਿਹਾ ਵਾ ਉਹ ਸਟੂਡੈਂਟ ਬੀ ਵਾਲੀ ਕੈਟਾਗਰੀ ਵਿੱਚ ਜਾਨੀ ਕਿ ਕਰਦੇ ਆ ਜੀ ਲਾਏ ਜਾਨੀ ਕਿ ਟਰਾਂਸਲੇਟ ਕਰ ਪਾ ਰਹੇ ਆ ਬਟ ਟਰਾਂਸਲੇਟ ਗਲਤ ਕਰ ਪਾ ਰਹੇ ਆ ਜੀ ਤੇ ਰੀਸੈਂਟਲੀ ਆਪਣਾ ਜਿਹੜਾ ਰਿਜ਼ਲਟ ਆਇਆ ਸੀ ਬੱਚਿਆਂ ਦਾ ਇੱਕ ਦੋ ਦਾ ਉਹਨਾਂ ਦੇ ਸਪੀਕਿੰਗ ਦੇ ਵਿੱਚੋਂ ਬੈਂਡ ਘਟੇ ਆ 5.5 ਬੈਂਡ ਆਏ ਆ ਹਾਲਾਂਕਿ ਵੈਸੇ ਉਹ ਬੱਚਿਆਂ ਦਾ ਲੈਵਲ ਬਹੁਤ ਵਧੀਆ ਬਟ ਕਿਤੇ ਨਾ ਕਿਤੇ ਉਹ ਬੈਂਡ ਕਿਉਂ ਘਟਿਆ ਆਨਸਰ ਤੁਹਾਨੂੰ ਮਿਲ ਗਿਆ ਜੀ ਫਾਈਨਲ ਦੇ ਵਿੱਚ ਆਹ ਲੈਂਗੁਏਜ ਲਿਖੀ ਹੋਈ ਤੁਸੀਂ ਉੱਥੇ ਟਰੂ ਲੈ ਕੇ ਆਏ ਹੋ ਸੇਮ ਲੈਂਗੁਏਜ ਮੰਨ ਕੇ ਚਲੋ ਲਿਖੀ ਵੀ ਹੈ ਯੈਸ ਔਰ ਨੋ ਜੀ ਹਾਂਜੀ ਏਦਾਂ ਹੀ ਹੋਇਆ ਨਾ ਤਾਂ ਹੁਣ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਐਕਚੁਅਲ ਦੇ ਵਿੱਚ ਆਨਸਰ ਹੈ ਨਾਟ ਗਿਵਨ ਹੈ ਜੀ ਜਸਟ ਇੱਕ ਸਿੰਗਲ ਸਟੂਡੈਂਟ ਨੇ ਕਿਹਾ ਕਿ ਸਾਰੇ ਨਾਟ ਗਿਵਨ ਹੁਣ ਧਿਆਨ ਨਾਲ ਦੇਖਿਓ ਜੀ ਟਰਾਂਸਲੇਟ ਦਾ ਮਤਲਬ ਇਹ ਹੁੰਦਾ ਕਿ ਜੀ ਸਹੀ ਟਰਾਂਸਲੇਸ਼ਨ ਕਰਨੀ ਹੈ ਵੈਸੇ ਨਹੀਂ ਕਿ ਤੁਸੀਂ ਟਰਾਂਸਲੇਸ਼ਨ ਕਰਕੇ ਕਹਤਾ ਜੀ ਟਰੂ ਆ ਮੰਨ ਕੇ ਲੋ ਫਾਈਨਲ ਚਲਾਇਆ ਹੁੰਦਾ ਤੁਹਾਡੇ ਉੱਥੇ 22 ਰਹਿ ਜਾਣ ਫੇਰ ਜੀ ਕੀ ਫਾਇਦਾ ਹੁੰਦਾ 5.5 ਹਾਲਾਂਕਿ 23 ਦੇ ਕਿੰਨੇ ਕਲੋਜ਼ ਸੀਗੇ ਓਕੇ ਤੇ ਕੀ ਕਹਿੰਦੇ ਹੋ ਧਿਆਨ ਨਾਲ ਦੇਖਿਓ ਅੱਛਾ ਤੇ ਬੱਚਾ ਸਮਝ ਕੀ ਰਿਹਾ ਜੀ ਸਭ ਤੋਂ ਵੱਡੀ ਇੱਥੇ ਜਿਹੜਾ ਕਾਰਨ ਹੈ ਨਾ ਸਭ ਤੋਂ ਪਹਿਲਾਂ ਤਾਂ ਬੱਚੇ ਨੇ ਆ ਪਹਿਲਾ ਸੈਂਟੈਂਸ ਪੜਿਆ ਜੀ the way of food produced in the north part of America ਪਹਿਲੀ ਗੱਲ ਤਾਂ ਰਿਲੇਟਿਵ ਪ੍ਰਨਾਉਨ ਨੂੰ ਵੱਖਰਾ ਜਿਹਾ ਹੀ ਨਹੀਂ ਕਰ ਪਾਉਂਦਾ ਜੀ ਬੱਚਾ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਜਿਹੜਾ ਇੱਥੋਂ ਸਟਾਰਟ ਹੋਇਆ ਵਾ ਨਾ ਇੱਥੋਂ the way of food produced ਬੱਚਾ ਆਹ ਵਾਲੀ ਚੀਜ਼ ਨੂੰ ਵਰਬ ਸਮਝੀ ਜਾਂਦਾ ਜੀ ਕਿਹਦੀ ਵਰਬ ਸਮਝੀ ਜਾਂਦਾ ਜੀ ਆਹ ਵਾਲੀ ਚੀਜ਼ ਦੀ ਵਰਬ ਸਮਝੀ ਜਾਂਦਾ ਜੀ ਜਾਂ ਗਾਂ ਜਾ ਕੇ ਆਪਾਂ ਦੇਖਦੇ ਹਾਂ ਉਹਨੇ ਰਿਲੇਟਿਵ ਪ੍ਰਨਾਉਨ ਦੇ ਨਾਲ ਕੀ ਕੀ ਕੀਤਾ ਤੇ ਸਭ ਤੋਂ ਵੱਡੀ ਚੀਜ਼ ਬੱਚੇ ਨੇ ਇੱਥੇ ਕਿਹੜੀ ਚੀਜ਼ ਛੱਡੀ ਆ ਜਿਹੜੀ ਉਹਨੂੰ ਪੜ੍ਹਨੀ ਚਾਹੀਦੀ ਸੀ ਉਹ ਕਹਿ ਰਹੇ ਆ ਜੀ the way of food produced in the northern part of America ਅਮਰੀਕਾ ਦੇ ਨਾਰਥਨ ਪਾਰਟ ਦੇ ਵਿੱਚ ਫੂਡ ਪ੍ਰੋਡਿਊਸ ਕਰ ਹੁਣ ਤੁਸੀਂ ਕਿਵੇਂ ਟਰਾਂਸਲੇਟ ਕੀਤੀ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਲਈ ਦੱਸਦਾ ਕਿ ਜੀ ਨਾਰਥ ਪਾਰਟ ਜਿਹੜਾ ਅਮਰੀਕਾ ਦਾ ਹੈਗਾ ਜਿਹੜਾ ਉਹਦੇ ਵਿੱਚ ਫੂਡ ਪ੍ਰੋਡਿਊਸ ਹੁੰਦਾ ਵਾ ਵਿੱਚ ਤੁਸੀਂ ਸਹੀ ਸਮਝਦੇ ਸੀ ਕਿ ਅਮਰੀਕਾ ਦੇ ਲਈ ਲਾਇਆ ਵਾ ਅਮਰੀਕਾ ਕੇ ਜਿਹੜਾ ਮਾਡਰਨ ਸਟ੍ਰੈਟਜੀਸ ਤੇ ਕੰਮ ਕਰ ਰਿਹਾ ਜੀ ਫਾਰਮਿੰਗ ਹੁਣ ਤੁਹਾਨੂੰ ਪਤਾ ਲੱਗ ਗਿਆ ਕਈਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਜਿਹੜਾ ਵੈਰੀਜ਼ ਵਰਬ ਹੁੰਦੀ ਆ ਇਹ ਇਹਨਾਂ ਨੇ ਇਹਦੇ ਲਈ ਲਾਈ ਹੈ ਜੀ ਫੂਡ ਲਈ ਲਾਈ ਹੈ ਕਿਉਂਕਿ ਵਿੱਚ ਇੱਕ ਰਿਲੇਟਿਵ ਪ੍ਰਨਾਉਨ ਆ ਗਿਆ ਸੀਗਾ ਤਾਂ ਜੀ ਫੂਡ ਪ੍ਰੋਡਿਊਸ ਹੁੰਦਾ ਜਿਹੜਾ ਅਮਰੀਕਾ ਦੇ ਨਾਰਥ ਪਾਰਟ ਦੇ ਵਿੱਚ ਅਮਰੀਕਾ ਜੋ ਕਿ ਮਾਡਰਨ ਸਟ੍ਰੈਟਜੀਸ ਜਿਹੜੀਆਂ ਫਾਰਮਿੰਗ ਦੀਆਂ ਉਹਦੇ ਉੱਪਰ ਕੰਮ ਕਰ ਰਿਹਾ ਵਾ ਤੇ ਜਿਹੜਾ ਉਹ ਫੂਡ ਹੈ ਜੀ ਉਹ ਇਲਾਕੇ ਤੋਂ ਇਲਾਕੇ ਵੈਰੀ ਕਰ ਜਾਂਦਾ ਜੀ ਪਲੇਸ ਟੂ ਪਲੇਸ ਵੈਰੀ ਕਰ ਜਾਂਦਾ ਤਾਂ ਤੁਸੀਂ ਕੁਐਸਚਨ ਤੇ ਗਏ ਕੁਐਸਚਨ ਦੇ ਵਿੱਚ ਲਿਖਿਆ ਜੀ ਅਮਰੀਕਾ ਦੇ ਵਿੱਚ ਫੂਡ ਆ ਜਿਹੜਾ ਉਹ ਵੈਰੀ ਕਰਦਾ ਪਲੇਸ ਟੂ ਪਲੇਸ ਤੁਸੀਂ ਇੱਥੋਂ ਵਰਡ ਚੱਕਿਆ ਜੀ ਫੂਡ ਇੱਥੋਂ ਚੱਕਿਆ ਜੀ ਵੈਰੀ ਤੇ ਰੀਜ਼ਨ ਟੂ ਰੀਜ਼ਨ ਤੁਸੀਂ ਸਮਝ ਲਈ ਪਲੇਸ ਟੂ ਪਲੇਸ ਤਾਂ ਤੁਸੀਂ ਇਹਨੂੰ ਟਰੂ ਮਾਰਕ ਕਰਤਾ ਹੁਣ ਤੁਸੀਂ ਮੈਨੂੰ ਧਿਆਨ ਨਾਲ ਦੱਸਿਓ ਜੀ ਵੈਰੀ ਕਿਹੜੀ ਚੀਜ਼ ਕਰਦੀ ਆ ਜੇ ਤਾਂ ਫੂਡ ਵੈਰੀ ਕਰਦਾ ਵਾ ਇਹਦਾ ਮੀਨਿੰਗ ਕੀ ਹੁੰਦਾ ਵਾ ਇਹਦਾ ਮੀਨਿੰਗ ਹੈ ਜੀ ਅਮਰੀਕਾ ਦੀ ਨਾਰਥ ਸਾਈਡ ਦੇ ਵਿੱਚ ਮੰਨ ਕੇ ਚਲੋ ਕਿਸੇ ਹੋਰ ਚੀਜ਼ ਦੀ ਖੇਤੀ ਹੁੰਦੀ ਆ ਕੋਈ ਹੋਰ ਚੀਜ਼ ਲਾਈ ਜਾਂਦੀ ਆ ਸਾਊਥ ਵਾਲੇ ਪਾਸੇ ਕੋਈ ਹੋਰ ਚੀਜ਼ ਲਾਈ ਜਾਂਦੀ ਹੈ ਜੀ ਅਮਰੀਕਾ ਦੇ ਫੂਡ ਵੈਰੀ ਕਰਨ ਦਾ ਮਤਲਬ ਕੀ ਹੁੰਦਾ ਕਿ ਫੂਡ ਵੈਰੀ ਕਰਦਾ ਫੂਡ ਬਦਲਦਾ ਵਾ ਜੀ ਇੱਕ ਸਾਈਡ ਹੋਰ ਆ ਇੱਕ ਸਾਈਡ ਹੋਰ ਆ ਦੂਜੀ ਸਾਈਡ ਹੋਰ ਆ ਹੁਣ ਤੁਸੀਂ ਮੈਨੂੰ ਧਿਆਨ ਨਾਲ ਦੇਖਿਓ ਕੁਐਸਚਨ ਚ ਤੁਹਾਡੇ ਚ ਕਿਹਾ ਸੀ ਜੀ ਫੂਡ ਵੈਰੀ ਕਰਦਾ ਵਾ ਪਲੇਸ ਟੂ ਪਲੇਸ ਅਮਰੀਕਾ ਦੇ ਵਿੱਚ ਰੀਡਿੰਗ ਦੇ ਵਿੱਚ ਧਿਆਨ ਨਾਲ ਦੱਸੋ ਕਿ ਫੂਡ ਵੈਰੀ ਕਰਦਾ ਵਾ
ਕਿ ਫੂਡ ਪ੍ਰੋਡਿਊਸ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੈਰੀ ਕਰਦਾ ਵਾ ਜੀ, ਯੈਸ ਔਰ ਨੋ? ਫੂਡ ਵੈਰੀ ਕੀਤਾ ਕਿ ਫੂਡ ਨੂੰ ਪ੍ਰੋਡਿਊਸ ਕਰਨ ਦਾ ਤਰੀਕਾ ਵੈਰੀ ਕੀਤਾ? ਤਰੀਕੇ ਦਾ ਮਤਲਬ ਕਿ ਕਣਕ ਲਾਉਂਦੇ ਆ ਦੋਨਾਂ ਜਗ੍ਹਾ ਤੇ, ਬਟ ਇੱਕ ਸਾਈਡ ਹੋਰ ਤਰੀਕੇ ਨਾਲ ਕਣਕ ਲਾਉਂਦੇ ਆ, ਦੂਸਰੀ ਸਾਈਡ ਹੋਰ ਕਿਸੇ ਤਰੀਕੇ ਦੇ ਨਾਲ ਲਾਉਂਦੇ ਆ। ਦੱਸੋ ਫੂਡ ਵੈਰੀ ਕੀਤਾ ਕਿ ਫੂਡ ਦਾ ਤਰੀਕਾ? ਵੇ ਸਰ ਵੇ ਆਫ ਇਹਦੀ ਗੱਲ ਕਰ ਫੂਡ ਰਹੇ ਇਹ ਪ੍ਰੋਡਿਊਸ ਕੀਤਾ ਵਾ ਨਾ। ਹੁਣ ਤੁਸੀਂ ਜਦੋਂ ਉਹ ਲਾਈਨਾਂ ਨੂੰ ਟ੍ਰਾਂਸਲੇਟ ਕੀਤਾ, ਤੁਸੀਂ ਕੀ ਸਮਝਿਆ ਹੋਊਗਾ ਕਿ ਫੂਡ ਵੈਰੀ ਕੀਤਾ, ਯੈਸ ਔਰ ਨੋ? ਤੇ ਤੁਸੀਂ ਤਰੀਕਾ ਵਰਡ ਮੂਹਰੇ ਕਾਹਤੋਂ ਛੱਡ ਗਏ ਜੀ? ਉਹਦੇ ਉੱਪਰ ਹੀ ਤੁਹਾਡਾ ਟਰੂ ਫਾਲਸ ਖੜਾ ਸੀਗਾ, ਤੁਹਾਨੂੰ ਪਤਾ। ਅੱਛਾ ਹੁਣ ਮੈਨੂੰ ਇਹ ਦੱਸੋ, ਤੁਹਾਡੇ ਕੁਐਸਚਨ 'ਚ ਉਹਨਾਂ ਨੇ ਤੁਹਾਨੂੰ ਕਿਹਾ ਕਿ ਜੀ ਫੂਡ ਵੈਰੀ ਕਰਦਾ, ਰੀਡਿੰਗ ਨੇ ਕਿਤੇ ਵੀ ਲਿਖਿਆ ਵੀ ਫੂਡ ਬਦਲਦਾ ਕਿ ਨਹੀਂ ਬਦਲਦਾ? ਨਹੀਂ ਸਰ ਦੇਖੋ ਤਰੀਕਾ ਬਦਲ ਰਿਹਾ ਜੀ। ਤੁਸੀਂ ਕੀ ਕਰ ਰਹੇ ਹੋ, ਤੁਸੀਂ ਮੂਹਰਲਾ ਜਿਹੜਾ ਵੇ ਵਰਡ ਲਿਖਿਆ ਵਾ ਉਹਨੂੰ ਪਤਾ ਨਹੀਂ ਖਾਣੀ ਤੁਸੀਂ ਟ੍ਰਾਂਸਲੇਟ ਕੀਤਾ ਨਹੀਂਗਾ, ਜਾਂ ਤੁਸੀਂ ਉਹਨੂੰ ਭੁੱਲ ਗਏ। ਉਹ ਹੁਣ ਤੁਹਾਨੂੰ ਖੁਦ ਨੂੰ ਪ੍ਰੋਬਲਮ ਪਤਾ ਹੋਣੀ ਚਾਹੀਦੀ ਵੀ ਇਦਾਂ ਹੋਇਆ ਕਿਉਂ, ਕਿਉਂਕਿ ਫੂਡ ਨਹੀਂ ਵੈਰੀ ਕੀਤਾ, ਫੂਡ ਦਾ ਤਰੀਕਾ ਵੈਰੀ ਕੀਤਾ ਜੀ। ਆਹ ਜਿਹੜੀ ਚੀਜ਼ ਆ ਇਹ ਫਾਈਨਲ ਦੇ ਵਿੱਚ 3 ਤੋਂ 4 ਕੁਐਸਚਨ ਬੱਚੇ ਦੇ ਗਲਤ ਕਰਾਉਂਦੀ ਆਰਾਮ ਨਾਲ। ਐਗਜ਼ਾਮੀਨਰ ਆ ਨਾ ਜਿਹੜਾ, ਉਹ ਮੇਰੇ ਹਿਸਾਬ ਨਾਲ ਨਾ ਉਹ ਗ੍ਰਾਮੈਟਿਕਲ ਸਟਰਕਚਰ ਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਮੈਨੂਪਲੇਟ ਕਰ ਸਕਦਾ ਸਟੂਡੈਂਟ ਨੂੰ, ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ। ਏਦਾਂ ਦੇ ਜੇ ਆਪਾਂ ਕੁਐਸਚਨ ਡਿਜ਼ਾਈਨ ਕਰਨੇ ਹੁਣ ਆਪਾਂ 15 ਕਰ ਲਾਂਗੇ ਏਦਾਂ ਦੇ। ਸ਼ਰਤ ਇਹ ਆ ਕਿ ਉਹ 15 ਦੇ ਵਿੱਚੋਂ ਬੱਚੇ ਦੇ ਸਿਰਫ 2 ਕੀ ਸਹੀ ਹੋਣਗੇ, 13 ਰੋਂਗ ਹੋਣਗੇ, ਕਿਉਂਕਿ ਉਹ ਲੈਂਗੁਏਜ ਦੇ ਵਿੱਚ ਮੈਂ ਡਿੱਟੋ ਬੱਚੇ ਨੂੰ ਭੁਲੇਖਾ ਪਵਾਇਆ ਹੋਊਗਾ ਕਿ ਉਹ ਟਰੂ ਕਹਿਣ ਤੇ ਮਜਬੂਰ ਹੋ ਜਾਣਗੇ, ਬਟ ਉਹਦੇ ਵਿੱਚ ਇੱਕ ਅੱਧਾ ਸਿੰਗਲ ਵਰਡ ਮੈਨੂਪਲੇਟ ਕੀਤਾ ਹੋਊ ਇੱਧਰ ਉੱਧਰ, ਜਿਹਦੇ ਕਰਕੇ ਉਹਦੀ ਟ੍ਰਾਂਸਲੇਸ਼ਨ ਹੀ ਵੱਖਰੀ ਨਿਕਲ ਜਾਣੀ ਹੈ। ਤਾਂ ਤੁਸੀਂ ਸਾਰਿਆਂ ਨੇ ਇਹਦੀ ਟ੍ਰਾਂਸਲੇਸ਼ਨ ਗਲਤ ਕੀਤੀ ਸੀਗੀ। ਇੱਕ ਬੱਚੇ ਨੇ ਬਸ ਕਿਹਾ ਸੀਗਾ ਕਿ ਨੋਟ ਗਿਵਨ ਆ, ਉਹ ਬੱਚੇ ਦਾ ਆਨਸਰ ਜਿਹੜਾ ਹੈ ਜੀ ਉਹ ਜਮਾ ਸਹੀ ਹੈ ਜੀ। ਹੁਣ ਇੱਥੇ ਆਪਾਂ ਨਿੱਕੀ ਜਿਹੀ ਚੀਜ਼ ਕਰਦੇ ਹਾਂ, ਧਿਆਨ ਨਾਲ ਦੇਖਿਓ ਜੀ। ਅੱਛਾ ਲੈਂਗੁਏਜ ਮੈਨੂਪਲੇਟ ਕਦੋਂ ਹੁੰਦੀ ਹੈ ਜੀ? ਨੈਚੁਰਲ ਜੀ ਗੱਲ, ਆਪਾਂ ਅੱਗੇ ਵੀ ਬਹੁਤ ਵਾਰੀ ਲੈਕਚਰ ਲਾਇਆ ਇਹਦੇ ਤੇ, ਫਸਟ ਟਾਈਮ ਨਹੀਂ ਲਾਉਣ ਲੱਗੇ। ਮੈਂ ਤੁਹਾਨੂੰ ਕਿਹਾ ਕਿ ਇੱਕ ਜਿਹੜਾ ਸਭ ਤੋਂ ਖਤਰਨਾਕ ਵੈਪਨ ਹੁੰਦਾ ਵਾ ਨਾ ਇੱਕ ਟ੍ਰਾਂਸਲੇਸ਼ਨ ਨੂੰ ਭਲਜਾਉਣ ਦਾ, ਉਹ ਹੁੰਦਾ ਵਾ ਰਿਲੇਟਿਵ ਪ੍ਰਨਾਉਨ। ਕਿਉਂਕਿ ਜੇ ਰਿਲੇਟਿਵ ਪ੍ਰਨਾਉਨ ਨਾ ਹੋਣ ਫਿਰ ਤਾਂ ਲੈਂਗੁਏਜ ਸਿੱਧੀ ਵੀ ਚੱਲੀ ਜਾਵੇ ਜੀ, ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੋਣੀ। ਜੇ ਰਿਲੇਟਿਵ ਪ੍ਰਨਾਉਨ ਲੈਂਗੁਏਜ ਦੇ ਵਿੱਚ ਨਾ ਹੋਣ ਤਾਂ ਤੁਹਾਨੂੰ ਟ੍ਰਾਂਸਲੇਸ਼ਨ 'ਚ ਕਦੇ ਛੇਤੀ ਦਿੱਕਤ ਨਹੀਂ ਆਉਣੀ ਸੀਗੀ, ਕਿਉਂਕਿ ਸੈਂਟੈਂਸ ਸਿੱਧੇ ਚੱਲੀ ਜਾਂਦੇ ਆ। ਸਬਜੈਕਟ ਤੋਂ ਬਾਅਦ ਚੋਂ ਡਾਇਰੈਕਟਲੀ ਵਰਬ ਆਉਂਦੀ ਹੈ ਜੀ। ਇਹ ਚੀਜ਼ ਤੁਸੀਂ ਨਿੱਕੇ ਹੁੰਦਿਆਂ ਨਹੀਂ ਸਿੱਖ ਲਈ ਸੀ, ਤੁਸੀਂ ਸਿੱਖਿਆ ਸੀ ਕਿ ਸਬਜੈਕਟ ਤੋਂ ਬਾਅਦ ਚੋਂ ਡਾਇਰੈਕਟਲੀ ਵਰਬ ਆਉਂਦੀ ਹੈ ਜੀ। ਹੁਣ ਉਹਦੇ ਨਾਲ ਡਰਾਬੈਕ ਦੱਸੋ ਕੀ ਹੋਈ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਜੀ, ਕੋਈ ਵੀ ਸਕੂਲ ਕੋਈ ਵੀ ਕਾਲਜ, ਚਲੋ ਆਪਾਂ ਅੱਧਿਆਂ ਨੂੰ ਵਿੱਚੋਂ ਛੱਡਦੇ ਆ, ਜ਼ਿਆਦਾ ਨੂੰ ਨਹੀਂ ਕਹਿ ਰਹੇ, ਬਟ ਜੇ ਆਪਾਂ ਪਾਸਟ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਏਦਾਂ ਸੀਗਾ ਜੀ। ਜ਼ਿਆਦਾਤਰ ਸਕੂਲ ਜ਼ਿਆਦਾਤਰ ਕਾਲਜਸ ਜੋ ਆਪਾਂ ਨੂੰ ਸਟੈਟਿਕਸ ਫਾਰਮੂਲੇ ਦੱਸਦੇ ਹੁੰਦੇ ਸੀਗੇ, ਉਹ ਆਪਣੇ ਬ੍ਰੇਨ ਦੇ ਵਿੱਚ ਪੂਰੇ ਪੱਕੇ ਹੋਏ ਵੇ ਆ। ਆਪਾਂ ਨੂੰ ਨਿੱਕੇ ਹੁੰਦੇ ਤੋਂ ਸਿਖਾਇਆ ਗਿਆ ਸਬਜੈਕਟ ਤੋਂ ਬਾਅਦ ਚੋਂ ਜੀ ਲੈਂਗੁਏਜ ਦੇ ਵਿੱਚ ਵਰਬ ਆਉਂਦੀ ਹੁੰਦੀ ਆ, ਤੇ ਜੀ ਵਰਬ ਤੋਂ ਬਾਅਦ ਚੋਂ ਆਬਜੈਕਟ ਆਉਂਦਾ ਹੁੰਦਾ ਵਾ। ਤਾਂ ਮੈਨੂੰ ਯੈਸ ਔਰ ਨੋ ਦੱਸੋ, ਅੱਜ ਤੱਕ ਕਿਸੇ ਵੀ ਸਕੂਲ ਜਾਂ ਕਾਲਜ ਦੇ ਲੈਵਲ ਤੇ ਕਿਸੇ ਟੀਚਰ ਨੇ ਤੁਹਾਨੂੰ ਦੱਸਿਆ ਹੋਵੇ ਕਿ ਜੀ ਕਈ ਵਾਰੀ ਸਬਜੈਕਟ ਤੇ ਵਰਬ ਦੇ ਵਿੱਚ ਇੱਕ ਹੋਰ ਚੀਜ਼ ਵੀ ਜਾਣੀ ਕਿ ਲੱਗ ਆਉਂਦੀ ਹੁੰਦੀ ਆ, ਤੇ ਬਾਅਦ ਚੋਂ ਤੁਹਾਡਾ ਕੰਸੈਪਟ ਕਲੀਅਰ ਕਰਾਇਆ ਹੋਵੇ ਕਿ ਕਿਹੜੀ ਲੱਗਦੀ ਹੈ? ਯੈਸ ਔਰ ਨੋ? ਕਦੇ ਸਕੂਲਿੰਗ ਦੇ ਵਿੱਚ ਦੇਖੀ ਇਹ ਚੀਜ਼ ਜਾਂ ਕਾਲਜ ਦੇ ਵਿੱਚ? ਆਪਾਂ ਨੂੰ ਨਿੱਕੇ ਹੁੰਦੇ ਤੋਂ ਕਿਹਾ ਗਿਆ ਜੀ ਸਬਜੈਕਟ ਆ, ਸਬਜੈਕਟ ਤੋਂ ਬਾਅਦ ਚੋਂ ਸਿੱਧੀ ਵਰਬ ਆਉਣੀ ਆ। ਹੁਣ ਇਹਦੇ ਨਾਲ ਡਰਾਬੈਕ ਦੱਸਾਂ ਕੀ ਹੋਈ? ਕਿਉਂਕਿ ਤੁਹਾਨੂੰ ਬਚਪਨ ਤੋਂ ਰਿਲੇਟਿਵ ਪ੍ਰਨਾਉਨ ਚੈਪਟਰ ਕਵਰ ਹੀ ਨਹੀਂ ਕਰਾਇਆ ਗਿਆ। ਹੁਣ ਇਹਦੇ ਨਾਲ ਕੀ ਹੁੰਦਾ ਵਾ ਮੈਂ ਤੁਹਾਨੂੰ ਦੱਸਦਾ। ਸਬਜੈਕਟ ਹੁੰਦਾ ਵਾ ਜੀ, ਸਬਜੈਕਟ ਤੋਂ ਬਾਅਦ ਚੋਂ ਐਕਚੁਅਲ ਦੇ ਵਿੱਚ ਸਿੱਧੀ ਵਰਬ ਨਹੀਂ ਆਉਂਦੀ, ਸਬਜੈਕਟ ਤੋਂ ਬਾਅਦ ਚੋਂ ਇੱਕ ਰਿਲੇਟਿਵ ਪ੍ਰਨਾਉਨ ਆਉਂਦਾ ਜੀ। ਮੈਂ ਇਹਦੇ ਵਿੱਚ ਇੱਕ ਨਵਾਂ ਫਾਰਮੂਲਾ ਬਣਾਉਣ ਲੱਗਾ, ਰਿਲੇਟਿਵ ਲਿਖ ਦਿੰਦਾ ਜੀ ਮੈਂ, ਤੇ ਰਿਲੇਟਿਵ ਪ੍ਰਨਾਉਨ। ਹੁਣ ਇੱਥੇ ਰਿਲੇਟਿਵ ਪ੍ਰਨਾਉਨ ਲਿਖਿਆ ਪਿਆ ਜੀ, ਧਿਆਨ ਨਾਲ ਦੇਖਿਓ। ਆਹ ਵਾਲੇ ਸਬਜੈਕਟ ਦੀ ਜਿਹੜੀ ਆ ਆਪਾਂ ਨੂੰ ਵਰਬ ਕਹੀ ਜਾਂਦੀ ਹੁੰਦੀ ਸੀ, ਇਹ ਵਰਬ ਹਾਲੇ ਤੱਕ ਨਹੀਂ ਆਈ, ਯਾਨੀ ਕਿ ਇਹ ਵਰਬ ਤੋਂ ਪਹਿਲਾਂ ਇੱਕ ਹੋਰ ਚੀਜ਼ ਆਈ ਵੀ ਆ ਹੁਣ ਸੈਂਟੈਂਸ ਦੇ ਵਿੱਚ, ਉਹਦਾ ਨਾਮ ਹੈਗਾ ਰਿਲੇਟਿਵ ਪ੍ਰਨਾਉਨ। ਤੇ ਰਿਲੇਟਿਵ ਪ੍ਰਨਾਉਨ ਤੋਂ ਬਾਅਦ ਚੋਂ ਇੱਕ ਲੱਗੀ ਹੁੰਦੀ ਹੈ ਜੀ ਵਰਬ। ਹੁਣ ਜਿਹੜੀ ਇਹ ਵਾਲੀ ਵਰਬ ਆ, ਤੁਸੀਂ ਸਮਝ ਜਾਂਦੇ ਹੋ ਕਿ ਜਿਹੜੇ ਸਾਡੇ ਸਕੂਲ ਟੀਚਰ ਨੇ ਕਹੀ ਸੀ ਵੀ ਆਹ ਸਬਜੈਕਟ ਆ ਤੇ ਆਹ ਇਹਦੀ ਵਰਬ ਪਈ ਆ, ਇਹ ਇਹਦੀ ਵਰਬ ਹੈ ਹੀ ਨਹੀਂਗੀ ਜੀ। ਜਿਹੜੀ ਤੁਸੀਂ ਵਰਬ ਇਹਦੀ ਸਬਜੈਕਟ ਦੀ ਸਮਝ ਰਹੇ ਹੋ ਨਾ, ਇਹ ਐਕਚੁਅਲ ਦੇ ਵਿੱਚ ਸਬਜੈਕਟ ਦੀ ਵਰਬ ਹੈ ਹੀ ਨਹੀਂਗੀ ਜੀ। ਇਹ ਜਿਹੜੀ ਵਰਬ ਆ ਇਹ ਤੁਹਾਡੇ ਰਿਲੇਟਿਵ ਪ੍ਰਨਾਉਨ ਦੀ ਆ, ਇਹਦਾ ਮਾਲਕ ਰਿਲੇਟਿਵ ਪ੍ਰਨਾਉਨ ਆ ਤੁਹਾਡਾ। ਇਹਦਾ ਮਤਲਬ ਜੀ ਆਹ ਵਾਲੀ ਚੀਜ਼ ਜਿਹੜੀ ਹੈ, ਆਹ ਵਾਲੀ ਚੀਜ਼, ਇਹ ਤਾਂ ਤੁਹਾਡਾ ਹਜੇ ਵਰਬ ਤਾਂ ਹਜੇ ਤੁਹਾਡੀ ਸ਼ੁਰੂ ਹੀ ਨਹੀਂ ਹੋਈ। ਜਿਹੜੇ ਆਪਣੇ ਟੀਚਰ ਆਪਾਂ ਨੂੰ ਕਹਿੰਦੇ ਹੁੰਦੇ ਸੀ ਜਿਹੜੀ ਉਹ ਵਰਬ ਆ ਉਹ ਹਲੇ ਤੱਕ ਨਹੀਂ ਆਈ, ਉਦੋਂ ਪਹਿਲਾਂ ਹੋਰ ਚੀਜ਼ਾਂ ਸੈਂਟੈਂਸ ਵਿੱਚ ਇੰਟਰੋਡਿਊਸ ਹੋ ਰਹੀਆਂ ਵਾ ਜਿਹੜੀਆਂ ਦੱਸੀਆਂ ਨਹੀਂ ਗਈਆਂ। ਹੁਣ ਇਦੋਂ ਬਾਅਦ ਚੋਂ ਹੋਰ ਵਰਡ ਲਾਏ ਪਏ ਹੋਣਗੇ ਜੀ,
ਹੁਣ ਇੱਥੇ ਆਬਜੈਕਟ ਲੱਗਾ ਪਿਆ ਹੋਊਗਾ, ਹੁਣ ਤੁਸੀਂ ਕਹੋਗੇ ਆਬਜੈਕਟ ਕਿਹੜਾ ਜੀ? ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਸਬਜੈਕਟ ਦਾ ਨਹੀਂਗਾ, ਇਹ ਆਬਜੈਕਟ ਵੀ ਤੁਹਾਡੇ ਰਿਲੇਟਿਵ ਪ੍ਰਨਾਊਨ ਦਾ ਜੀ। ਇਹਨਾਂ ਦੋਨਾਂ ਚੀਜ਼ਾਂ ਦਾ ਮਾਲਕ ਤੁਹਾਡਾ ਰਿਲੇਟਿਵ ਪ੍ਰਨਾਊਨ ਹੈ ਜੀ। ਜਦੋਂ ਇਹ ਆਬਜੈਕਟ ਖਤਮ ਹੋਇਆ ਉਦੋਂ ਬਾਅਦ ਚੋਂ ਇੱਕ ਵਰਬ ਲੱਗੀ ਪਈ ਹੋਊਗੀ ਜੀ। ਉਹ ਵਰਬ ਜਿਹੜੇ ਟੀਚਰ ਤੁਹਾਨੂੰ ਤੁਹਾਡੇ ਕਹਿੰਦੇ ਹੁੰਦੇ ਸੀਗੇ ਜੀ ਸਬਜੈਕਟ ਤੋਂ ਬਾਅਦ ਚੋਂ ਵਰਬ ਆਉਂਦੀ ਆ, ਉਹ ਤੁਹਾਡੀ ਵਰਬ ਹੈ ਜੀ। ਤੁਹਾਨੂੰ ਡਾਇਰੈਕਟਲੀ ਦੱਸਤਾ ਕਿ ਸਬਜੈਕਟ ਤੋਂ ਬਾਅਦ ਜੀ ਡਾਇਰੈਕਟ ਵਰਬ ਆਉਂਦੀ ਹੈ, ਵਰਬ ਤੋਂ ਬਾਅਦ ਜੀ ਆਬਜੈਕਟ। ਏਦਾਂ ਨਹੀਂ ਦੱਸਿਆ ਕਿ ਕਈ ਵਾਰੀ ਸਬਜੈਕਟ ਤੇ ਵਰਬ ਦੇ ਵਿੱਚ ਇੱਕ ਬਹੁਤ ਵੱਡਾ ਸੈਂਟੈਂਸ ਲਾਇਆ ਪਿਆ ਹੁੰਦਾ ਵਾ, ਉਹ ਆਪਾਂ ਨੂੰ ਕਵਰ ਨਹੀਂ ਕਰਾਇਆ ਗਿਆ। ਹੁਣ ਉਹਦੇ ਵਿੱਚ ਵਾਲੀਆਂ ਵਰਬਾਂ ਨੂੰ ਆਪਾਂ ਸਬਜੈਕਟ ਵਾਲੀਆਂ ਸਮਝੀ ਜਾਂਦੇ ਰਹਿੰਦੇ ਆ। ਨੈਚੁਰਲ ਜੀ ਗੱਲ ਆ। ਹੁਣ ਇੱਥੇ ਧਿਆਨ ਨਾਲ ਦੇਖਿਓ, ਤੁਹਾਡਾ ਸਬਜੈਕਟ ਹੈ ਜੀ ਆਹ ਵਾਲਾ, ਇਹ ਤੁਹਾਡੇ ਸਬਜੈਕਟ ਨੇ ਕੰਮ ਕਿਹੜਾ ਕੀਤਾ ਵਾ? ਆਹ ਵਾਲਾ ਜੀ, ਜਿਹੜੀ ਲਾਸਟ ਉੱਪਰ ਵਰਬ ਪਈ ਆ। ਤੁਸੀਂ ਟਰਾਂਸਲੇਟ ਕਰਨ ਲੱਗੇ ਕੀ ਸਮਝ ਰਹੇ ਹੋ? ਤੁਸੀਂ ਕਹਿ ਰਹੇ ਹੋ ਕਿ ਸਬਜੈਕਟ ਨੇ ਕੰਮ ਕੀਤਾ ਜਿਹੜੀ ਪਹਿਲੇ ਨੰਬਰ ਤੇ ਵਰਬ ਪਈ ਆ। ਜਦੋਂ ਤੁਸੀਂ ਸਬਜੈਕਟ ਦਾ ਕੰਮ ਹੀ ਚੇਂਜ ਕਰਾਤਾ ਸੈਂਟੈਂਸ ਦੇ ਵਿੱਚ, ਇੱਕ ਬੰਦਾ ਮੰਨ ਕੇ ਚਲੋ ਕੱਪੜੇ ਧੋ ਰਿਹਾ ਜੀ, ਇਹਦਾ ਮਤਲਬ ਇੱਥੇ ਕੱਪੜੇ ਧੋ ਰਿਹਾ ਜੀ, ਵਾਸ਼ਿੰਗ ਦਾ ਕੰਮ ਚੱਲੀ ਜਾਂਦਾ। ਪਹਿਲਾਂ ਵਾਲੀ ਵਰਬ ਦਾ ਮਤਲਬ ਹੈਗਾ ਕਿ ਜੀ ਉਹ ਮੰਨ ਕੇ ਲੋ ਟੀਵੀ ਦੇਖ ਰਿਹਾ ਵਾ। ਹੁਣ ਦੇਖੋ ਸਬਜੈਕਟ ਸਹੀ ਮੈਨੇ ਜਾਨੀ ਕਿ ਵਾਸ਼ਿੰਗ ਦਾ ਕੰਮ ਕਰ ਰਿਹਾ, ਤੁਸੀਂ ਉਹਨੂੰ ਹੁਣ ਟੀਵੀ ਦੇਖਣ ਵਾਲਾ ਸਮਝ ਰਹੇ ਹੋ। ਜਦੋਂ ਤੁਸੀਂ ਸਬਜੈਕਟ ਦੀ ਵਰਬ ਵੀ ਚੇਂਜ ਕਰਾਤੀ ਤਾਂ ਟਰਾਂਸਲੇਸ਼ਨ ਸਹੀ ਤਰੀਕੇ ਨਾਲ ਹੋ ਹੀ ਨਹੀਂ ਸਕਦੀ ਜੀ। ਇੱਥੋਂ ਤੁਹਾਡਾ ਹੁਣ ਰੂਟ ਹਿੱਲ ਗਿਆ। ਹੁਣ ਤੁਸੀਂ ਸੈਂਟੈਂਸ ਗਾਂ ਦੀ ਗਾਂ ਜਿੰਨਾ ਮਰਜ਼ੀ ਟਰਾਂਸਲੇਟ ਕਰੀ ਚੱਲੋ, ਤੁਸੀਂ ਉਹਨੂੰ ਹੋਰ ਤਰੀਕੇ ਨਾਲ ਸਮਝ ਰਹੇ ਹੋ। ਕਿਉਂਕਿ ਤੁਸੀਂ ਹੁਣ ਕੀ ਕਹਿ ਰਹੇ ਹੋ? ਤੁਸੀਂ ਕਹਿ ਰਹੇ ਹੋ ਜੀ ਸਬਜੈਕਟ ਆ ਜਿਹੜਾ ਉਹ ਟੀਵੀ ਦੇਖ ਰਿਹਾ ਵਾ, ਤੇ ਗਾਂ ਜਾ ਕੇ ਹੁਣ ਤੁਸੀਂ ਉਹਨੂੰ, ਕਈ ਬੱਚੇ ਤਾਂ ਕਹਿਣਗੇ ਜੀ ਉਹ ਜਾਨੀ ਕਿ ਦੋ ਕੰਮ ਕਰ ਰਿਹਾ ਜੀ, ਉਹ ਟੀਵੀ ਵੀ ਦੇਖ ਰਿਹਾ, ਗਾਂ ਜਾ ਕੇ ਜੀ ਵਾਸ਼ਿੰਗ ਦਾ ਕੰਮ ਵੀ ਕਰ ਰਿਹਾ। ਯਾਨੀ ਕਿ ਸਬਜੈਕਟ ਦੇ ਕਰਕੇ ਤੁਹਾਡੀ ਵਰਬ ਦੇ ਨਾਲ ਜਿਹੜੀ ਮੈਚਿੰਗ ਹੋਣੀ ਸੀ ਉਹ ਤੁਹਾਡੇ ਬ੍ਰੇਨ ਦੇ ਵਿੱਚ ਮਿਸਮੈਚ ਹੋ ਗਈ ਜੀ। ਹੋਇਆ ਕਿਉਂ? ਕਿਉਂਕਿ ਰਿਲੇਟਿਵ ਪ੍ਰਨਾਊਨ ਵਿੱਚ ਆਇਆ ਜਿਹੜਾ ਦੱਸਿਆ ਹੀ ਨਹੀਂ ਗਿਆ ਸੀਗਾ। ਯੈਸ ਔਰ ਨੋ ਜੀ, ਦੋ ਵਰਬ ਲਿਖੀਆਂ ਨਾ ਮੈਂ ਹੁਣੀ ਸੈਂਟੈਂਸ ਦੇ ਵਿੱਚ। ਹਾਂਜੀ ਸਰ। ਹੁਣ ਤੁਸੀਂ ਕੀ ਕਹਿ ਪਾ ਰਹੇ ਹੋ ਕਿ ਸਰ ਸਬਜੈਕਟ ਪਹਿਲੇ ਨੰਬਰ ਵਾਲਾ ਕੰਮ ਕਰੀ ਜਾਂਦਾ, ਪਹਿਲੇ ਵਾਲਾ ਤਾਂ ਕਰ ਹੀ ਨਹੀਂ ਰਿਹਾ ਜੀ, ਦੂਜੇ ਨੰਬਰ ਵਾਲਾ ਕਰ ਰਿਹਾ। ਹੁਣ ਆਪਾਂ ਇੱਥੇ ਸੈਂਟੈਂਸ ਬਣਾਉਣੇ ਸੋਚ ਕੇ ਥੋੜਾ ਜਿਹਾ, ਜਿਹੜਾ ਆਪਣੀ ਇਹ ਚੀਜ਼ ਨੂੰ ਥੋੜਾ ਸਾਬਿਤ ਕਰ ਦੇਵੇ। ਹਾਂਜੀ, ਤਾਂ ਮੈਂ ਤੁਹਾਨੂੰ ਇੱਥੇ ਮਿਊਟ ਕਰਦਾ ਜੀ ਤੇ ਹੁਣ ਮੈਂ ਸੈਂਟੈਂਸ ਲਿਖਦਾ ਜੀ ਇੱਥੇ। ਓਕੇ ਜੀ। ਐਕਚੁਅਲ ਦੇ ਵਿੱਚ ਕੱਲ ਜਦੋਂ ਮੇਰੀ ਦੋ ਸਟੂਡੈਂਟ ਦੇ ਨਾਲ ਗੱਲ ਹੋਈ ਨਾ, ਤਾਂ ਫਿਰ ਮੈਂ ਇਹ ਸੋਚਿਆ, ਮੈਂ ਕਿ ਚਲੋ ਆਪਾਂ ਇਹ ਚੀਜ਼ ਥੋੜੀ ਜਿਹੀ ਕਵਰ ਕਰਾਂਗੇ ਜਿਹਦੇ ਨਾਲ ਤੁਹਾਡਾ ਫਾਇਦਾ ਹੋਊਗਾ ਸਾਰਿਆਂ ਦਾ। ਓਕੇ ਜੀ, ਧਿਆਨ ਨਾਲ ਦੇਖਿਓ ਜੀ ਇੱਥੇ। ਤਾਂ ਆਪਾਂ ਇੱਥੇ ਕਹਤਾ ਜੀ the part of, ਤੇ ਮੈਂ ਤੁਹਾਨੂੰ the part of ਐਕਚੁਅਲ ਦੇ ਵਿੱਚ ਇਦਾਂ ਦੇ ਸੈਂਟੈਂਸ ਬਣਾਉਣ ਦੇ ਵਿੱਚ ਨਾ ਥੋੜੀ ਦਿੱਕਤ ਆਉਂਦੀ ਹੁੰਦੀ ਹੈ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਸੋਚਦੇ ਹਾਂ ਵੀ ਉਹ ਕਿੱਦਾਂ ਕੰਮ ਕਰਨਗੇ, ਇਹ ਸੇਮ ਤੁਸੀਂ ਸਿਚੁਏਸ਼ਨ ਰੀਅਲਾਈਜ਼ ਕਰ ਸਕਦੇ ਹੋ ਜਦੋਂ ਤੁਸੀਂ ਰਾਈਟਿੰਗ ਦੇ ਵਿੱਚ ਸੈਂਟੈਂਸ ਬਣਾਈ ਜਾਂਦੇ ਹੁੰਦੇ। ਰਿਲੇਟ ਕਰਕੇ ਦੇਖੋ ਕਿ ਜਿੱਦਾਂ ਮੈਂ ਲਿਖ ਰਿਹਾ ਵਾਂ ਤੇ ਤੁਸੀਂ ਟਾਸਕ 2 ਲਿਖ ਰਹੇ ਹੋ, ਕਿਤੇ ਨਾ ਕਿਤੇ ਮੈਨੂੰ ਤੁਹਾਡੇ ਵਾਲੀ ਫੀਲਿੰਗ ਆਉਂਦੀ ਹੈ ਕਿ ਜਦੋਂ ਮੈਂ ਟਾਸਕ ਲਿਖ ਰਿਹਾ ਹੁੰਦਾ। ਹਾਂਜੀ, ਤਾਂ ਕੀ ਕਹਿੰਦੇ ਜੀ, ਬਟ ਇਹਦੇ ਵਿੱਚ ਇੱਕ ਮੈਂ ਬੜੀ ਵਧੀਆ ਲੈਵਲ ਦੀ ਕ੍ਰੀਏਟੀਵਿਟੀ ਸਮਝਦਾ ਉਹਨਾਂ ਜੀ। ਕਿਹੜੀ? ਤੁਸੀਂ ਆਹ ਵਾਲਾ ਜਿਹੜਾ ਫਾਰਮੂਲਾ ਵਾ, ਇਹ ਇੱਕ ਜਸਟ ਫਾਰਮੂਲਾ ਸੀਗਾ। ਹੁਣ ਆਪਾਂ ਇਹਨੂੰ ਪ੍ਰੈਕਟੀਕਲ ਰੀਅਲ ਲਾਈਫ ਦੇ ਵਿੱਚ ਕਨਵਰਟ ਕਰਨਾ ਵਾ। ਤੁਸੀਂ ਆਪਣੀ ਰਾਈਟਿੰਗ ਦੇ ਵਿੱਚ ਜ਼ਿਆਦਾ ਇੰਨੀ ਕੰਪਲੈਕਸਿਟੀ ਨਹੀਂ ਸੋਚਦੇ ਹੁੰਦੇ। ਫੋਰ ਐਗਜ਼ਾਮਪਲ ਤੁਸੀਂ ਇੱਕ ਥਾਟ ਸੋਚਦੇ ਹੋ, ਉਹ ਥਾਟ ਦੇ ਵਿੱਚ ਤੁਹਾਡਾ ਇਦਾਂ ਨਹੀਂ ਹੁੰਦਾ ਕਿ ਮੇਰਾ ਰਿਲੇਟਿਵ ਪ੍ਰਨਾਊਨ ਤੋਂ ਬਾਅਦ ਚੋਂ ਵਰਬ ਲੱਗੀ ਪਈ ਹੋਊਗੀ, ਆ ਇਦਾਂ ਹੋਊਗਾ ਇਦਾਂ ਹੋਊਗਾ। ਆਪਾਂ ਜਿਹੜੀ ਹੁਣ ਚੀਜ਼ ਕਰਨ ਜਾ ਰਹੇ ਹਾਂ ਉਹ ਕਿਹੜੀ ਆ? ਉਹਦੇ ਵਿੱਚ ਗ੍ਰਾਮੈਟਿਕਲ ਸਟਰਕਚਰ ਆਪਣੇ ਬ੍ਰੇਨ ਦੇ ਵਿੱਚ ਪਹਿਲਾਂ ਹੀ ਹੈਗੀ ਆ। ਹੁਣ ਆਪਾਂ ਉਹਦੇ ਵਿੱਚ ਵਰਡਿੰਗ ਪਾਉਣੀ ਆ ਤਾਂ ਕਿ ਉਹਦੀ ਕੋਈ ਸੈਂਸ ਨਿਕਲ ਸਕੇ। ਤੇ ਕੀ ਕਿਹਾ ਜੀ ਆਪਾਂ ਇਹਨੂੰ ਕਹਿ ਦਿੰਦੇ ਹਾਂ ਜੀ the north part of city which was not developed fully developed in 2014 has been planned to upgrade
in nearby future। ਹਾਂਜੀ ਇੱਥੇ ਧਿਆਨ ਨਾਲ ਦੇਖਿਓ ਜੀ, ਵੈਸੇ ਥੋੜੀ ਜਿਹੀ ਜਿਹੜੇ ਹਿਸਾਬ ਨਾਲ ਆਪਾਂ ਸੋਚੀ ਸੀਗੀ ਉਦੋਂ ਥੋੜੀ ਜਿਹੀ ਹੋਰ ਤਰੀਕੇ ਨਾਲ ਬਣੀ ਹੈ। ਚਲੋ ਕੋਈ ਨਾ ਦੇਖਦੇ ਹਾਂ। ਆਪਣਾ ਮੇਨ ਮੋਟਿਵ ਇੱਥੇ ਸੀਗਾ ਕਿ ਜਿਹੜੀ ਰੈਲੇਟਿਵ ਪ੍ਰਨਾਊਨ ਦੇ ਵਿੱਚ ਵਰਬ ਆਉਂਦੀ ਹੈ ਜੀ, ਜਿਹੜੀ ਰੈਲੇਟਿਵ ਪ੍ਰਨਾਊਨ ਦੇ ਵਿੱਚ ਵਰਬ ਆਉਂਦੀ ਹੈ ਜੀ, ਤਾਂ ਆਪਾਂ ਇੱਥੇ ਕੀ ਕਰਦੇ ਹਾਂ ਜੀ, ਧਿਆਨ ਨਾਲ ਦੇਖਿਓ। ਮੈਂ ਇੱਥੋਂ ਨੋਟ ਕਰਤਾ ਜੀ, ਜੀ। ਤੇ ਇੱਥੇ ਹੁਣ ਕੀ ਹੋਇਆ ਜੀ, ਹੁਣ ਧਿਆਨ ਨਾਲ ਦੇਖੋ। ਜਿਹੜੀ ਆਪਾਂ ਹੁਣੀ ਚੀਜ਼ ਸੋਚੀ ਸੀਗੀ, ਦੇਖੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਨੂੰ ਦੱਸਿਆ ਗਿਆ ਸੀ ਕਿ ਜੀ ਸਬਜੈਕਟ ਆਉਂਦਾ ਤੇ ਸਬਜੈਕਟ ਤੋਂ ਬਾਅਦ ਚੋਂ ਆਪਾਂ ਨੂੰ ਦੱਸਿਆ ਗਿਆ ਕਿ ਜੀ ਡਾਇਰੈਕਟਲੀ ਆਉਂਦੀ ਹੁੰਦੀ ਆ ਉਹ ਚੀਜ਼ ਦੀ ਵਰਬ। ਚਲੋ ਆਪਾਂ ਜਾ ਕੇ ਦੇਖਦੇ ਹਾਂ ਜੀ। ਸਬਜੈਕਟ ਕੀ ਸੀਗਾ ਜੀ, ਸਬਜੈਕਟ ਸੀਗਾ ਦਾ ਨਾਰਥ ਪਾਰਟ। ਹੁਣ ਦੇਖੋ ਨਾਰਥ ਪਾਰਟ ਜਿਹੜਾ ਹੈਗਾ ਉਹ ਤੁਹਾਡਾ ਸਬਜੈਕਟ ਆ ਜੀ। ਸਬਜੈਕਟ ਤੋਂ ਬਾਅਦ ਚੋਂ ਲੱਗਣੀ ਚਾਹੀਦੀ ਸੀਗੀ ਵਰਬ, ਤੇ ਮੈਂ ਦੇਖਿਆ ਕਿ ਜੀ ਇਹਨਾਂ ਨੇ ਇੱਕ ਪ੍ਰੈਪੋਜੀਸ਼ਨ ਲਾਤੀ ਜੀ ਆਫ। ਇਹਨਾਂ ਨੇ ਦੱਸ ਵੀ ਦਿੱਤਾ ਵੀ ਉਹ ਨਾਰਥ ਪਾਰਟ ਹੈ ਕਿਹਦਾ। ਇਹਦਾ ਮਤਲਬ ਗਾਂ ਵਾਲਾ ਵਰਡ ਵੀ ਮੈਨੂੰ ਆਪਣੇ ਸਬਜੈਕਟ ਦੇ ਵਿੱਚ ਹੀ ਗਿਣਨਾ ਪੈਣਾ ਵਾ ਜੀ। ਤੇ ਆਹ ਕੁੱਲ ਮਿਲਾ ਕੇ ਸਾਰਾ ਕੀ ਹੋ ਗਿਆ, ਤੁਹਾਡਾ ਸਬਜੈਕਟ ਹੋ ਗਿਆ ਜੀ। ਆਹ ਤੁਹਾਡਾ ਸਬਜੈਕਟ ਹੋ ਗਿਆ ਜੀ। ਧਿਆਨ ਨਾਲ ਦੇਖਿਓ, ਤੁਹਾਡਾ ਸਬਜੈਕਟ ਵੈਸੇ ਇਕੱਲਾ ਨਾਰਥ ਪਾਰਟ ਸੀਗਾ, ਤੇ ਤੁਹਾਡਾ ਸਬਜੈਕਟ ਇੱਥੇ ਦੋ ਹੈ ਜੀ। ਐਕਚੁਅਲ ਦੇ ਵਿੱਚ ਤੁਹਾਡੇ ਸਬਜੈਕਟ ਦੇ ਵਿੱਚ ਵੀ ਇੱਕ ਪ੍ਰੈਪੋਜੀਸ਼ਨ ਜੁੜੀ ਹੋਈ ਹੈ ਜੀ। ਹੁਣ ਇੱਥੇ ਲੈਂਗੁਏਜ ਕੀ ਕਹਿੰਦੀ ਹੁੰਦੀ ਆ, ਕਹਿੰਦੇ ਜੀ ਗਾਂ ਜਾ ਕੇ ਜੇ ਕੋਈ ਵਰਬ ਲੱਗੀ, ਮੰਨ ਕੇ ਚੱਲੋ ਗਾਂ ਜਾ ਕੇ ਜੇ ਕੋਈ ਵਰਬ ਲੱਗੀ ਤਾਂ ਕਹਿੰਦੇ ਜੀ ਉਹ ਵਰਬ ਤੁਹਾਡੀ ਸਿਟੀ ਲਈ ਨਹੀਂ ਹੋਣੀਗੀ, ਉਹ ਵਰਬ ਤੁਹਾਡੀ ਨਾਰਥ ਪਾਰਟ ਲਈ ਹੋਊਗੀ। ਮੈਂ ਇੱਕ ਚੀਜ਼ ਤੁਹਾਨੂੰ ਨੋਟ ਕਰਵਾਉਣਾ ਜਿਹਦੇ ਨਾਲ ਤੁਹਾਡਾ ਉਹ ਪਹਿਲੇ ਨੰਬਰ ਵਾਲਾ ਟਰੂ ਆ ਜਿਹੜਾ ਉਹ ਗਲਤ ਹੋਇਆ ਸੀਗਾ ਜੀ। ਕਹਿੰਦੇ ਜੀ ਸਮ ਟਾਈਮ ਕੀ ਹੁੰਦਾ ਵਾ, ਸਬਜੈਕਟ ਤੁਹਾਡਾ ਦੋ ਨਾਉਨ ਨੂੰ ਇੱਕ ਪ੍ਰੈਪੋਜੀਸ਼ਨ ਜੋੜ ਰਹੀ ਹੁੰਦੀ ਹੈ ਜੀ। ਦੋ ਨਾਉਨਸ ਨੂੰ ਤੁਹਾਡੀ ਪ੍ਰੈਪੋਜੀਸ਼ਨ ਜੋੜ ਰਹੀ ਆ। ਅੱਛਾ ਗਾਂ ਜਾ ਕੇ ਤੁਹਾਡਾ ਵਰਬ ਆਇਆ ਜੀ, ਹੁਣ ਸਬਜੈਕਟ ਤੋਂ ਬਾਅਦ ਤੁਹਾਡੀ ਵਰਬ ਆਈ। ਲੈਂਗੁਏਜ ਦਾ ਕੀ ਕਹਿਣਾ ਵਾ ਜੀ, ਲੈਂਗੁਏਜ ਕਹਿੰਦੀ ਜਿਹੜੀ ਇਹ ਵਰਬ ਲਾਈ ਆ, ਜਿਵੇਂ ਅਸੀਂ ਗੋ ਵਰਬ ਲਾਈ ਆ, ਕਹਿੰਦੇ ਇਹ ਗੋ ਵਰਬ ਨੂੰ ਤੁਸੀਂ ਦੂਸਰੇ ਨਾਉਨ ਨਾਲ ਹੀ ਨਾ ਸਮਝ ਲਿਓ ਕਦੇ। ਇਹ ਜਿਹੜਾ ਗੋ ਆ ਇਹ ਅਸੀਂ ਪਹਿਲੇ ਦੇ ਲਈ ਲਾਇਆ ਵਾ। ਹੁਣ ਮੈਂ ਤੁਹਾਨੂੰ ਬੈਕ ਲੈ ਕੇ ਜਾਣਾ, ਜਿਹੜਾ ਤੁਸੀਂ ਸਾਰਿਆਂ ਨੇ ਟਰੂ ਕਿਹਾ ਸੀਗਾ, ਜਿਹੜੀ ਤੁਸੀਂ ਵੈਰੀਜ਼ ਵਰਬ ਦੇਖ ਰਹੇ ਹੋ ਅਕੋਰਡਿੰਗ ਟੂ ਲੈਂਗੁਏਜ ਕਹਿੰਦੇ ਜੀ ਤੁਸੀਂ ਇਹਨੂੰ ਫੂਡ ਵਾਲੀ ਨਾ ਸਮਝ ਲਿਓ। ਦੂਜੇ ਨੰਬਰ ਵਾਲੇ ਨਾਉਨ ਦੇ ਲਈ ਇਹ ਵਰਬ ਹੁੰਦੀ ਹੋਈ ਨਹੀਂ ਜੀ, ਇਹ ਹੁੰਦੀ ਆ ਪਹਿਲੇ ਵਾਲੇ ਵਾਸਤੇ। ਤੇ ਪਹਿਲਾਂ ਕੀ ਲਿਖਿਆ ਸੀ, ਪਹਿਲਾਂ ਲਿਖਿਆ ਸੀਗਾ ਜੀ ਵੇ। ਇਹਦਾ ਮਤਲਬ ਬਦਲਿਆ ਕੌਣ ਆ, ਬਦਲਦਾ ਕੌਣ ਆ, ਫੂਡ ਕਿ ਵੇ। ਉਹ ਡਿਸਾਈਡ ਕਰੂਗੀ ਕਿ ਵਰਬ ਕਿਹਦੀ ਆ। ਵਰਬ ਦਾ ਮੇਨ ਮਾਲਕ ਵੇ ਆ ਜੀ। ਇਹਦਾ ਮਤਲਬ ਰਾਸਤਾ ਬਦਲਿਆ ਵਾ, ਨਾ ਕਿ ਫੂਡ ਬਦਲਿਆ। ਤੇ ਫਾਰਮੂਲੇ ਨੂੰ ਨੋਟ ਕਰ ਲਿਓ ਜੀ, ਐਗਜ਼ਾਮੀਨਰ ਜਾਣਬੁੱਝ ਕੇ ਚੀਜ਼ਾਂ ਨੂੰ ਪਾਊਗਾ। ਤੇ ਹੁਣ ਦੇਖਿਓ ਜਿਹੜੀ ਇਹਨਾਂ ਨੇ ਇੱਥੇ, ਹੁਣ ਦੇਖਿਓ ਤੇ ਧਿਆਨ ਨਾਲ, ਦਾ ਨਾਰਥ ਪਾਰਟ ਆਫ ਸਿਟੀ, ਆ ਬਣਿਆ ਤਣਿਆ ਸਾਰਾ ਸਬਜੈਕਟ ਆ ਜੀ। ਸਾਰਾ ਸਬਜੈਕਟ ਵਿੱਚ ਕਿਉਂ ਗਿਣਨਾ ਪਿਆ, ਕਿਉਂਕਿ ਨਾਰਥ ਪਾਰਟ ਤੋਂ ਬਾਅਦ ਚੋਂ ਵਰਬ ਲੱਗਣੀ ਚਾਹੀਦੀ ਸੀਗੀ, ਬਟ ਇੱਕ ਪ੍ਰੈਪੋਜੀਸ਼ਨ ਸ਼ੁਰੂ ਹੋ ਗਈ ਜਿਹਦੇ ਕਰਕੇ ਮੈਨੂੰ ਦੋ ਵਰਡ ਸਬਜੈਕਟ ਦੇ ਵਿੱਚ ਹੋਰ ਸਿੱਟਣੇ ਪਏ। ਅੱਛਾ ਹੁਣ ਮੇਰਾ ਸਬਜੈਕਟ ਕੰਪਲੀਟ ਹੋ ਗਿਆ ਜੀ। ਹੁਣ ਮੇਰਾ ਬ੍ਰੇਨ ਸੋਚ ਰਿਹਾ ਵਾ ਕਿ ਜਿਵੇਂ ਕਿ ਆਪਾਂ ਨੂੰ ਦੱਸਿਆ ਗਿਆ ਬਚਪਨ ਤੋਂ ਕਿ ਹੁਣ ਤਾਂ ਇੱਕ ਪੱਕਾ ਵਰਬ ਆਊਗੀ ਜੀ। ਐਕਚੁਅਲ ਦੇ ਵਿੱਚ ਗਾਂ ਲਿਖਿਆ ਪਿਆ ਵਾ ਵਿੱਚ। ਹੁਣ ਵਿੱਚ ਤਾਂ ਵਰਬ ਹੈ ਹੀ ਨਹੀਂ ਜੀ। ਇਹਦਾ ਮਤਲਬ ਜਦੋਂ ਹੀ ਵਿੱਚ ਆਇਆ ਤਾਂ ਤੁਸੀਂ ਹੁਣ ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਸੋਚ ਲਿਆ ਕਰਨੀ ਜੀ ਸਾਰਿਆਂ ਨੇ। ਤੁਸੀਂ ਜੋ ਨਿੱਕੇ ਹੁੰਦਿਆਂ ਨੇ ਫਾਰਮੂਲਾ ਸੁਣਿਆ ਵਾ, ਸਮਝ ਲਓ ਇੱਥੇ ਹੁਣ ਉਹ ਗਲਤ ਹੋ ਜਾਣਾ। ਜਦੋਂ ਤੁਸੀਂ ਨਿੱਕੇ ਹੁੰਦਿਆਂ ਨੇ ਸੁਣਿਆ ਸੀਗਾ ਕਿ ਸਬਜੈਕਟ ਤੋਂ ਬਾਅਦ ਚੋਂ ਡਾਇਰੈਕਟਲੀ ਵਰਬ ਹੁੰਦੀ ਆ, ਤੁਸੀਂ ਇੱਕ ਚੀਜ਼ ਯਾਦ ਰੱਖਣੀ ਹਮੇਸ਼ਾ ਜੀ, ਜਦੋਂ ਤੁਹਾਡੇ ਸਬਜੈਕਟ ਤੋਂ ਬਾਅਦ ਚੋਂ, ਇੱਥੇ ਦੱਸ ਰਿਹਾ ਜੀ ਮੈਂ ਆਹ ਵਾਲੇ ਗੈਪ ਦੇ ਵਿੱਚ ਦੱਸ ਰਿਹਾ ਮੈਂ, ਜਿਹੜੀ ਚੀਜ਼ ਆਪਾਂ ਨੂੰ ਉੱਥੇ ਮਿਸ ਕਰਾਈ ਗਈ ਸੀਗੀ, ਆਹ ਵਾਲਾ ਗੈਪ ਕਹਿ ਰਿਹਾ, ਹਲੇ ਵਰਬ ਨਹੀਂ ਆਈ ਮੇਨ। ਜਦੋਂ ਤੁਹਾਡੇ ਸਬਜੈਕਟ ਤੋਂ ਬਾਅਦ ਚੋਂ ਜਾਂ ਤਾਂ ਵਿੱਚ ਲਾਇਆ ਪਿਆ ਹੋਵੇ ਜੀ, ਜਾਂ ਦੈਟ ਲਾਇਆ ਪਿਆ ਹੋਵੇ, ਜਾਂ ਹੂ ਲਾਇਆ ਪਿਆ ਹੋਵੇ, ਜਾਂ ਵੇਅਰ ਹੋਵੇ ਜੀ, ਜਾਂ ਵਾਈ ਹੋਵੇ ਜੀ, ਜਾਂ ਹਾਊ ਹੋਵੇ, ਜਦੋਂ ਵੀ ਇਹਨਾਂ ਸਾਰਿਆਂ ਵਰਡਸ ਦੇ ਵਿੱਚੋਂ ਕੋਈ ਵੀ ਵਰਡ ਤੁਹਾਡੇ ਸਬਜੈਕਟ ਤੋਂ ਬਾਅਦ ਚੋਂ ਆ ਗਿਆ ਤਾਂ ਸਮਝ ਲਓ ਕਿ ਤੁਹਾਡੀ ਜਿਹੜੀ ਆ ਵਰਬ ਆ ਇਹ ਬਹੁਤ ਦੂਰ ਜਾ ਵੜਨੀ ਆ। ਹੁਣ ਯਾਨੀ ਕਿ ਇਹ ਜੋ ਤੁਹਾਡੀ ਵਰਬ ਆ ਇਹ ਬਹੁਤ ਦੂਰ ਜਾ ਵੜਨੀ ਹੈ। ਤੇ ਜਿਹੜੀ ਹੁਣ ਤੁਸੀਂ ਇਹ ਵਾਲੇ ਵਰਡਸ ਤੋਂ ਬਾਅਦ ਤੋਂ ਪਹਿਲੇ ਨੰਬਰ ਤੇ ਵਰਬ ਦੇਖੋਗੇ ਉਹ ਤੁਹਾਡੇ ਸਬਜੈਕਟ ਦੀ ਹੋਣੀ ਹੋਈ ਨਹੀਂ। ਤੁਸੀਂ ਇੱਥੇ ਹੁਣ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜਾ ਸਿਟੀ ਦਾ ਨਾਰਥ ਪਾਰਟ ਸੀਗਾ ਵੀ ਕੀ ਕੰਮ ਕੀਤਾ ਉਹਨੇ ਜਾਂ ਕੀ ਕੰਮ ਹੋਇਆ, ਤੁਸੀਂ ਉਹ ਕੰਮ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਤੁਹਾਨੂੰ ਕਹਿੰਦਾ ਹੀ ਰਸਤੇ ਵਿੱਚ ਆਉਂਦਾ ਵਾ, ਹੁਣ ਰਿਲੇਟਿਵ ਪ੍ਰੋਨਾਉਨ ਵਿੱਚ ਆ ਗਿਆ। ਹੁਣ ਵਿੱਚ ਤੋਂ ਬਾਅਦ ਚੋਂ ਤੁਹਾਨੂੰ ਜਿਹੜੀ ਵੀ ਵਰਬ ਲੱਗੂਗੀ ਜੀ ਉਹ ਤੁਹਾਡੇ ਨਾਰਥ ਪਾਰਟ ਆਫ ਸਿਟੀ ਦੀ ਨਹੀਂ ਹੋਣੀ, ਉਹ ਵਰਬ ਹੋਊਗੀ ਵਿੱਚ ਦੀ। ਹੁਣ ਤੁਸੀਂ ਗਾਂ ਗਏ ਜੀ, ਹੁਣ ਤੁਸੀਂ ਜਾ ਕੇ ਦੇਖਿਆ
ਕਿ ਗਾਂ ਜਾ ਕੇ ਲਿਖਿਆ ਪਿਆ ਜੀ was ਤੋਂ ਬਾਅਦ ਚੋਂ developed ਲਿਖਿਆ ਪਿਆ। ਹੁਣ ਇੱਥੇ ਬੱਚਿਆਂ ਨੇ ਕੀ ਸਮਝ ਜਾਣਾ ਜੀ, ਇੱਥੇ ਬੱਚਿਆਂ ਨੇ ਸਮਝ ਜਾਣਾ ਕਿ ਆ developed ਜਿਹੜਾ ਹੈਗਾ ਵਾ ਇਹ north part ਦੀ verb ਆ। ਨਹੀਂ ਜੀ, ਇਹ verb ਤੁਹਾਡੀ relative pronoun ਦੀ ਐਂਦੀ ਐਂਦੀ। ਤੇ ਹੁਣ ਤੁਸੀਂ ਦੂਸਰੇ ਨੰਬਰ ਤੇ ਕੋਈ verb ਦੇਖਣੀ ਆ ਵੀ ਕੋਈ ਹੋਰ ਗਾਂ verb ਪਈ ਹੋਵੇ, ਤੇ ਉਹ ਗਾਂ ਵਾਲੀ verb ਤੁਹਾਡੀ ਕੀ ਹੋਊਗੀ ਜੀ, ਉਹ ਤੁਹਾਡੀ north part of city ਦੇ ਲਈ ਹੋਊਗੀ। ਚਲੋ ਜਾ ਕੇ ਦੇਖ ਜੀ, ਹੁਣ ਆਪਾਂ ਜਦੋਂ ਗਾਂ ਜਾਈ ਗਏ ਤਾਂ ਗਾਂ ਜਾ ਕੇ planned ਲਿਖਿਆ ਪਿਆ ਵਾ, ਯਾਨੀ ਕਿ ਆਹ ਵਾਲੀ verb ਤੁਹਾਡੀ ਕਿਹਦੀ ਹੈ ਜੀ, north part of city ਦੀ ਹੈ ਤੁਹਾਡੀ। ਤਾਂ ਹੁਣ ਆਪਾਂ ਇਹਨੂੰ sentence ਨੂੰ translate ਕਰਦੇ ਹਾਂ ਜੀ। ਕੀ ਕਹਿੰਦੇ, ਕਹਿੰਦੇ ਜੀ ਜਿਹੜਾ north part ਆ ਜੀ city ਦਾ, ਜਿਹੜਾ ਕਿ ਕਹਿੰਦੇ fully developed ਹੋ ਗਿਆ ਸੀਗਾ 2014 ਦੇ ਵਿੱਚ। ਹਾਲੇ ਤੱਕ ਇਹਦੀ verb ਨਹੀਂ ਆਈ ਮੇਨ, has been planned। ਹੁਣ ਪਲਾਨ ਕੀਤਾ ਜਾ ਚੁੱਕਾ ਵਾ। ਅੱਛਾ, ਪਲਾਨ ਕੀ ਕੀਤਾ ਜਾ ਚੁੱਕਾ ਵਾ, ਜਿਹੜਾ north part ਆ ਸਿਟੀ ਦਾ ਉਹਦੀ ਪਲੈਨਿੰਗ ਹੋ ਚੁੱਕੀ ਆ। ਕਾਹਦੀ ਪਲੈਨਿੰਗ ਹੋ ਚੁੱਕੀ ਆ ਕਿ ਉਹਨੂੰ ਅਪਗ੍ਰੇਡ ਕਰਨਗੇ ਹੁਣ ਨੀਅਰ ਬਾਈ ਫਿਊਚਰ ਦੇ ਵਿੱਚ। ਤਾਂ ਧਿਆਨ ਨਾਲ ਦੇਖੋ, ਜਿਹੜਾ ਰਿਲੇਟਿਵ ਪ੍ਰਨਾਊਨ ਦਾ ਟੁਕੜਾ ਹੁੰਦਾ ਵਾ ਤੁਹਾਡਾ, ਉਹਦੇ ਵਿੱਚ ਜਿਹੜੀ verb ਪਈ ਹੁੰਦੀ ਆ, ਤੁਸੀਂ ਉਹਨੂੰ ਕਦੇ ਵੀ ਸਬਜੈਕਟ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ। ਤਾਂ ਹੁਣ ਕੀ ਹੁੰਦਾ ਇੱਥੇ, ਹੁਣ ਇੱਥੇ ਇੱਕ ਹੋਰ ਚੱਕਰ ਪੈਂਦਾ ਜਿਹੜਾ ਮੇਨ ਜੀ, ਜਿਹਦੇ ਕਰਕੇ ਤੁਹਾਡੇ ਉੱਥੇ ਕਮ ਸੇ ਕਮ 2 ਕੁਐਸਚਨ ਗਲਤ ਹੋ ਸਕਦੇ ਆ ਜੀ। ਤੁਹਾਨੂੰ ਦੇਖਣ ਤੋਂ ਲੱਗੂਗਾ ਕਿ ਟ੍ਰਾਂਸਲੇਸ਼ਨ ਸਹੀ ਜਾ ਰਹੀ ਆ, ਟ੍ਰਾਂਸਲੇਸ਼ਨ ਗਲਤ ਹੋਊਗੀ ਜੀ। ਹੁਣ ਇੱਥੇ ਕੀ ਹੋਇਆ ਜੀ, ਚਲੋ ਹੁਣ ਤੁਸੀਂ ਇੱਕ ਯਾਨੀ ਕਿ ਨਵਾਂ ਕੰਸੈਪਟ ਸਿੱਖ ਲਿਆ। ਤੁਹਾਨੂੰ ਪਤਾ ਲੱਗ ਗਿਆ ਕਿ ਸਬਜੈਕਟ ਤੋਂ ਬਾਅਦ ਚੋਂ ਪਹਿਲੀ ਗੱਲ ਤਾਂ ਸਬਜੈਕਟ ਤੁਸੀਂ ਵੇਖਣਾ ਕਿ ਸਬਜੈਕਟ ਮੇਰਾ ਕਿੱਡਾ ਕੁ ਵੱਡਾ ਵਾ ਜੀ। ਸਮਟਾਈਮ ਸਬਜੈਕਟ ਹੀ ਬਹੁਤ ਲੰਮਾ ਲੈ ਗਏ ਹੋ, ਤੇ ਤੁਸੀਂ ਇਹਦੇ ਵਿੱਚੋਂ ਇਹ ਦੇਖਣਾ ਹੁੰਦਾ ਕਿ ਇਹ ਸਬਜੈਕਟ ਦੇ ਵਿੱਚੋਂ ਮੇਨ ਰਾਜਾ ਕੌਣ ਆ, ਕਿੰਗ ਕੌਣ ਆ ਇਹਦੇ ਵਿੱਚੋਂ ਜੀ, ਕਿਉਂਕਿ ਇਹ ਤਾਂ ਬਹੁਤ ਵੱਡਾ ਹੋ ਸਕਦਾ ਜੀ। ਮੰਨ ਕੇ ਚੱਲੋ ਆਪਾਂ ਕਹਿ ਦਈਏ ਜੀ, ਮੈਂ ਤੁਹਾਨੂੰ ਕਹਤਾ ਜੀ ਇੱਥੇ ਆਪਾਂ ਸਬਜੈਕਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ, ਜਿਹੜਾ ਕਾਫੀ ਥੋੜਾ ਜਿਹਾ ਵੱਡਾ ਹੋਵੇ ਜੀ। ਹਾਂਜੀ, ਮੈਂ ਤੁਹਾਨੂੰ ਕਹਤਾ ਜੀ ਦਾ ਲਾਸਟ evidence of ਕੋਈ ਵੀ ਚੀਜ਼ ਲੈ, ਜਾਣੀ ਕਿ ਮੈਟਾ ਗਲੂਕੋਜ਼ ਥਿਊਰੀ। ਚਲੋ ਜੀ ਆਹ ਆਪਾਂ ਲਿਖ ਲਿਆ ਜੀ, ਧਿਆਨ ਨਾਲ ਦੇਖਿਓ ਜੀ। ਤਾਂ ਆਹ ਤੁਹਾਡਾ ਬਣਿਆ ਤਣਿਆ ਸਬਜੈਕਟ ਆ। ਹੁਣ ਇਹਦੇ ਵਿੱਚ ਕੀ ਸੀਗਾ, ਦਾ ਲਾਸਟ ਐਵੀਡੈਂਸ ਤੁਹਾਡਾ ਮੇਨ ਸਬਜੈਕਟ ਹੋਣਾ ਸੀਗਾ, ਬਟ ਨਾਲ ਕਿਉਂਕਿ ਇਹਨਾਂ ਨੇ ਇੱਕ ਪ੍ਰੈਪੋਜੀਸ਼ਨ ਲਾਤੀ, ਪ੍ਰੈਪੋਜੀਸ਼ਨ ਤੋਂ ਬਾਅਦ ਚੋਂ ਵੀ ਜਿਹੜਾ ਮੈਟਾ ਗਲੂਕੋਜ਼ ਥਿਊਰੀ ਆ ਇਹ ਮੈਨੂੰ ਵਿੱਚ ਮੰਨਣਾ ਪੈਣਾ ਜੀ। ਹੁਣ ਸਾਰਾ ਹੁਣ ਤੁਹਾਡਾ ਬਣਿਆ ਤਣਿਆ ਸਬਜੈਕਟ ਆ ਜੀ ਸਾਰਾ ਐਡਾ ਵੱਡਾ। ਹੁਣ ਇਹਦੇ ਵਿੱਚ ਕੀ ਹੋਊਗਾ, ਇਹਦੇ ਵਿੱਚ ਮੇਨ ਦਿੱਕਤ ਕਿੱਥੇ ਪੈਣੀ ਹੈ, ਇਹਦੇ ਵਿੱਚ ਮੇਨ ਦਿੱਕਤ ਪੈਣੀ ਹੈ ਕਿ ਜਿਹੜੀ ਗਾਂ verb ਲਿਖੀ ਪਈ ਹੋਊਗੀ, ਬੱਚੇ ਨੇ ਉਹ ਥਿਊਰੀ ਦੀ ਸਮਝ ਲੈਣੀ ਹੈ। ਬੱਚੇ ਨੇ ਸਮਝਣਾ ਕਿ ਜੀ ਉਹ, ਹੁਣ ਧਿਆਨ ਨਾਲ ਦੇਖਿਓ ਇੱਥੇ ਮੈਂ ਤੁਹਾਨੂੰ ਕਹਿ ਰਿਹਾ, the last evidence of meta glucose theory was found in the mid 1990s when John visited to Japan। ਆ ਤੁਹਾਡਾ ਕੁਐਸਚਨ ਹੈ ਜੀ। ਲੈਂਗੁਏਜ ਆਪਾਂ ਰੀਡਿੰਗ ਵਾਲੀ ਲੈ ਕੇ ਚੱਲ ਰਹੇ ਹਾਂ ਜੀ, ਧਿਆਨ ਨਾਲ ਦੇਖਿਓ। ਕਹਿੰਦੇ ਜੀ ਦਾ ਲਾਸਟ ਐਵੀਡੈਂਸ ਆਫ ਮੈਟਾ ਗਲੂਕੋਜ਼ ਥਿਊਰੀ ਵਾਜ਼ ਫਾਊਂਡ ਇਨ ਦਾ, ਉਹ ਕਹਿੰਦੇ ਕਿ ਮੈਂ ਮਾਈਂਡ ਲਿਖਤਾ ਮਿਡ 1918, ਓਕੇ ਮਿਡ 1990 ਤੇ ਪਿੱਛੇ ਮੈਂ ਇੱਕ ਵਰਡ ਲਾਇਆ ਜੀ ਆਹ ਵਾਲਾ, ਜਿਹਦਾ ਮੀਨਿੰਗ ਮੈਂ ਤੁਹਾਨੂੰ ਪਿਛਲੇ 2 ਦਿਨਾਂ ਤੋਂ ਦੱਸ ਰਿਹਾ ਵਾਂ, ਇਹਦਾ ਮਤਲਬ ਕੀ ਹੁੰਦਾ ਜੀ। ਹੁਣ ਮੈਂ ਤੁਹਾਨੂੰ ਕੁਐਸਚਨ ਪਾਉਣ ਲੱਗਾ ਤੇ ਮੈਨੂੰ ਧਿਆਨ ਨਾਲ ਸਾਰਿਆਂ ਨੇ ਕੁਐਸਚਨ ਦੱਸਣਾ ਜੀ, ਜੋ ਕੀ ਹੋਊਗਾ ਜੀ, ਟਰੂ ਹੋਊਗਾ, ਫਾਲਸ ਹੋਊਗਾ ਜਾਂ ਫਿਰ ਨੋਟ ਗਿਵਨ ਹੋਊਗਾ। ਤੇ ਕੀ ਕਿਹਾ ਜੀ ਆਪਾਂ, ਮੈਂ ਤੁਹਾਨੂੰ ਕਿਹਾ ਜੀ ਇੱਥੇ ਤੁਹਾਡਾ ਕੁਐਸਚਨ ਹੈ ਜੀ, ਮੈਟਾ ਗਲੂਕੋਜ਼ ਥਿਊਰੀ was found when, ਹਾਂਜੀ ਪਹਿਲਾਂ ਆਪਾਂ ਟਾਈਮ ਲਿਖ ਦਿੰਦੇ, found in 1985 when John visit to Japan। ਮੈਂ ਪੈਰਾਫਰੇਜ਼ਿੰਗ ਵੀ ਨਹੀਂ ਕੀਤੀ, ਹਲੋ
ਤੁਹਾਨੂੰ wording ਦੇ ਵਿੱਚ ਬਹੁਤ ਸੌਖਾ ਬਣਾਤਾ ਹੈ। ਧਿਆਨ ਨਾਲ ਇੱਕ ਵਾਰੀ ਕੁਐਸਚਨ ਪੜ੍ਹਿਓ ਜੀ। ਕੁਐਸਚਨ ਪੜ੍ਹ ਕੇ ਫਿਰ ਮੈਨੂੰ ਦੱਸਿਓ ਕਿ ਇਹਦਾ ਆਨਸਰ ਆ ਜੋ ਕੀ ਹੈ ਜੀ, ਟਰੂ ਆ, ਫਾਲਸ ਆ ਜਾਂ ਨਾਟ ਗਿਵਨ ਹੈ। ਹਾਂਜੀ ਚਲੋ ਜੀ, ਮਿਊਟ ਤੋਂ ਖੋਲਦਾ ਮੈਂ ਤੁਹਾਨੂੰ। ਓਕੇ, ਕੀ ਹੋ ਸਕਦਾ ਜੀ? Not given. Not given है sir. Not given. Not given है. false not given sir, true है जी, ਟਰੂ ਹੈ ਜੀ। true ਜਿਹੜਾ ਬੱਚਾ ਟਰੂ ਸਮਝਦਾ ਵਾ ਮੈਨੂੰ ਲੱਗਦਾ ਉਹ ਫੇਰ ਜਿਹੜਾ ਆਹ ਵਾਲੀ ਚੀਜ਼ ਆ ਫਾਊਂਡ ਆ, ਇਹ ਫਾਊਂਡ ਕਿਹਦੇ ਲਈ ਲਾਇਆ ਜੀ, ਕਿਹਦੀ ਵਰਬ ਆ ਇਹ? Last evidence दिया sir. ਜਿਹੜਾ ਥਿਊਰੀ ਦਾ ਕਹਿੰਦੇ ਲਾਸਟ ਸਬੂਤ ਆ, ਉਹ ਕਿੱਥੋਂ ਮਿਲਿਆ ਸੀਗਾ? ਮਿਡ 1990s। ਇਹਦਾ ਮਤਲਬ ਕਿ ਜੇ ਆਪਾਂ ਇਹਨੂੰ ਕਨਵਰਟ ਕਰ ਲਈਏ ਦੂਜੂ 1990 1995. ਐਸ ਦਾ ਮਿਡ ਕੀ ਹੋ ਗਿਆ? 99 ਓਕੇ ਸੌਰੀ, ਆਪਾਂ ਇੱਥੇ ਨਾ ਮੈਂ ਥੋੜਾ ਰੋਂਗ ਹੋ ਗਿਆ, ਆਪਾਂ ਇੱਥੇ 1995 ਕਰ ਦਿੰਨੇ ਆ। ਠੀਕ ਹੈ ਜੀ, ਹੁਣ ਸਹੀ ਹੈ ਨਾ ਸਾਰਿਆਂ ਨੂੰ? ਹੁਣ ਇੱਕ ਵਾਰੀ ਦੱਸਿਓ ਮੈਨੂੰ ਕਿਉਂ ਹੁਣ ਕੀ ਹੋ ਸਕਦਾ ਹੈ? false है ਫਾਲਸ ਹੈ, ਫਾਲਸ ਹੈ। ਓਕੇ ਜੀ, ਫਾਲਸ। ਬਾਕੀ ਬੱਚੇ ਜਿਹੜੇ ਨਾਟ ਗਿਵਨ ਵਾਲੇ ਸੀਗੇ ਜੀ, Not given है sir. ਉਹ ਨਾਟ ਗਿਵਨ ਹੀ ਹੈ। ਠੀਕ ਹੈ ਜੀ, not given है sir Not given है. ਹਾਂਜੀ, ਹੁਣ ਧਿਆਨ ਨਾਲ ਪਹਿਲਾ ਵਾਲਾ Not not given. given ਬਣਿਆ ਸੀ ਨਾ। ਹਾਂਜੀ ਹੁਣ ਵੀ ਨਾਟ ਗਿਵਨ ਹੀ ਹੈ ਜੀ, Would be not given है. ਹੁਣ ਵੀ given ਨਾਟ ਹੀ ਹੈ। ਗਿਵਨ ਹੀ ਹੈ। ਡੋਂਟ ਵਰੀ, ਮੈਂ ਤੁਹਾਨੂੰ ਸਮਝਾਉਣਾ। ਅੱਛਾ, ਹੁਣ ਜਿਹੜੇ ਬੱਚੇ ਟਰੂ ਹੋਣੇ ਨੂੰ ਹਲੇ ਵੀ ਟਰੂ ਤੇ ਰੁਕੇ ਹੋਏ ਆ, ਉਹ ਟਰੂ ਇਹਨੂੰ ਤਾਂ ਸਮਝ ਰਹੇ ਆ ਜਿਹੜੀ ਆਪਾਂ ਹੁਣੀ ਪ੍ਰੋਬਲਮ ਦੇ ਬਾਰੇ ਗੱਲ ਕਰੀ ਜਾਂਦੇ ਆ ਜੀ, ਕਿ ਤੁਹਾਨੂੰ ਲੱਗ ਰਿਹਾ ਤੁਸੀਂ ਟ੍ਰਾਂਸਲੇਟ ਕਰ ਪਾ ਰਹੇ ਹੋ, ਐਕਚੁਅਲ ਦੇ ਵਿੱਚ ਨਹੀਂ ਹੋ ਰਹੀ। ਜਿਹੜਾ ਤੁਹਾਡਾ ਫਾਊਂਡ ਲਾਇਆ ਵਾ, ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡਾ ਜਿਹੜਾ ਸਭ ਤੋਂ ਵੱਡਾ ਸਬਜੈਕਟ ਆ, ਇਹ ਸਬਜੈਕਟ ਦਾ ਰਾਜਾ ਮੇਨ ਕੌਣ ਆ ਜੀ? ਤੁਸੀਂ ਕਹੋਗੇ ਜੀ ਪਹਿਲੇ ਨੰਬਰ ਤੇ ਜਿਹੜੀ ਚੀਜ਼ ਆ ਉਹਦੇ ਲਈ ਵੀ ਵਰਬ ਲੱਗੂਗੀ, ਬਾਅਦ ਚੋਂ ਜਿਹੜਾ ਸਬਜੈਕਟ ਮਰਜ਼ੀ ਹੋਵੇ ਜੀ। ਤਾਂ ਇਹਦਾ ਮਤਲਬ ਜਿਹੜਾ ਫਾਊਂਡ ਆ, ਕਿਉਂਕਿ ਰਿਲੇਟਿਵ ਪ੍ਰਨਾਊਨ ਇਹ ਚ ਕਿਤੇ ਨਹੀਂ ਆਇਆ ਜੀ। ਇਹ ਫਾਰਮੂਲਾ ਸੇਮ ਆ ਜਿਹੜੇ ਤੁਹਾਡੇ ਟੀਚਰ ਹੁਣ ਆਪਾਂ ਨੂੰ ਦੱਸਦੇ ਹੁੰਦੇ ਸੀਗੇ, ਕਿਉਂਕਿ ਇਹਦੇ ਵਿੱਚ ਰਿਲੇਟਿਵ ਪ੍ਰਨਾਊਨ ਨਹੀਂ ਆਇਆ ਤੇ ਡਾਇਰੈਕਟ ਸਬਜੈਕਟ ਤੋਂ ਬਾਅਦ ਚ ਵਰਬ ਆ ਗਈ ਡਾਇਰੈਕਟ। ਹੁਣ ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ। ਕਹਿੰਦੇ ਜਿਹੜਾ ਲਾਸਟ ਸਬੂਤ ਸੀਗਾ ਮੈਟਾ ਗਲੂਕੋਜ਼ ਥਿਊਰੀ ਦਾ, ਉਹ ਮਿਲਿਆ ਸੀਗਾ ਜੀ ਕਹਿੰਦੇ 1990 ਦੇ ਜਿਹੜੀ ਉਹ ਡੈਕੇਡ ਆ ਉਹਦੇ ਮਿਡ ਦੇ ਵਿੱਚ, ਜਦੋਂ ਜੌਨ ਕਹਿੰਦੇ ਜਾਪਾਨ ਗਿਆ। ਯਾਨੀ ਕਿ ਥਿਊਰੀ ਦਾ ਲਾਸਟ ਸਬੂਤ, ਇਹਦਾ ਮਤਲਬ ਕੀ ਨਿਕਲਿਆ? ਆ ਲਾਸਟ ਵਰਡ ਦਾ ਮੀਨਿੰਗ ਕੀ ਆ? ਅੱਛਾ, ਜੇ ਮੇਰੇ ਕੋਲੇ ਸਾਰੀ ਰੀਡਿੰਗ ਹੋਵੇ ਨਾ, ਕਿਉਂਕਿ ਇਹ ਆਪਾਂ ਹੁਣ ਬਣਾਈ ਆ ਲੈਣ ਆਪਣੇ ਕੋਲੋਂ, ਜੇ ਮੈਂ ਇਹਦੇ ਉੱਪਰ ਹੁਣ ਰੀਡਿੰਗ ਲਿਖਣ ਬਹਿ ਜਾ, ਮੰਨ ਕੇ ਚੱਲੋ ਆਪਣੀ ਕ੍ਰੀਏਟੀਵਿਟੀ ਯੂਜ਼ ਕਰਕੇ ਲਿਖਣ ਲੱਗ ਜਾ ਸਾਰੀ ਰੀਡਿੰਗ, ਤਾਂ ਤੁਹਾਡੇ ਵਿੱਚੋਂ ਕਿੰਨੇ % ਬੱਚੇ ਇਹ ਚੀਜ਼ ਨਾਲ ਮੰਨਦੇ ਆ ਕਿ ਸਰ ਤੁਸੀਂ ਲਾਸਟ ਵਰਡ ਲਿਖਿਆ ਨਾ, ਜਿਹੜਾ ਕਿ ਲਾਸਟ ਐਵੀਡੈਂਸ, ਇਹਦਾ ਮਤਲਬ ਜੀ ਤੁਹਾਡੀ ਰੀਡਿੰਗ ਦੇ ਵਿੱਚੋਂ ਪਹਿਲਾਂ ਵੀ 1-2 ਸਬੂਤਾਂ ਦੀ ਗੱਲ ਕੀਤੀ ਪਈ ਹੋਊਗੀ। ਯੈਸ ਔਰ ਨੋ? ਹਾਂਜੀ Yes sir. ਤੁਹਾਡੇ ਕੋਲ ਰੀਡਿੰਗ ਨਹੀਂ ਆਇਆ ਜੀ, ਇਹਨੂੰ ਤੁਸੀਂ ਮੈਜਿਕ ਕਹਿ ਸਕਦੇ ਹੋ ਨਾ। ਜਿਵੇਂ ਕਹਿੰਦੇ ਹੋ ਨਾ ਵੀ ਕਿਸੇ ਚੀਜ਼ ਨੂੰ ਬਿਨਾਂ ਦੇਖੇ ਜਾਂ ਬਿਨਾਂ ਪੜ੍ਹੇ ਸਮਝਣਾ। ਮੰਨ ਕੇ ਤੁਸੀਂ ਰੀਡਿੰਗ ਦੇ ਵਿੱਚੋਂ ਮੈਨੂੰ ਇੱਕ ਸਿੰਗਲ ਲਾਈਨ ਲੱਭ ਕੇ ਦਿਓ, ਉਹ ਸਿੰਗਲ ਲਾਈਨ ਦੇ ਵਿੱਚ ਜੇ ਕੋਈ ਏਦਾਂ ਦਾ ਵਰਡ ਮੈਂ ਫੜ ਲਿਆ ਤਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਦੀਆਂ ਤਾਂ ਵਾਲੀਆਂ ਲਾਈਨਾਂ ਕਿੱਦਾਂ ਦੀਆਂ ਹੋ ਸਕਦੀਆਂ ਵਾ। ਯੈਸ ਔਰ ਨੋ? ਹਾਂਜੀ yes sir ਹੁਣ ਤੁਸੀਂ ਰੀਡਿੰਗ ਦੇ ਵਿੱਚ ਮੈਨੂੰ ਇੱਕ ਲਾਈਨ ਕੱਢ ਕੇ ਲੈ ਗਏ ਸੀ ਜਿਹਦੇ ਵਿੱਚ ਲਿਖਿਆ ਲਾਸਟ ਸਬੂਤ। ਅੱਛਾ, ਮੈਂ 100% ਗਾਰੰਟੀ ਦਿੰਦਾ ਉਹ ਰੀਡਿੰਗ ਦੇ ਤਾਂ ਵਾਲੇ ਪੈਰਿਆਂ ਦੇ ਵਿੱਚ ਪੱਕਾ ਹੋਰ 2-3 ਸਬੂਤਾਂ ਦੀ ਗੱਲ ਕੀਤੀ ਪਈ ਹੋਊਗੀ ਜੀ। ਕਿਵੇਂ ਪਤਾ ਲੱਗਿਆ? ਲਾਸਟ ਵਰਡ ਦੇਖ ਕੇ ਲੱਗ ਗਿਆ ਨਾ ਪਤਾ ਜੀ। ਅੱਛਾ, ਜੇ ਤੁਹਾਡੇ ਸਾਹਮਣੇ ਮੈਂ ਇੱਕ ਲਾਈਨ ਕੱਢ ਕੇ ਰੱਖ ਦੇਵਾਂ ਜਿਹਦੇ ਵਿੱਚ ਲਿਖਿਆ ਹੋਵੇ ਥਰਡ ਸਟ੍ਰੈਟਜੀ, ਤਾਂ ਇਹ ਕਹਿਣ ਦੀ ਲੋੜ ਤਾਂ ਨਹੀਂ ਵੀ ਉਹ ਰੀਡਿੰਗ ਦੇ ਵਿੱਚ ਤਾਂ 2 ਹੋਰ ਸਟ੍ਰੈਟਜੀ ਲਿਖੀਆਂ ਪਈਆਂ ਹੋਣਗੀਆਂ। ਹਾਂਜੀ ਸਰ। ਠੀਕ ਹੈ ਜੀ। ਅੱਛਾ, ਇਹਦਾ ਮਤਲਬ ਕੀ ਨਿਕਲਿਆ? ਹੁਣ ਧਿਆਨ ਨਾਲ ਦੇਖਿਓ ਜੀ। ਉਹਨਾਂ ਨੇ ਤੁਹਾਨੂੰ ਕਿਹਾ ਜੀ ਜਿਹੜੀ ਥਿਊਰੀ ਦਾ ਲਾਸਟ ਸਬੂਤ ਆ, ਇਹਦਾ ਮਤਲਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਥਿਊਰੀ ਦੇ ਸਬੂਤਾਂ ਦੀਆਂ ਗੱਲਾਂ ਹੋਈ ਜਾਂਦੀਆਂ ਜੀ। ਜਿਹੜਾ ਕਹਿੰਦੇ ਉਹਦਾ ਲਾਸਟ ਸਬੂਤ ਸੀਗਾ ਉਹ ਆਪਾਂ ਨੂੰ 1990 ਦੀ ਡੈਕੇਡ ਦੇ ਮਿਡ ਦੇ ਵਿੱਚ ਮਿਲਿਆ ਜਦੋਂ ਜੌਨ ਜਾਪਾਨ ਗਿਆ। ਥਿਊਰੀ ਦੇ ਸਬੂਤ ਦੀ ਗੱਲ ਹੋਈ ਜਾਂਦੀ ਆ। ਤੁਹਾਡਾ ਕੁਐਸਚਨ ਕਹਿੰਦਾ ਜਿਹੜਾ ਮੈਟਾ ਗਲੂਕੋਜ਼ ਥਿਊਰੀ ਸੀਗੀ ਜੀ, ਉਹ 1995, ਯਾਨੀ ਕਿ ਸਾਲ ਤਾਂ ਸੇਮ ਹੋ ਗਿਆ, ਇਹਦੇ ਵਿੱਚ ਨਾ ਕਨਫਿਊਜ਼ ਹੋਇਓ ਜੀ। ਇਹਨਾਂ ਦੋਨਾਂ ਦਾ ਮਤਲਬ ਇੱਕੋ ਆ। ਆਲੋ ਮੈਂ ਇੱਥੇ ਵੀ ਸੇਮ ਹੀ ਕਰ ਦਿੰਦਾ, ਉਹਨਾਂ ਦੋਨਾਂ ਦਾ ਮਤਲਬ ਸੇਮ ਸੀਗਾ, ਕਿਉਂਕਿ ਆਪਾਂ ਤੁਹਾਨੂੰ ਟਾਈਮ 'ਚ ਨਹੀਂ ਕਨਫਿਊਜ਼ ਕਰਾਂਗੇ, ਆਪਣਾ ਕਨਸੈਪਟ ਹੋਰ ਚੱਲ ਰਿਹਾ। ਤਾਂ ਕਹਿੰਦੇ ਜਿਹੜੀ ਮੈਟਾ ਗਲੂਕੋਜ਼ ਥਿਊਰੀ ਸੀਗੀ ਉਹ 1995 ਦੇ ਵਿੱਚ ਜੌਨ ਨੇ ਫਾਊਂਡ ਕੀਤੀ ਸੀਗੀ ਜਾਪਾਨ ਦੇ ਵਿੱਚ। ਤਾਂ ਤੁਸੀਂ ਮੈਨੂੰ ਇਹ ਦੱਸੋ, ਥਿਊਰੀ ਜਿਹੜੀ ਹੈਗੀ ਆ ਜੀ ਉਹ ਜੌਨ ਨੇ ਜਾਪਾਨ ਦੇ ਵਿੱਚ ਫਾਊਂਡ ਕੀਤੀ ਆ
ਜਾਂ ਨਹੀਂ ਕੀਤੀ, ਆਪਾਂ ਨੂੰ ਕੀ ਪਤਾ ਵੀ ਉਹ ਥਿਊਰੀ ਕਿਹਨੇ ਬਣਾਈ ਆ, ਕਿਹਨੇ ਨਹੀਂ ਬਣਾਈ, ਜਾਂ ਕਦੋਂ ਫਾਊਂਡ ਹੋਈ। ਆਪਾਂ ਨੂੰ ਤੁਹਾਡੀ ਲੋਕੇਸ਼ਨ ਇਹ ਕਹਿ ਰਹੀ ਆ ਉਹ ਥਿਊਰੀ ਦਾ ਲਾਸਟ ਸਬੂਤ ਜੌਨ ਨੇ ਲੱਭਿਆ ਜੀ। ਅੱਛਾ ਤੁਸੀਂ ਮੈਨੂੰ ਇੱਥੇ ਕਿਹੜਾ ਸਟੂਡੈਂਟ ਕਹਿ ਰਿਹਾ ਕਿ ਸਰ ਜੌਨ ਨੇ ਥਿਊਰੀ ਲੱਭੀ ਆ, ਮੈਂ ਤੁਹਾਨੂੰ ਕਹਿ ਰਿਹਾ ਥਿਊਰੀ ਦਾ ਲਾਸਟ ਸਬੂਤ ਲੱਭਿਆ ਉਹਨੇ। ਤੁਹਾਨੂੰ ਪਤਾ ਥਿਊਰੀ ਕਿਹਨੇ ਲੱਭੀ ਹੈ ਜੀ, ਜਾਂ ਤੁਹਾਨੂੰ ਪਤਾ ਕਿ ਥਿਊਰੀ ਦੀ ਡਿਸਕਵਰੀ ਕਦੋਂ ਹੋਈ, ਕਿਹਨੇ ਕੀਤੀ, ਕਿਹੜੇ ਸਾਲ 'ਚ ਕੀਤੀ? ਹਾਂਜੀ ਨੋ ਸਰ। ਨਹੀਂ ਪਤਾ ਨਾ ਜੀ। ਤਾਂ ਨਹੀਂ। ਦੇਖੋ ਟਰੂ ਵਾਲਾ ਬੱਚਾ ਟਰੂ ਕਿਹੜੇ ਬੇਸਿਸ ਤੇ ਕਹਿ ਰਿਹਾ ਜੀ, ਕੋਈ ਨਾ ਕੋਈ ਲੌਜੀਕਲ ਰੀਜ਼ਨ ਦੱਸੋ ਨਾ ਮੈਨੂੰ। ਅੱਛਾ ਫਾਲਸ ਵਾਲੇ ਬੱਚੇ ਦੀ ਮੈਂ ਤੁਹਾਨੂੰ ਥਿੰਕਿੰਗ ਦੱਸਦਾ ਜੀ, ਫਾਲਸ ਵਾਲੇ ਬੱਚੇ ਦੀ। ਹਾਂਜੀ ਧਿਆਨ ਨਾਲ ਦੇਖਿਓ ਜੀ, ਮੈਂ ਤੁਹਾਨੂੰ ਫਾਲਸ ਵਾਲੇ ਬੱਚੇ ਦੀ ਥਿੰਕਿੰਗ ਦੱਸਦਾ। ਅੱਛਾ ਕੰਟਰਾਡਿਕਟ ਦਾ ਮੀਨਿੰਗ ਕੀ ਹੁੰਦਾ ਜੀ? ਜਦੋਂ ਆਪਾਂ ਕਹਿੰਦੇ ਜੀ ਕੋਈ ਚੀਜ਼ ਫਾਲਸ ਆ, ਕੋਈ ਚੀਜ਼ ਕੰਟਰਾਡਿਕਟ ਆ। ਅੱਛਾ ਸਭ ਤੋਂ ਸੌਖੇ ਲੈਵਲ ਦਾ ਕੁਐਸਚਨ ਪੁੱਛਦਾ ਜੀ, ਇਹ ਤਾਂ ਮੇਰੇ ਹਿਸਾਬ ਨਾਲ ਕਿਸੇ ਦਾ ਵੈਸੇ ਨਹੀਂ ਗਲਤ ਜਾਣਾ ਚਾਹੀਦਾ ਜੀ, ਕਿਉਂਕਿ ਇਹ ਫੀਲਡ ਚੋਂ ਹੀ ਬਾਹਰ ਆ ਜੀ। ਹਾਂਜੀ ਧਿਆਨ ਨਾਲ ਦੇਖਿਓ, ਉਹਨਾਂ ਨੇ ਤੁਹਾਨੂੰ ਇੱਥੇ ਕਿਹਾ ਜੀ ਕਿ 1995 ਦੇ ਵਿੱਚ ਰਾਮ ਜਿਹੜਾ ਸੀਗਾ ਜੀ, ਰਾਮ ਤੇ ਲੈ ਕੇ ਚੱਲੇ ਆ ਹੁਣ, ਸਹੀ ਹੋਣਾ ਚਾਹੀਦਾ ਜੀ ਸਾਰਿਆਂ ਦਾ। ਮੈਂ ਤੁਹਾਨੂੰ ਕਹਿ ਰਿਹਾ ਜੀ ਰਾਮ went to Rome, ਰਾਮ ਰੋਮ ਗਿਆ ਜੀ to complete his further study। 1995 ਦੇ ਵਿੱਚ ਰਾਮ ਆ ਜਿਹੜਾ ਜੀ ਰੋਮਨ ਗਿਆ ਆਪਣੀ ਫਰਦਰ ਸਟੱਡੀ ਕੰਪਲੀਟ ਕਰਨ ਦੇ ਲਈ। ਤੁਸੀਂ ਰੀਡਿੰਗ ਦੇ ਉੱਪਰ ਪਹੁੰਚੇ ਜੀ। ਰੀਡਿੰਗ ਤੁਹਾਨੂੰ ਕਹਿ ਰਹੀ ਹੈ ਜੀ 1995 ਦੇ ਵਿੱਚ ਜਿਹੜਾ the purpose of Ram to visit to Rome was to visit one of his high school friends। ਤੁਹਾਨੂੰ ਕੁਐਸਚਨ ਨੇ ਕਿਹਾ ਜੀ 1995 ਦੇ ਵਿੱਚ ਰਾਮ ਰੋਮ ਗਿਆ ਆਪਣੀ ਫਰਦਰ ਸਟੱਡੀ ਪੂਰੀ ਕਰਨ ਦੇ ਲਈ। ਤੁਹਾਨੂੰ ਰੀਡਿੰਗ ਕਹੀ ਜਾਂਦੀ ਜੀ 1995 ਦੇ ਵਿੱਚ ਰਾਮ ਰੋਮ ਗਿਆ ਆਪਣੇ ਹਾਈ ਸਕੂਲ ਦਾ ਕੋਈ ਫਰੈਂਡ ਸੀਗਾ ਉਹਨੂੰ ਮਿਲਣ ਦੇ ਲਈ ਜੀ, ਵੀ ਆਹ ਪਰਪਸ ਸੀਗਾ ਜੀ ਰਾਮ ਦਾ ਉੱਥੇ ਜਾਣ ਦਾ। ਕੁਐਸਚਨ ਕਹਿ ਰਿਹਾ ਜੀ ਉਹ ਆਪਣੀ ਫਰਦਰ ਸਟੱਡੀ ਕੰਪਲੀਟ ਕਰਨ ਦੇ ਲਈ ਗਿਆ ਸੀਗਾ ਜੀ, ਕੀ ਲਾਉਂਗੇ ਜੀ ਉਹਨੇ ਦੇ ਵਿੱਚ? ਫਾਲਸ ਹੈ ਸਰ। ਫਾਲਸ ਹੈ ਜੀ। ਹਾਂ ਨਾ, ਇਹ ਕੰਟਰਾਡਿਕਟ ਕੀਤਾ ਨਾ ਇੱਥੇ ਯੈਸ ਔਰ ਨੋ? ਅੱਛਾ ਧਿਆਨ ਨਾਲ ਦੇਖਿਓ, ਕੰਟਰਾਡਿਕਟ ਜਿਹੜੀ ਚੀਜ਼ ਕੀਤੀ ਹੈ। ਅੱਛਾ ਮੈਨੂੰ ਧਿਆਨ ਨਾਲ ਦੱਸੋ ਕਿ ਜਿਹੜਾ ਕੰਮ ਤੁਹਾਡੇ ਕੁਐਸਚਨ ਦੇ ਵਿੱਚ ਹੋ ਰਿਹਾ ਵਾ ਜੀ, ਯਾਨੀ ਕਿ ਰੋਮ ਨੂੰ ਜਾਣ ਦਾ, ਤੇ ਉਹ ਸੇਮ ਕੰਮ ਤੁਹਾਡੀ ਰੀਡਿੰਗ ਦੇ ਵਿੱਚ ਹੋ ਰਿਹਾ ਜੀ? ਯੈਸ ਔਰ ਨੋ? ਹਾਂਜੀ ਸਰ। ਇੱਥੇ ਨੋਟ ਕਰ ਲਿਓ ਜਿਹੜਾ ਕੰਮ ਹੋ ਰਿਹਾ, ਕੰਮ ਨੂੰ ਆਪਣੀ ਐਕਸ਼ਨ ਐਕਸ਼ਨ ਕਹਿ ਦਿੰਦੇ ਆ। ਐਕਸ਼ਨ ਆ ਜਿਹੜਾ ਉਹ ਕੀ ਹੈ ਜੀ? ਸੇਮ ਆ, ਦੋਨੇ ਪਾਸੇ ਐਕਸ਼ਨ ਜਿਹੜਾ ਉਹ ਸੇਮ ਹੋ ਰਿਹਾ ਜੀ। ਯੈਸ ਔਰ ਨੋ? ਹਾਂਜੀ। ਅੱਛਾ ਹੁਣ ਤੁਹਾਡਾ ਹਾਫ ਮੈਚ ਹੋ ਗਿਆ ਜੀ, ਤੁਹਾਡਾ ਜਾਨੀ ਕਿ 50% ਮੈਚ ਹੋ ਗਿਆ। ਅੱਛਾ ਤੁਹਾਡਾ ਕੁਐਸਚਨ ਕਹਿ ਰਿਹਾ ਜੀ ਕਿ ਉਹਦੇ ਜਾਣ ਦਾ ਜਿਹੜਾ ਪਰਪਸ ਸੀਗਾ ਉਹ ਸੀਗਾ ਜੀ ਸਟੱਡੀ, ਤੇ ਤੁਹਾਡੀ ਰੀਡਿੰਗ ਕਹਿ ਰਹੀ ਆ ਵੀ ਉਹਦੇ ਜਾਣ ਦਾ ਪਰਪਸ ਸੀਗਾ ਆਪਣੇ ਫਰੈਂਡ ਨੂੰ ਵਿਜ਼ਿਟ ਕਰਨਾ। ਅੱਛਾ ਕੰਮ ਜ਼ਰੂਰ ਹੋ ਰਿਹਾ ਵਾ ਬਟ ਪਰਪਸ ਦੋਨਾਂ ਦੇ ਵੱਖੋ ਵੱਖਰੇ ਆ ਜੀ, ਕੰਟਰਾਡਿਕਟ ਕਰ ਰਹੇ ਆ, ਯਾਨੀ ਕਿ ਕੁਐਸਚਨ ਝੂਠ ਮਾਰ ਰਿਹਾ ਵਾ, ਯੈਸ ਰੀਡਿੰਗ ਸੱਚ ਦੱਸ ਰਹੀ ਹੈ। ਤਾਂ ਇਹ ਕੀ ਹੋ ਗਿਆ ਹੁਣ? ਫਾਲਸ ਹੋ ਗਿਆ। ਇਹ ਹੁਣ ਕੰਟਰਾਡਿਕਟ ਕਰ ਗਿਆ, ਕੰਮ ਜ਼ਰੂਰ ਹੋਇਆ ਵਾ, ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ ਜੀ, ਅੱਛਾ ਕੰਮ ਹੋਇਆ, ਇੱਥੇ ਧਿਆਨ ਰੱਖਿਓ ਵੀ ਆਪਾਂ ਕਿਹਾ ਜਿਹੜਾ ਐਕਸ਼ਨ ਹੈ ਜੀ ਉਹ ਕੀ ਆ, ਕੀ ਕਿਹਾ ਸੀ ਇੱਥੇ ਆਪਾਂ? ਸੇਮ ਐਕਸ਼ਨ, ਵੀ ਰਾਮ ਰੋਮ ਗਿਆ ਵਾ। ਹੁਣ ਜਿਹੜੇ ਬੱਚੇ ਨੇ ਉੱਪਰ ਵਾਲੇ ਕੁਐਸਚਨ ਨੂੰ ਫਾਲਸ ਕਿਹਾ ਵਾ, ਹੁਣ ਧਿਆਨ ਨਾਲ ਦੇਖੋ ਉਹ ਬੱਚਾ ਫਾਲਸ ਕਿਉਂ ਕਹਿ ਰਿਹਾ ਜੀ, ਮੈਂ ਤੁਹਾਨੂੰ ਦੱਸਦਾ ਜੀ। ਜਿਹੜਾ ਬੱਚਾ ਫਾਲਸ ਕਹਿ ਰਿਹਾ ਜੀ, ਅੱਛਾ ਤੁਹਾਡਾ ਕੁਐਸਚਨ ਕਹਿ ਰਿਹਾ ਜੀ ਕਿ 1995 ਦੇ ਵਿੱਚ ਥਿਊਰੀ ਦਾ ਲਾਸਟ ਐਵੀਡੈਂਸ ਜਿਹੜਾ ਸੀਗਾ ਉਹ ਮਿਲਿਆ ਸੀਗਾ ਜੀ, ਲਾਸਟ ਐਵੀਡੈਂਸ। ਕੰਮ ਕੀ ਹੋ ਰਿਹਾ ਇਹਦੇ ਵਿੱਚ ਕੰਮ ਹੋ ਰਿਹਾ ਕਿ ਲਾਸਟ ਐਵੀਡੈਂਸ ਨੂੰ ਫਾਊਂਡ ਕਰਨ ਦੀ ਗੱਲ ਹੋ ਰਹੀ ਹੈ ਜੀ, ਇਹ ਤੁਹਾਡਾ ਕੰਮ ਹੋ ਰਿਹਾ ਜੀ। ਇਹਦੇ ਵਿੱਚ ਜੌਨ ਨੇ ਕੀਤਾ ਸੀ ਜਾਪਾਨ ਜਾ ਕੇ। ਤੁਹਾਡੀ ਰੀਡਿੰਗ ਕੀ ਕਹਿ ਰਹੀ ਹੈ ਜੀ? ਰੀਡਿੰਗ ਕਹਿ ਰਹੀ ਆ 1995 ਦੇ ਵਿੱਚ ਟਾਈਮ ਮੈਚ ਹੋਇਆ ਜੀ, ਤੇ ਬੱਚਾ ਖੁਸ਼ ਹੋ ਜਾਂਦਾ ਵੀ ਟਾਈਮ ਮੈਚ ਹੋਇਆ।
ਅੱਗੇ ਜਾ ਕੇ ਉਹਨਾਂ ਨੇ ਕਿਹਾ ਜੀ ਜਿਹੜੀ ਤੁਹਾਡੀ ਥਿਊਰੀ ਸੀਗੀ ਜੀ ਉਹ ਫਾਊਂਡ ਹੋਈ ਸੀਗੀ ਜੀ, ਥਿਊਰੀ ਫਾਊਂਡ ਹੋਈ ਸੀਗੀ ਜਦੋਂ ਜੌਨ ਕੀ ਕੀਤਾ ਸੀ, ਜੌਨ ਨੇ ਵਿਜ਼ਿਟ ਕੀਤਾ ਸੀਗਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਕੁਐਸਚਨ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਵਾ ਉਹ ਕੰਮ ਕਿਹੜਾ ਹੋ ਰਿਹਾ ਕਿ ਲਾਸਟ ਸਬੂਤ ਮਿਲਣ ਵਾਲਾ ਕੰਮ ਹੋ ਰਿਹਾ ਵਾ। ਤੁਹਾਡੀ ਰੀਡਿੰਗ ਦੇ ਵਿੱਚ ਕੰਮ ਕਿਹੜਾ ਹੋ ਰਿਹਾ ਵਾ, ਤੁਹਾਡੀ ਜਿਹੜੀ ਥਿਊਰੀ ਆ, ਤੁਹਾਡੀ ਥਿਊਰੀ ਨੂੰ ਫਾਊਂਡ ਹੋਣ ਦੀ ਗੱਲ ਹੋ ਰਹੀ ਆ। ਤਾਂ ਧਿਆਨ ਨਾਲ ਦੱਸੋ ਜਿਹੜੇ ਦੋਨੇ ਇਹ ਕੰਮ ਆ ਜੀ ਇਹ ਇੱਕ ਦੂਜੇ ਨੂੰ ਕੰਟਰਾਡਿਕਟ ਕਰ ਰਹੇ ਆ ਕਿ ਇਹ ਦੋਨੇ ਕੰਮ ਅੱਡੋ ਅੱਡ ਆ ਜੀ। ਇੱਕ ਦੂਜੇ ਨੂੰ ਕੰਮ ਕੰਟਰਾਡਿਕਟ ਕਦੋਂ ਕਰਦਾ ਹੁੰਦਾ, ਉਹਨੇ ਆਪਣੀ ਫਾਈਲ ਸਬਮਿਟ ਕਰਵਾਤੀ ਸੀ, ਉਹ ਕਹਿ ਰਿਹਾ ਜੀ ਨਹੀਂ ਹੈਲਥ ਪ੍ਰੋਬਲਮ ਕਰਕੇ ਉਹ ਸਬਮਿਟ ਕਰਾਉਣ ਤੋਂ ਰਹਿ ਗਿਆ ਸੀਗਾ, ਯਾਨੀ ਕਿ ਸਬਮਿਟ ਕੰਮ ਹੋ ਰਿਹਾ, ਕੰਟਰਾਡਿਕਟ ਕਿਵੇਂ ਕਰ ਰਿਹਾ ਵਾ, ਉਧਰ ਲਿਖਿਆ ਪਿਆ ਕਿ ਉਹ ਹੋਇਆ, ਰੀਡਿੰਗ ਕਹਿੰਦੀ ਉਹ ਨਹੀਂ ਹੋਇਆ। ਜਿਹੜਾ ਤੁਹਾਡੇ ਸਾਹਮਣੇ ਕੁਐਸਚਨ ਲਿਖਿਆ ਪਿਆ ਇਹਦੇ ਵਿੱਚ ਕੁਐਸਚਨ ਕਹਿ ਰਿਹਾ ਜੀ ਕੰਮ ਇੱਕ ਹੋਰ ਆ, ਤੁਹਾਡੀ ਰੀਡਿੰਗ ਕਹਿ ਰਹੀ ਹੈ ਜੀ ਕੰਮ ਹੋਰ ਆ ਜੀ। ਇਹ ਕੰਮ ਇੱਕ ਦੂਜੇ ਨੂੰ ਕੰਟਰਾਡਿਕਟ ਕਰ ਰਿਹਾ ਕਿ ਦੋਨਾਂ ਦਾ ਇੱਕ ਦੂਜੇ ਨਾਲ ਲੈਣਾ ਦੇਣਾ ਹੀ ਨਹੀਂ ਜੀ ਕੋਈ? ਅਲੱਗ-ਅਲੱਗ ਹੈ ਸਰ। ਅਲੱਗ-ਅਲੱਗ ਕੰਮ ਆ ਜੀ। ਹੁਣ ਇੱਥੇ ਫਿਰ ਇਹ ਫਾਲਸ ਕਿਵੇਂ ਹੋ ਗਿਆ ਜੀ? ਇਹ ਕੰਟਰਾਡਿਕਟ ਕਿਵੇਂ ਕਰ ਗਿਆ? ਕੰਟਰਾਡਿਕਟ ਥੋੜੋ ਕੀਤਾ ਜੀ। ਕੰਟਰਾਡਿਕਟ ਕਦੋਂ ਹੋਣਾ ਸੀਗਾ? ਤੁਹਾਡੀ ਜਿਹੜੀ ਕੁਐਸਚਨ ਕਹਿ ਰਿਹਾ ਕਿ ਜੀ 1995 ਦੇ ਵਿੱਚ, ਧਿਆਨ ਨਾਲ ਦੇਖਿਓ, ਤੁਹਾਡਾ ਕੁਐਸਚਨ ਕਹਿ ਰਿਹਾ ਕਿ 1995 ਦੇ ਵਿੱਚ ਆ ਜਿਹੜੀ ਜੀ ਉਹ ਥਿਊਰੀ ਫਾਊਂਡ ਹੋਈ ਸੀਗੀ ਜੀ। ਤੁਸੀਂ ਰੀਡਿੰਗ ਵਿੱਚ ਜਾ ਕੇ ਦੇਖਿਆ ਉਹਨਾਂ ਨੇ ਤੁਹਾਨੂੰ ਕਿਹਾ ਜੀ ਥਿਊਰੀ ਫਾਊਂਡ ਹੋਈ ਸੀਗੀ ਬਟ 1669 ਦੇ ਵਿੱਚ ਹੋਈ ਸੀਗੀ। ਹੁਣ ਦੱਸੋ ਵੀ ਕੰਮ ਸੇਮ ਹੋ ਰਹੇ ਆ, ਸਾਲ ਡਿਫਰੈਂਟ, ਹੁਣ ਨਹੀਂ ਕੰਟਰਾਡਿਕਟ ਕੀਤਾ? ਹੁਣ ਕੰਟਰਾਡਿਕਟ ਹੋਇਆ ਬਣੇ ਰਹੇ। ਬਿਲਕੁਲ ਨੋਟ ਗਿਵਨ ਹੈ ਉੱਪਰ ਕਰਕੇ ਤਾਂ ਆਪਾਂ ਨੂੰ ਹੁਣੀ ਹਾਂਜੀ ਅੱਗੇ ਪਤਾ ਜੀ। ਅੱਛਾ ਕੰਟਰਾਡਿਕਟ ਕਦੋਂ ਕਰੂਗਾ? ਤੁਹਾਡੀ ਕੁਐਸਚਨ ਕਹਿ ਰਿਹਾ ਜੀ ਕਿ ਜਿਹੜੀ ਥਿਊਰੀ ਦੀ ਡਿਸਕਵਰੀ ਹੋਈ ਸੀ 1995 ਵਿੱਚ ਹੋਈ ਸੀਗੀ, ਤੁਹਾਡਾ ਕੁਐਸਚਨ ਕਹਿ ਰਿਹਾ ਵਾ ਤੇ ਤੁਹਾਡੀ ਰੀਡਿੰਗ ਕੀ ਕਹਿ ਰਹੀ ਆ ਕਿ ਜਿਹੜੀ ਥਿਊਰੀ ਦੀ ਡਿਸਕਵਰੀ ਆ ਉਹ 1969 ਚ ਹੋਈ ਸੀਗੀ। ਹੁਣ ਦੱਸੋ ਵੀ ਕੰਮ ਤਾਂ ਸੇਮ ਹੋ ਰਹੇ ਆ ਨਾ ਥਿਊਰੀ ਦੀ ਡਿਸਕਵਰੀ ਨੂੰ ਲੈ ਕੇ, ਬਟ ਸਾਲ ਇੱਕ ਦੂਜੇ ਨੂੰ ਕੀ ਕਰ ਗਏ ਜੀ? ਗਲਤ ਆ ਜੀ, ਕੁਐਸਚਨ ਗਲਤ ਸਾਲ ਕਹਿ ਰਿਹਾ, ਰੀਡਿੰਗ ਸਹੀ ਸਾਲ ਕਰੀ, ਹੁਣ ਇਹ ਫਾਲਸ ਹੋਣਾ ਜੀ। ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਇਹ ਚੀਜ਼ ਦਾ ਧਿਆਨ ਰੱਖਣਾ ਜੀ। ਫਾਲਸ ਹੋ ਗਿਆ, ਨੋਟ ਗਿਵਨ ਹੋ ਗਿਆ, ਰਿਲੇਟਿਵ ਪ੍ਰੋਨਾਊਨ ਹੋ ਗਿਆ ਜੀ, ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਆ ਕਰੋ। ਕਿਉਂਕਿ ਦੇਖੋ ਤੁਹਾਡੇ ਸਾਹਮਣੇ ਹੀ ਸੀਗੇ ਜਿਹੜੇ ਤੁਹਾਡੇ ਵਿੱਚੋਂ ਬੱਚੇ ਕੀ ਦਾਵਾ ਕਰਦੇ ਆ ਕਿ ਸਰ ਮੈਂ ਟ੍ਰਾਂਸਲੇਸ਼ਨ ਰੋਜ਼ ਕਰਦਾ ਵਾਂ। ਦੇਖੋ ਟ੍ਰਾਂਸਲੇਸ਼ਨ ਤੁਸੀਂ ਰੋਜ਼ ਕਰਦੇ ਹੋ, ਬਹੁਤ ਵਧੀਆ ਗੱਲ ਹੈ ਜੀ। ਮੈਂ ਇੱਕ ਚੀਜ਼ ਜੋ ਰੀਅਲਾਈਜ਼ ਕੀਤੀ ਥੋੜੇ ਜਿਹੇ ਟਾਈਮ ਪਹਿਲਾਂ ਦੀ ਗੱਲ ਆ, ਇੱਕ ਸਟੂਡੈਂਟ ਸੀਗਾ ਜੀ ਤੇ ਉਹ BP1 ਦੀ ਸਟਾਰਟਿੰਗ ਤੇ ਜੋ ਸੈਂਟੈਂਸ ਲਿਖਦਾ ਹੁੰਦਾ ਸੀ ਹਰੇਕ ਵਾਰੀ ਉਹ ਗ੍ਰਾਮੈਟਿਕਲੀ ਰੋਂਗ ਹੁੰਦਾ ਸੀਗਾ ਜੀ। ਮੈਂ ਰੋਜ਼ ਉਹਦਾ ਦੈਟ ਕੱਟਦਾ ਹੁੰਦਾ ਸੀਗਾ ਇੱਥੋਂ ਤੇ ਦੈਟ ਨੂੰ ਮੈਂ ਜਾ ਕੇ ਹੋਰ ਪਲੇਸ ਤੇ ਲਾਉਂਦਾ ਹੁੰਦਾ ਸੀਗਾ ਜੀ ਅੱਗੇ, ਤੇ ਉੱਥੇ ਮੈਂ ਕੋਈ ਹੈਲਪਿੰਗ ਵਰਬ ਵਗੈਰਾ ਰੱਖ ਦਿੰਦਾ ਹੁੰਦਾ ਸੀ, ਏਦਾਂ ਦੀ ਕੋਈ ਮਿਸਟੇਕ ਸੀਗੀ। ਦੂਸਰੇ ਦਿਨ ਉਹ ਬੱਚਾ ਫੇਰ ਉਹ ਸੇਮ ਲਾਈਨ ਲਿਖ ਕੇ ਲਿਆਉਂਦਾ ਸੀ, ਮੈਂ ਫੇਰ ਉਹਦਾ ਉੱਥੋਂ ਦੈਟ ਕੱਟਦਾ ਹੁੰਦਾ ਸੀਗਾ ਜੀ, ਉਹਨੂੰ ਦੈਟ ਕੱਟ ਕੇ ਮੂਹਰੇ ਲੈ ਕੇ ਜਾਂਦਾ ਹੁੰਦਾ ਸੀ, ਉੱਥੇ ਮੈਂ ਕੌਮਾ ਲਾਉਂਦਾ ਹੁੰਦਾ ਸੀਗਾ ਜੀ। ਤੇ ਜਿਹੜੀ ਇਹ ਚੀਜ਼ ਹੈ ਕਮ ਸੇ ਕਮ ਯਾਨੀ ਕਿ 15 ਤੋਂ 20 ਦਿਨ ਚੱਲੀ ਜੀ, ਤੇ ਉਹਦੇ ਸੇਮ ਸਟਰਕਚਰਲ ਪ੍ਰੋਬਲਮ ਹੈ ਜੀ। ਹੁਣ ਤੁਸੀਂ ਮੈਨੂੰ ਇਹ ਚੀਜ਼ ਦਾ ਆਨਸਰ ਦਿਓ ਵੀ ਰੋਜ਼ ਲਿਖਣਾ ਮੈਟਰ ਕਰਦਾ ਵਾ ਕਿ ਤੁਸੀਂ ਰੋਜ਼ ਆਪਣੀ ਰਾਈਟਿੰਗ ਨੂੰ ਪੋਲਿਸ਼ ਕਰ ਰਹੇ ਹੋ, ਸਟਰਕਚਰਲੀ ਉਹਨੂੰ ਸਹੀ ਕਰ ਰਹੇ ਹੋ ਵੀ ਮੈਂ ਜਿਹੜੀ ਇਹ ਚੀਜ਼ ਹੈ ਇੱਥੇ ਲਾਈ ਸੀ ਇਹ ਗਲਤ ਆ, ਨੈਕਸਟ ਡੇ ਤੁਹਾਡੀ ਉਹ ਮਿਸਟੇਕ ਜੇ ਤਾਂ ਰੁਕ ਰਹੀ ਆ ਇਹਦਾ ਮਤਲਬ ਤੁਸੀਂ ਇੰਪਰੂਵਮੈਂਟ ਕਰ ਰਹੇ ਹੋ ਜੀ। ਜੇ ਤੁਹਾਡੀ ਕੱਲ ਵਾਲੀ ਮਿਸਟੇਕ ਫਿਰ ਅੱਜ ਹੈਪਨ ਹੋ ਰਹੀ ਆ, ਇਹਦਾ ਮਤਲਬ ਜੋ ਮਿਸਟੇਕ ਤੁਸੀਂ ਕੱਲ ਕੀਤੀ ਸੀਗੀ ਸੇਮ ਮਿਸਟੇਕ ਹੀ ਤੁਸੀਂ ਅੱਜ ਕੀਤੀ ਹੈ ਜੀ। ਇਹਦਾ ਮਤਲਬ ਸਾਈਕੋਲੋਜੀਕਲ ਲੈਵਲ ਤੇ ਇੰਪਰੂਵਮੈਂਟ ਦੇ ਲੈਵਲ ਤੇ ਤੁਹਾਡੇ ਵਿੱਚ 0% ਚੇਂਜ ਹੈ ਜੀ। ਤੇ ਬਾਅਦ ਚੋਂ ਤੀਜਾ ਦਿਨ ਆਇਆ ਤੁਸੀਂ ਫਿਰ ਮਿਸਟੇਕ ਕੀਤੀ, ਚੌਥਾ ਦਿਨ ਤੁਸੀਂ ਪਿਛਲੇ 10 ਦਿਨ ਤੋਂ ਮੰਨ ਕੇ ਚੱਲੋ ਸੇਮ ਮਿਸਟੇਕ ਕਰ ਰਹੇ ਹੋ। ਇਹਦਾ ਮਤਲਬ ਜੇ ਆਪਾਂ 10 ਦੀ ਗਿਣਤੀ ਏਦਾਂ ਲਿਖ ਲਈਏ ਜੀ, ਆਹ 10 ਦਿਨ ਤੁਸੀਂ ਸੇਮ ਮਿਸਟੇਕ ਕਰ ਰਹੇ ਹੋ, ਇੱਕ ਸਿੰਗਲ ਮਿਸਟੇਕ ਹੀ ਸੇਮ ਡੇਲੀ, ਇਹਦਾ ਮਤਲਬ ਪਿਛਲੇ 10 ਦਿਨਾਂ ਤੋਂ ਤੁਹਾਡੇ ਵਿੱਚ ਕੋਈ ਵੀ ਇੰਪਰੂਵਮੈਂਟ ਨਹੀਂ ਹੋ ਰਹੀ ਜੀ। ਕਿਉਂ? ਕਿਉਂਕਿ ਤੁਹਾਡੀ ਗਲਤੀ ਸੇਮ ਰਿਪੀਟ ਹੋ ਰਹੀ ਹੈ ਜੀ। ਇੰਪਰੂਵਮੈਂਟ ਵਰਡ ਦਾ ਜਨਮ ਕਿਹੜੀ ਚੀਜ਼ ਤੋਂ ਹੋਇਆ ਜੀ? ਇੰਪਰੂਵ ਦਾ ਮਤਲਬ ਹੁੰਦਾ ਵਾ ਕਿ ਜਿਹੜੀਆਂ ਕਿਸੇ ਚੀਜ਼ ਦੇ ਵਿੱਚ ਇੰਪਿਓਰਿਟੀਜ਼ ਹੈਗੀਆਂ ਵਾ ਉਹਨਾਂ ਨੂੰ ਬਾਹਰ ਕੱਢ ਦੇਣਾ, ਜੋ ਚੀਜ਼ ਉਹਦੇ ਵਿੱਚ ਸਹੀ ਨਹੀਂ ਹੈਗੀ ਉਹਨੂੰ ਰਿਮੂਵ ਕਰ ਦੇਣਾ। ਹੁਣ ਉਹ ਚੀਜ਼ ਥੋੜੀ ਜਿਹੀ ਬਿਹਤਰ ਹੋ ਜਾਂਦੀ ਆ। ਉਹਦੇ ਬਾਅਦ ਚੋਂ ਇੱਕ ਵਰਡ ਦਾ ਨਾਮ ਰੱਖਿਆ ਗਿਆ ਇੰਪਰੂਵ। ਤੇ ਹੁਣ ਮੰਨ ਕੇ ਤੁਸੀਂ ਹੁਣ ਡੇਲੀ ਜਿਹੜੀਆਂ ਬੇਸਿਸ ਤੇ ਮਿਸਟੇਕਸ ਕਰਦੇ ਹੋ ਜੀ, ਤੁਸੀਂ ਡੇਲੀ ਟ੍ਰਾਂਸਲੇਸ਼ਨ ਕਰੀ ਜਾਂਦੇ ਹੋ ਮੰਨ ਕੇ ਚੱਲੋ ਜੀ,
ਟਰਾਂਸਲੇਸ਼ਨ ਕਰੀ ਜਾਂਦੇ ਹੋ ਤੁਸੀਂ। ਟਰਾਂਸਲੇਸ਼ਨ ਦੋ ਤਰੀਕਿਆਂ ਦੀ ਹੈ ਜੀ। ਕੱਲ ਜਦੋਂ ਮੈਂ ਬੱਚੇ ਨਾਲ ਗੱਲ ਕੀਤੀ ਤਾਂ ਮੈਨੂੰ ਇੱਕ ਚੀਜ਼ ਬੜੀ ਰੀਅਲਾਈਜ਼ ਹੋਈ, ਜਿੱਥੇ ਅੱਜ ਆਪਾਂ ਮੇਨ ਕੰਸੈਪਟ ਸੀਗਾ ਅੱਜ ਆਪਣਾ ਮੇਜਰ। ਅੱਛਾ, ਟਰਾਂਸਲੇਸ਼ਨ ਵੀ ਦੋ ਤਰ੍ਹਾਂ ਦੀ ਹੈ ਜੀ। ਮੈਨੂੰ ਇਹ ਚੀਜ਼ ਕੱਲ ਰੀਅਲਾਈਜ਼ ਹੋਈ, ਕਿਉਂਕਿ ਸਟੈਪ ਬਾਏ ਸਟੈਪ ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਝਦੇ ਹਾਂ। ਅੱਛਾ, ਟਰਾਂਸਲੇਸ਼ਨ ਦੋ ਤਰ੍ਹਾਂ ਦੀ ਹੈ ਜੀ। ਜਿਹੜੇ ਪਹਿਲੇ ਤਰ੍ਹਾਂ ਦੀ ਟਰਾਂਸਲੇਸ਼ਨ ਆ ਉਹਦੇ ਵਿੱਚ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਵੋਕੈਬੂਲਰੀ ਇੰਪਰੂਵ ਕਰਨ ਤੇ। ਉਹਦੇ ਵਿੱਚ ਦੋ ਤਰ੍ਹਾਂ ਦੇ ਸਟੂਡੈਂਟ ਆ ਟਰਾਂਸਲੇਟ ਕਰਨ ਬੈਠੇ ਆ। ਜਦੋਂ ਇੱਕ ਦਾ ਫੋਕਸ ਹੁੰਦਾ ਵੋਕੈਬ, ਮੈਨੂੰ ਸਰ ਨੇ ਵੋਕੈਬ ਕਿਹਾ ਵਾ, ਠੀਕ ਆ ਵੀ ਮੇਰੀ ਰੀਡਿੰਗ ਫੇਰ ਹੀ ਬਿਹਤਰ ਹੋਊਗੀ ਵੀ ਜੇ ਮੈਨੂੰ ਵਰਡ ਨਵੇਂ ਪਤਾ ਲੱਗਣਗੇ। ਸੋ ਬੱਚੇ ਨੇ ਇੱਕ ਵਰਡ ਚੱਕਿਆ, ਉਹਨੂੰ ਨੋਟ ਕੀਤਾ, ਜਾਣਿਆ ਉਹਦੇ ਬਾਰੇ, ਤੇ ਬਹੁਤ ਚੀਜ਼ ਵਧੀਆ ਜੀ। ਇਹ ਬੱਚੇ ਦੀ ਰੀਡਿੰਗ ਦਿਨੋਂ ਦਿਨ ਇੰਪਰੂਵ ਹੋਊਗੀ, ਕਿਉਂਕਿ ਵੋਕੈਬੂਲਰੀ ਦੇ ਮਾਮਲੇ 'ਚ ਵਧੀਆ ਵਾ। ਹੁਣ ਇਹਨੂੰ ਜਿਹੜੇ ਮੀਨਿੰਗ ਦਾ ਨਹੀਂ ਮਤਲਬ ਪਤਾ ਹੁੰਦਾ ਸੀਗਾ, ਉਹਨਾਂ ਨੂੰ ਉਹਨੇ ਸਿੱਖ ਰਿਹਾ ਵਾ। ਬਟ ਇੱਥੇ ਹੁਣ ਚੀਜ਼ ਰੀਅਲਾਈਜ਼ ਹੋਈ ਕਿ ਜਿਹੜੀ ਵੋਕੈਬ ਆ ਜੀ, ਵੋਕੈਬ ਦਾ ਯੋਗਦਾਨ ਹੈਗਾ 70%। ਬਿਲਕੁਲ ਜੀ। ਬਟ ਜੇ ਤੁਹਾਡੇ ਸਾਹਮਣੇ ਮੈਂ ਸੈਂਟੈਂਸ ਲਿਖਤਾ ਇੱਕ, ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਹੀ ਲਿਖਤਾ ਸੀਗਾ, ਤੇ ਉਹਦੇ ਵਿੱਚ ਵਾਲੇ ਤੁਹਾਨੂੰ ਸਾਰੇ ਵਰਡਸ ਦਾ ਮੀਨਿੰਗ ਪਤਾ ਹੋਵੇ, ਇੱਕ ਵਰਡ ਦਾ ਮੀਨਿੰਗ ਪਤਾ ਹੋਵੇ, ਤੇ ਤੁਸੀਂ ਫਿਰ ਵੀ ਆਨਸਰ ਜੋ ਹੈ ਉਹਨੂੰ ਗਲਤ ਕਰ ਦਵੋ, ਇਹਦਾ ਮਤਲਬ ਕੀ ਨਿਕਲਿਆ ਕਿ ਕੱਲੀ ਵੋਕੈਬ ਤਾਂ ਕੰਮ ਦੀ ਹੈ ਹੀ ਨਹੀਂ ਸੀ। ਵੋਕੈਬ ਦਾ ਯੋਗਦਾਨ ਸੀਗਾ, ਬਟ ਨੋਟ ਓਨਲੀ ਵੋਕੈਬ। ਇਹਦਾ ਮਤਲਬ ਚੀਜ਼ ਇੱਕ ਹੋਰ ਮਾਇਨੇ ਰੱਖਦੀ ਹੈ ਜੀ। ਤੁਹਾਨੂੰ ਟਰਾਂਸਲੇਸ਼ਨ ਦੇ ਨਾਲ, ਵੋਕੈਬੂਲਰੀ ਸਿੱਖਣ ਦੇ ਨਾਲ ਇੱਕ ਚੀਜ਼ ਹੋਰ ਸਿੱਖਣੀ ਪੈਣੀ ਹੈ, ਤੇ ਉਹਦਾ ਹੁਣ ਤੁਹਾਨੂੰ ਆਨਸਰ ਜਿਹੜਾ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਮੇਰੇ ਹਿਸਾਬ ਨਾਲ। ਮੈਂ ਤੁਹਾਡੇ ਤੋਂ ਇੱਕ ਵਾਰੀ ਪੁੱਛਣਾ ਚਾਹੁੰਦਾ ਕਿ ਟਰਾਂਸਲੇਸ਼ਨ ਕਰਨ ਦੇ ਨਾਲ ਹੋਰ ਕਿਹੜੀ ਚੀਜ਼ ਹੈ ਜਿੱਤੇ ਤੁਸੀਂ ਕਰੈਕਟ ਅੰਡਰਸਟੈਂਡਿੰਗ ਸਰ। ਬਿਲਕੁਲ ਜੀ। ਸੈਂਟੈਂਸ ਅੰਡਰਸਟੈਂਡਿੰਗ ਕਿਹਦੇ ਥਰੂ? ਟ੍ਰਾਂਸਲੇਸ਼ਨ ਸਰ। ਗ੍ਰਾਮੈਟਿਕਲ ਸਟਰਕਚਰ ਦੇ ਥਰੂ। ਬਈ ਕਿੱਥੇ ਰਿਲੇਟਿਵ ਪ੍ਰੋਨਾਉਨ ਆਇਆ, ਜਿਵੇਂ ਆਹ ਸਰ ਅੱਜ subject ਦੱਸਿਆ ਕਿਹੜਾ ਹੈ ਵਾ ਨਾ ਜੀ। ਉਸ ਹਿਸਾਬ ਇਹ ਨਾਲ। ਚੀਜ਼ ਦੇ ਵਿੱਚ ਤੁਸੀਂ ਹੌਲੀ ਤੇਜ਼ ਹੋਣੇ ਸ਼ੁਰੂ ਹੋ ਜਾਓਗੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਕਮ ਸੇ ਕਮ 4 ਤੋਂ 5 ਦਿਨ ਦਾ ਸਮਾਂ ਲੱਗ ਸਕਦਾ ਜੀ ਇਹਦੇ ਲਈ। 4 ਤੋਂ 5 ਦਿਨ ਦਾ ਸਮਾਂ ਜਦੋਂ ਤੁਹਾਡਾ ਬ੍ਰੇਨ ਇਹ ਸੋਚਿਆ ਕਰੂਗਾ ਰਿਲੇਟਿਵ ਪ੍ਰੋਨਾਉਨ ਆ। ਬਟ ਡੇ ਬਾਏ ਡੇ ਇਹ ਚੀਜ਼ ਦੇਖੋ ਨਾ, ਜਦੋਂ ਤੁਸੀਂ ਨਵੀਂ ਗੱਡੀ ਸਿੱਖਦੇ ਹੋ ਸਾਰੇ ਜਾਣੇ, ਉਦੋਂ ਤਾਂ ਤੁਹਾਨੂੰ ਯਾਦ ਰੱਖਣਾ ਪੈਂਦਾ ਨਾ ਕਿ ਦੂਜਾ ਗੇਅਰ ਏਦਾਂ ਹਾਂਜੀ ਪਾਉਣਾ ਵਾ, ਮੈਂ ਤੀਜਾ ਗੇਅਰ ਏਦਾਂ ਪਾਉਣਾ ਵਾ, ਆ ਮੇਰਾ ਹਾਂਜੀ ਸਰ। ਐਕਸਲਰੇਟਰ ਆ, ਬ੍ਰੇਕ ਆ। ਅੱਛਾ, ਜਦੋਂ ਕੋਈ ਬੰਦਾ ਨਵੀਂ ਗੱਡੀ ਸਿੱਖਦਾ, ਉਹਨੂੰ ਕਦੇ ਚੇਤੇ ਹੀ ਭੁੱਲ ਜਾਂਦਾ ਵੀ ਬ੍ਰੇਕ ਕਿੱਧਰਲੇ ਪਾਸੇ ਆ, ਯੈਸ ਸਰ ਨੂੰ। ਹਾਂਜੀ ਅੱਛਾ, ਬਟ ਉਹਨੂੰ ਹੁਣ ਲਾਈਫ ਟਾਈਮ ਹੀ ਰੋਜ਼ ਧਿਆਨ ਰੱਖਣਾ ਪੈਂਦਾ ਵਾ। ਉਹ ਸਰ। ਨੋ ਸਰ। ਤੁਹਾਨੂੰ ਏਦਾਂ ਨੀ ਲੱਗਦਾ ਕਿ ਇੱਕ ਬੰਦਾ ਬਸ ਫੋਨ ਤੇ ਗੱਲ ਕਰਦੇ ਵੀ ਡਰਾਈਵਿੰਗ ਕਰੀ ਜਾਂਦਾ, ਸਟਿਲ ਉਹਨੂੰ ਹੁਣ ਪਤਾ ਕਿ ਦੂਜਾ ਗੇਅਰ ਕਿਵੇਂ ਪਾਉਣਾ ਵਾ। ਯੈਸ ਸਰ। ਅੱਛਾ, ਪਹਿਲੇ ਦਿਨ ਏਦਾਂ ਹੋ ਸਕਦਾ ਸੀ? ਪੋਸੀਬਲ ਸੀਗਾ? ਨੋ ਸਰ। ਨਹੀਂ ਪੋਸੀਬਲ ਸੀਗਾ। ਇਹਦਾ ਮਤਲਬ ਤੁਹਾਡੇ ਸਾਹਮਣੇ ਮੈਂ ਸੈਂਟੈਂਸ ਲਿਆ ਕੇ ਜੇ ਰੱਖ ਦੇਵਾਂ ਤਾਂ ਤੁਹਾਨੂੰ ਪਹਿਲੇ 4-5 ਦਿਨ ਤੁਸੀਂ ਇਦਾਂ ਹੀ ਸੋਚਦੇ ਰਹਿਣਾ ਰਿਲੇਟਿਵ ਪ੍ਰੋਨਾਉਨ, ਬਟ ਡੇ ਬਾਏ ਡੇ ਤੁਹਾਡੇ ਬ੍ਰੇਨ ਨੇ ਰਿਲੇਟਿਵ ਪ੍ਰੋਨਾਉਨ ਸੋਚਣਾ ਹੀ ਨਹੀਂਗਾ, ਕਿਉਂਕਿ ਉਹਨੂੰ ਕਨਸੈਪਟ ਪਤਾ ਲੱਗ ਗਿਆ ਨਾ। ਉਹਨੂੰ ਡੇਲੀ ਬੇਸਿਸ ਤੇ ਥੋੜੀ ਐ ਕਰੂਗਾ ਜੀ। ਅੱਗੇ ਨਾ ਪਤਾ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਸਾਰਿਆਂ ਨੇ ਜੀ। ਓਕੇ, ਇੱਕ ਮਿੰਟ। ਹਾਂਜੀ, ਸਕਰੀਨ ਤੇ ਚੱਲਦੇ ਜੀ ਆਪਾਂ ਫਿਰ। ਹਾਂਜੀ, ਇੱਕ ਛੋਟਾ ਜਿਹਾ ਕੰਸੈਪਟ ਇੱਕ ਨਾਲ ਹੋਰ ਸੀਗਾ ਜੀ। ਨੈਚੁਰਲ ਜੀ ਗੱਲ ਆ, ਜੇ ਆਪਾਂ ਰਿਲੇਟਿਵ ਪ੍ਰੋਨਾਉਨ ਵਾਲੀ ਸਟਰਕਚਰ ਜਿਹੜੀ ਆਪਣੇ ਲਈ ਡਿਫਿਕਲਟ ਆ, ਹਾਲਾਂਕਿ ਮੈਂ ਇੱਕ ਗੱਲ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਸਬਜੈਕਟ ਨੂੰ ਐਕਸੀਡ ਕਰਤਾ, ਸਬਜੈਕਟ ਤੋਂ ਗਾਂਹ ਲੰਘੇ, ਸਬਜੈਕਟ ਤੋਂ ਗਾਂਹ ਜਦੋਂ ਤੁਸੀਂ ਵਿਚ ਹੋ ਗਿਆ, ਵੇਅਰ ਹੋ ਗਿਆ, ਵੈਨ ਹੋ ਗਿਆ, ਹਾਊ ਹੋ ਗਿਆ, ਹੂ ਹੋ ਗਿਆ, ਆਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਇਹ ਤਾਂ ਸਭ ਤੋਂ ਸੌਖਾ ਸਿਗਨਲ ਹੈ ਜੀ। ਤੁਹਾਨੂੰ ਸਾਹਮਣੇ ਇੱਕ ਚੀਜ਼ ਲਿਖੀ ਪਈ ਹੈ ਜੀ, ਤੁਹਾਨੂੰ ਹੁਣ ਤਾਂ ਸਮਝ ਹੀ ਜਾਣਾ ਚਾਹੀਦਾ ਕਿ ਮੇਰਾ ਇਹ। ਹੁਣ ਜਦੋਂ ਤੁਸੀਂ ਘਰੇ ਟਰਾਂਸਲੇਟ ਕਰੀ ਜਾਂਦੇ ਹੋ, ਅੱਜ ਤੋਂ ਬਾਅਦ ਜਦੋਂ ਤੁਸੀਂ ਹੁਣ ਘਰੇ ਟਰਾਂਸਲੇਟ ਕਰੋਗੇ, ਮੇਰੇ ਹਿਸਾਬ ਨਾਲ ਤੁਸੀਂ ਇਹ ਲੱਭਣ ਦੀ ਕੋਸ਼ਿਸ਼ ਕਰਿਆ ਕਰੋਗੇ ਵੀ ਕਿਹੜਾ ਸੈਂਟੈਂਸ ਆ ਜਿਹੜਾ ਰਿਲੇਟਿਵ ਪ੍ਰੋਨਾਉਨ ਲਾ ਕੇ ਗਾਂਹ ਵਧਾਇਆ ਗਿਆ ਵਾ, ਤੇ ਮੈਂ ਉਹਨੂੰ ਟਰਾਂਸਲੇਟ ਕਰਕੇ ਦੇਖਦਾ। ਹੁਣ ਜਿਵੇਂ ਸਰ ਨੇ ਦੱਸਿਆ ਸੀਗਾ ਕਿ ਜਿਹੜੀ ਉਹ ਵਰਬ ਹੋਣੀ ਆ ਉਹ ਤੁਹਾਡੇ ਪਹਿਲੇ ਸਬਜੈਕਟ ਵਾਸਤੇ ਹੋਊਗੀ, ਤੇ ਸਬਜੈਕਟ ਵੀ ਮੈਂ ਦੇਖਾਂ ਕਿ ਸਬਜੈਕਟ ਦੇ ਵਿੱਚ ਵੀ ਕਿੰਨਾ ਕੁ ਲੌਂਗ ਸਬਜੈਕਟ ਆ, ਤੇ ਉਹ ਜਿਹੜੀ ਵਰਬ ਮੇਰੀ ਹੈਗੀ ਆ ਉਹ ਮੇਰੀ ਸੈਂਟੈਂਸ ਵਾਲੇ ਟੁਕੜੇ ਦੇ ਵਿੱਚ ਕਿਹੜੇ ਵਰਡ ਦੇ ਲਈ ਲਾਈ ਗਈ ਹੈ ਜੀ। ਮੈਨੂੰ ਯੈਸ ਔਰ ਨੋ ਦੱਸੋ। ਏਦਾਂ ਪਰਸਪੈਕਟਿਵ ਹੋਊਗਾ ਨਾ ਹੁਣ ਤੁਹਾਡਾ ਟਰਾਂਸਲੇਟ ਕਰਨ ਦਾ। ਹਾਂਜੀ ਸਰ। ਠੀਕ ਹੈ ਨਾ? ਤੇ ਫਿਰ ਤੁਸੀਂ ਟਰਾਂਸਲੇਟ ਕਰਦੇ ਇਹ ਸੈਂਟੈਂਸ ਲੱਭਣ ਦੀ ਕੋਸ਼ਿਸ਼ ਕਰਿਆ ਕਰੋਗੇ ਕਿ ਰਿਲੇਟਿਵ ਪ੍ਰੋਨਾਉਨ ਹੈ ਕਿਹੜਾ। ਮੈਂ ਇੱਕ ਪਲ ਲਈ ਖੁਸ਼ੀ ਵੀ ਹੋਊਗੀ, ਕਈ ਵਾਰੀ ਰੀਡਿੰਗ ਜ਼ਿਆਦਾਤਰ ਕੰਪਾਊਂਡ, ਕੰਪਲੈਕਸ ਤੇ ਸਿੰਪਲ ਹੀ ਲਿਖਦੀ ਰਹਿੰਦੀ ਆ, ਜਿਹਦੇ ਵਿੱਚ ਜ਼ਿਆਦਾ ਰਿਲੇਟਿਵ ਪ੍ਰੋਨਾਉਨ ਯੂਜ਼ ਨਹੀਂ ਕਰਦੀ। ਉਹ ਤਾਂ ਤੁਹਾਡੇ ਲਈ ਬੱਚਿਆਂ ਵਾਲਾ ਕੰਮ ਬਣ ਜਾਣਾ ਬਾਅਦ ਚ। ਫਿਰ ਤੁਹਾਨੂੰ ਤਲਾਸ਼ ਹੋਇਆ ਕਰੂ ਵੀ ਕੋਈ ਰਿਲੇਟਿਵ ਪ੍ਰੋਨਾਉਨ, ਵੀ ਮੇਰਾ ਬ੍ਰੇਨ ਸਟਕ ਤਾਂ ਹੋਵੇ ਨਾ ਕਿ ਆ ਵਧਾ ਕੇ ਕਿੱਧਰਲੇ ਪਾਸੇ ਲੈ ਗਈ, ਆਹ ਵਰਬ ਹੁਣ ਕਹਿੰਦੀ। ਇਹਦੇ ਨਾਲ ਹੁਣ ਜੇ ਆਪਾਂ ਨੈਕਸਟ ਲੈਵਲ ਤੇ ਥੋੜਾ ਜਿਹਾ ਮੂਵ ਕਰੀਏ, ਦੇਖੋ ਪਹਿਲੇ ਨੰਬਰ ਤੇ ਤਾਂ ਜਿਹੜਾ ਰਸਤਾ ਜੀ,
ਪਹਿਲੇ ਨੰਬਰ ਤੇ ਜਿਹੜਾ ਰਸਤਾ ਵਾ ਜੀ ਉਹ ਤਾਂ ਹੈਗੀ ਆ ਕਿ ਲੈਂਗੁਏਜ ਨੇ ਤੁਹਾਨੂੰ ਖੁਦ ਸਿਗਨਲ ਦੇਤਾ ਕਿ ਜੀ ਇਹ ਤੁਹਾਡਾ ਸਾਡਾ ਰਿਲੇਟਿਵ ਪ੍ਰਨਾਉਨ। ਤੁਹਾਨੂੰ ਲੈਂਗੁਏਜ ਨੇ ਖੁਦ ਦੱਸਤਾ ਕਿ ਜੀ ਵਿਚ ਆ, ਦੈਟ ਆ, ਜਾਂ ਵੇਅਰ ਲਾਇਆ ਪਿਆ, ਜਾਂ ਹਾਊ ਲਾਇਆ ਪਿਆ ਜੀ, ਜਾਂ ਹੂ ਲਾਇਆ ਪਿਆ। ਤੁਹਾਨੂੰ ਉਹਨਾਂ ਨੇ ਵਰਡ ਦੇਤਾ ਜੀ, ਤੁਹਾਨੂੰ ਸਾਹਮਣੇ ਕੋਈ ਚੀਜ਼ ਰੱਖਤੀ ਉਹਨਾਂ ਨੇ। ਅੱਛਾ, ਦੂਜੇ ਨੰਬਰ ਤੇ ਇਹ ਚੀਜ਼ ਹੁੰਦੀ ਹੈ ਜੀ, ਲੈਂਗੁਏਜ ਜਿਹੜੀ ਹੈਗੀ ਹੈ ਨਾ ਜੀ ਉਹ ਵੀ ਅਨਵਿਜ਼ੀਬਲ ਵੀ ਕੰਮ ਕਰਦੀ ਹੈ ਜੀ, ਅਨਵਿਜ਼ੀਬਲ ਵੀ ਕੰਮ ਕਰਦੀ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਜੀ, ਮੈਂ ਇੱਕ ਵਰਡ ਲਿਖਦਾ ਨਨ। ਨਨ ਦਾ ਮੀਨਸ ਹੁੰਦਾ ਇਹ ਇੱਕ ਨੈਗੇਟਿਵ ਵਰਡ ਹੈ। ਜਿਹੜਾ ਨਨ ਵਰਡ ਹੈ ਇੱਕ ਨੈਗੇਟਿਵ ਵਰਡ ਹੈ, ਬਟ ਇਹਦੇ ਵਿੱਚ ਤੁਹਾਨੂੰ ਕਿਤੇ ਨੋਟ ਲੱਗਿਆ ਦਿਖਦਾ ਵਾ? ਆਪਾਂ ਨੈਗੇਟਿਵ ਕਿਹਨੂੰ ਮੰਨਦੇ ਹੁੰਦੇ ਆ? ਜਿੱਥੇ ਡੂ ਨੋਟ ਆ ਜੇ, ਡਿਡ ਨੋਟ ਆ ਜੇ, ਡਜ਼ ਨੋਟ ਆ ਜੇ, ਜਿੱਥੇ ਨੋਟ ਵਰਡ ਲਿਖਿਆ ਪਿਆ ਹੋਵੇ। ਅੱਛਾ, ਨਨ ਦੇ ਵਿੱਚ ਲਿਖਿਆ ਕਿਤੇ ਵੀ ਨੋਟ? ਨੋ। ਜੇ ਕੋਈ ਬੰਦਾ ਜਿਹਨੂੰ ਇੰਗਲਿਸ਼ ਲੈਂਗੁਏਜ ਜਮਾ ਹੀ ਨਹੀਂ ਆਉਂਦੀ ਤਾਂ ਉਹਦੇ ਸਾਹਮਣੇ ਤੁਸੀਂ ਨਨ ਵਰਡ ਯਾਨੀ ਕਿ ਲਿਖ ਦੋ, ਕੀ ਉਹ ਸਮਝ ਪਾਊਗਾ ਵੀ ਇਹ ਇੱਕ ਨੈਗੇਟਿਵ ਵਰਡ ਹੈ ਕਿ ਪੋਜ਼ਿਟਿਵ ਹੈ? ਨਹੀਂ ਸਮਝ ਪਾਊਗਾ ਨਾ। ਨਹੀਂ ਸਰ। ਸੇਮ ਤਰੀਕੇ ਨਾਲ ਲੈਂਗੁਏਜ ਕੀ ਕਰਦੀ ਹੈ ਜੀ, ਕਈ ਵਾਰੀ ਕੁਝ ਕੁ ਚੀਜ਼ਾਂ ਨੂੰ ਹਿਡਨ ਕਰ ਜਾਂਦੀ ਆ। ਹੁਣ ਹਿਡਨ ਕਿਵੇਂ ਕਰਦੀ ਹੈ, ਧਿਆਨ ਨਾਲ ਦੇਖਿਓ ਜੀ। ਆਪਣਾ ਪਹਿਲੇ ਨੰਬਰ ਤੇ ਆਪਾਂ ਕਨਸੈਪਟ ਸਿੱਖਿਆ ਸੀਗਾ ਕਿ ਜੀ ਰਿਲੇਟਿਵ ਪ੍ਰੋਨਾਉਨ ਲਿਖਿਆ ਪਿਆ ਵਾ ਤੁਹਾਡੇ ਸਾਹਮਣੇ ਤੇ ਤੁਹਾਨੂੰ ਦੇਖਣ ਤੋਂ ਪਤਾ ਲੱਗ ਜੂਗਾ। ਅੱਛਾ, ਦੂਸਰੇ ਨੰਬਰ ਤੇ ਕੀ ਹੁੰਦਾ? ਇੰਗਲਿਸ਼ ਲੈਂਗੁਏਜ ਰਿਲੇਟਿਵ ਪ੍ਰੋਨਾਉਨ ਨੂੰ ਗਾਇਬ ਕਰ ਜਾਂਦੀ ਹੈ ਜੀ, ਤੇ ਸਟਿਲ ਫਿਰ ਤੁਹਾਨੂੰ ਖੁਦ ਹੀ ਦੇਖਣਾ ਪੈਂਦਾ ਵਾ ਕਿ ਉੱਥੇ ਰਿਲੇਟਿਵ ਪ੍ਰੋਨਾਉਨ ਸੀਗਾ। ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਦੱਸਦਾ ਜੀ। ਪਹਿਲਾਂ ਮੈਂ ਤੁਹਾਨੂੰ ਰੂਲ ਦੱਸੂਗਾ ਜੀ, ਮੈਂ ਪਹਿਲਾਂ ਤੁਹਾਨੂੰ ਰੂਲ ਦੱਸੂਗਾ ਜੀ। ਅੱਛਾ, ਇਹਦਾ ਰੂਲ ਕੀ ਹੈ ਜੀ? ਇਹਦਾ ਰੂਲ ਹੈਗਾ ਜੀ, ਲੈਂਗੁਏਜ ਨੇ ਕਿਹਾ, ਮੰਨ ਕੇ ਚਲੋ ਜੀ ਤੁਸੀਂ ਕਿਹਾ ਦ ਫਿਲਮ ਓਕੇ, ਜਾਂ ਆਪਾਂ ਕਹਦੇ ਜੀ ਨਿਊਜ਼ਪੇਪਰ ਦੀ ਗੱਲ ਕਰ ਲੈਂਦੇ ਚੱਲ, ਦ ਨਿਊਜ਼ਪੇਪਰ। ਇੱਥੇ ਤੁਹਾਡਾ ਆਇਆ ਜੀ ਰਿਲੇਟਿਵ ਪ੍ਰੋਨਾਉਨ। ਹਲੋ, ਜਦੋਂ ਹੀ ਤੁਸੀਂ ਰਿਲੇਟਿਵ ਪ੍ਰੋਨਾਉਨ ਦੇਖਿਆ ਤੁਹਾਨੂੰ ਪਤਾ ਲੱਗ ਗਿਆ ਜੀ ਕਿ ਹੁਣ ਨਿਊਜ਼ਪੇਪਰ ਜਿਹੜਾ ਸਬਜੈਕਟ ਆ ਉਹਦੀ ਜਿਹੜੀ ਵਰਬ ਆ ਉਹ ਮੇਰੀ ਦੂਰ ਜਾਵੜੀ ਜੀ, ਤੁਹਾਨੂੰ ਦੇਖਣ ਤੇ ਪਤਾ ਲੱਗ ਗਿਆ ਜੀ। ਦ ਨਿਊਜ਼ਪੇਪਰ ਵਿੱਚ, ਹੁਣ ਦੇਖੋ ਵਿੱਚ ਤੋਂ ਬਾਅਦ ਚੋਂ ਜੇ ਤਾਂ ਇਹ ਪ੍ਰੈਜ਼ੈਂਟ ਦੇ ਵਿੱਚ ਆ ਤਾਂ ਆਪਾਂ ਵਰਡ ਲਾਵਾਂਗੇ ਜੀ ਆਹ ਵਾਲਾ ਜੀ, ਉਹ ਕਹਿੰਦੇ ਕਿ ਵਿਚ ਇਜ਼, ਯਾਨੀ ਕਿ ਵਿਚ ਇਜ਼ ਪਬਲਿਸ਼ਡ, which is published। ਧਿਆਨ ਨਾਲ ਦੇਖਿਓ ਜੀ, ਕਹਿੰਦੇ the newspaper which is published in ਇੱਥੇ ਆਪਾਂ ਲਿਖ ਦਿੰਦੇ ਜੀ ਲੁਧਿਆਣਾ, which is published in ਲੁਧਿਆਣਾ has been banned, okay ਜੀ, has been banned because of some political matters। ਹਾਂਜੀ, ਧਿਆਨ ਨਾਲ ਸੈਂਟੈਂਸ ਨੂੰ ਸਮਝਿਓ ਜੀ। ਕਹਿੰਦੇ ਦਾ ਨਿਊਜ਼ਪੇਪਰ which is published, ਉਹ ਕਹਿੰਦੇ ਕਿ which is published in ਲੁਧਿਆਣਾ has been banned because of some political matters। ਇਹਦੇ ਲਈ ਹੁਣ ਪਹਿਲਾਂ ਆਪਾਂ ਕੀ ਕਰਦੇ ਹਾਂ ਜੀ, ਇੱਥੇ ਹੁਣ ਲੈਂਗੁਏਜ ਨੇ ਇੱਕ ਰੂਲ ਦਿੱਤਾ ਜੀ, ਨਿੱਕਾ ਜਿਹਾ ਰੂਲ ਆ ਜੀ ਇੱਕ। ਇਹਦੇ ਵਿੱਚ ਕੀ ਕਹਿੰਦੇ ਆ, ਕਹਿੰਦੇ ਜੀ ਹੁਣ ਤੁਹਾਨੂੰ ਇੰਨੀ ਕੁ ਤਾਂ ਚੀਜ਼ ਤੁਸੀਂ ਹੁਣ ਸਾਰਿਆਂ ਨੇ ਸਮਝਦਾਰ ਹੋ ਕਿ ਜੀ ਆਹ ਤੁਹਾਡਾ ਕੀ ਆ, ਸਬਜੈਕਟ ਆ ਜੀ, ਤੇ ਆਹ ਤੁਹਾਡਾ ਹੁਣ ਕੀ ਸਟਾਰਟ ਹੋ ਰਿਹਾ ਜੀ, ਤੁਹਾਡਾ ਰਿਲੇਟਿਵ ਪ੍ਰੋਨਾਉਨ ਸਟਾਰਟ ਹੋ ਰਿਹਾ ਜੀ। ਆਹ ਤੁਹਾਡਾ ਸਾਰਾ ਰਿਲੇਟਿਵ ਪ੍ਰੋਨਾਉਨ ਆ ਜੀ। ਰਿਲੇਟਿਵ ਪ੍ਰੋਨਾਉਨ ਦੇ ਵਿੱਚ ਜਿਹੜੀ ਵਰਬ ਆਈ ਆ ਪਬਲਿਸ਼, ਉਹ ਕਿਹਦੀ ਹੈ ਜੀ, ਉਹ ਤੁਹਾਡੇ ਰਿਲੇਟਿਵ ਪ੍ਰੋਨਾਉਨ ਦੀ ਮੰਨੀ ਜਾਊਗੀ ਪਹਿਲਾਂ ਤਾਂ ਜੀ। ਤੇ ਜਿਹੜਾ ਆ ਸਾਰਾ ਲਿਖਿਆ ਪਿਆ ਕਿ ਲੁਧਿਆਣਾ ਵਗੈਰਾ, ਇਹ ਸਾਰਾ ਟੁਕੜਾ ਤੁਹਾਡੇ ਰਿਲੇਟਿਵ ਪ੍ਰੋਨਾਉਨ ਦਾ। ਤੁਸੀਂ ਕਿੱਥੋਂ ਤੱਕ ਨਹੀਂ ਸਟਾਪ ਹੋਣਾ ਹੁੰਦਾ ਜਿੱਥੋਂ ਤੱਕ ਤੁਹਾਨੂੰ ਦੂਜੇ ਨੰਬਰ ਤੇ ਇੱਕ ਹੋਰ ਵਰਬ ਨਹੀਂ ਮਿਲ ਜਾਂਦੀ। ਤੇ ਦੂਜੇ ਨੰਬਰ ਤੇ ਵਰਬ ਕਿਹੜੀ ਪਈ ਆ, ਹੈਜ਼ ਬੀਨ ਬੈਨ, ਆਹ ਵਾਲਾ ਵਰਬ ਵਾਲਾ ਪੋਰਸ਼ਨ ਪਿਆ। ਇਹਦਾ ਮਤਲਬ ਇਹ ਜਿਹੜਾ ਵਰਬ ਵਾਲਾ ਪੋਰਸ਼ਨ ਆ ਇਹ ਤੁਹਾਡੇ ਨਿਊਜ਼ਪੇਪਰ ਦਾ ਵਾ। ਤਾਂ ਇਹਦਾ ਹੁਣ ਮੀਨਿੰਗ ਕੀ ਨਿਕਲਿਆ ਜੀ, ਨਿਊਜ਼ਪੇਪਰ ਜਿਹੜਾ ਕਿ ਪਬਲਿਸ਼ ਹੁੰਦਾ ਵਾ ਲੁਧਿਆਣੇ ਵਿੱਚ ਉਹ ਬੈਨ ਹੋ ਚੁੱਕਾ ਜੀ ਬਿਕੋਜ਼ ਆਫ ਸਮ ਪੋਲੀਟੀਕਲ ਮੈਟਰਸ। ਹੁਣ ਇੱਥੇ ਲੈਂਗੁਏਜ ਕੀ ਕਹਿੰਦੀ, ਲੈਂਗੁਏਜ ਕਹਿੰਦੀ ਜੀ ਇੱਥੇ ਹੁਣ ਤੁਹਾਨੂੰ ਇੱਕ ਸ਼ਾਰਟਕਟ ਦਿੰਨੇ ਆ, ਉਹ ਕਹਿੰਦੇ ਤੁਹਾਨੂੰ ਵਧੀਆ ਵੀ ਲੱਗੂਗਾ ਤੇ ਲੈਂਗੁਏਜ ਦਾ ਵੀ ਲੈਵਲ ਥੋੜਾ ਜਿਹਾ ਇੰਪਰੂਵ ਹੋ ਜਾਊਗਾ ਜੀ। ਹਾਂਜੀ, ਉਹਨਾਂ ਨੇ ਕਿਹਾ ਜੀ, ਕਹਿੰਦੇ ਕਿ ਜਿਹੜਾ ਤੁਹਾਡਾ ਰਿਲੇਟਿਵ ਪ੍ਰੋਨਾਉਨ ਆ
ਧਿਆਨ ਨਾਲ ਦੇਖਿਓ, ਜਿਹੜਾ ਤੁਹਾਡਾ ਕਹਿੰਦੇ ਰਿਲੇਟਿਵ ਪ੍ਰੋਨਾਊਨ ਹੈ ਜੀ, ਜਿਵੇਂ ਵਿੱਚ ਹੋ ਗਿਆ ਆਪਣਾ, ਤੇ ਨਾਲ ਕਹਿੰਦੇ ਜਿਹੜੀ ਜੀ ਇਹਦੇ ਵਰਬ ਵਗੈਰਾ ਪਈ ਹੈ ਜੀ, ਕੋਈ ਹੈਲਪਿੰਗ ਵਰਬ ਵਗੈਰਾ ਜੀ ਕਹਿੰਦੇ ਪਈ ਹੈ ਜਿਹੜੀ ਇਹਦੇ ਵਿੱਚ, ਤਾਂ ਆਹ ਤੁਹਾਡੀ ਨਾਲ ਮੰਨ ਕੇ ਚਲੋ ਹੈਲਪਿੰਗ ਵਰਬ ਹੋਗੀ, ਕੋਈ ਵੀ ਮੰਨ ਕੇ ਚਲੋ ਇਸ ਸੀਗਾ ਜਾਂ ਵਾਸ ਵਰ ਸੀਗਾ, ਜੋ ਵੀ ਸੀਗਾ ਜੀ। ਕਹਿੰਦੇ ਜੀ ਤੁਸੀਂ ਇਹ ਦੋਨੇ ਚੀਜ਼ਾਂ ਨੂੰ ਗਾਇਬ ਕਰ ਸਕਦੇ ਹੋ, ਇਹਨਾਂ ਦੋਨੇ ਚੀਜ਼ਾਂ ਨੂੰ ਗਾਇਬ ਕਰ ਸਕਦੇ ਹੋ ਜੀ ਕਹਿੰਦੇ ਤੁਸੀਂ। ਤੇ ਕਹਿੰਦੇ ਜਿਹੜੀ ਡਾਇਰੈਕਟ ਵਰਬ ਆ ਉਹਨੂੰ ਤੁਸੀਂ ਸਿੱਧਾ ਰੱਖ ਸਕਦੇ ਹੋ ਨਾਲ ਸਬਜੈਕਟ ਦੇ, ਬਟ ਸਟਿਲ ਕਹਿੰਦੇ ਤੁਹਾਨੂੰ ਤੁਹਾਡੇ ਬ੍ਰੇਨ 'ਚ ਰੱਖਣਾ ਪੈਣਾ ਕਿ ਇਹਨਾਂ ਦੇ ਵਿੱਚ ਰਿਲੇਟਿਵ ਪ੍ਰੋਨਾਊਨ ਤੇ ਹੈਲਪਿੰਗ ਵਰਬ ਜਿਹੜੀ ਆ ਉਹ ਲੱਗੀ ਆ। ਯਾਨੀ ਕਿ ਹੁਣ ਧਿਆਨ ਨਾਲ ਦੇਖਿਓ ਜੀ, ਹੁਣ ਉੱਪਰ ਵਾਲੇ ਸੈਂਟੈਂਸ ਨੂੰ ਮੋਡੀਫਾਈ ਕਰਕੇ ਕੀ ਲਿਖਿਆ ਜੀ, ਉੱਪਰ ਵਾਲੇ ਸੈਂਟੈਂਸ ਨੂੰ ਮੋਡੀਫਾਈ ਕਰਨ ਲੱਗਾ ਮੈਂ ਲਿਖਿਆ ਜੀ ਦਾ ਨਿਊਜ਼ਪੇਪਰ। ਹੁਣ ਮੈਂ ਲਿਖਣਾ ਸੀਗਾ ਵਿਚ ਇਜ਼, ਹੁਣ ਮੇਰੇ ਕੋਲ ਇੱਕ ਫਾਰਮੂਲਾ ਕਿ ਮੈਂ ਰਿਲੇਟਿਵ ਪ੍ਰੋਨਾਊਨ ਪਲੱਸ ਜਿਹੜੇ ਉਹਦੇ ਨਾਲ ਦੀ ਹੈਲਪਿੰਗ ਵਰਬ ਆ ਉਹਨਾਂ ਦੋਨਾਂ ਨੂੰ ਰਿਮੂਵ ਕਰਕੇ ਸਿੱਧਾ ਕੀ ਲਿਖਤਾ ਜੀ, ਸਿੱਧਾ ਪਬਲਿਸ਼ਡ ਲਿਖਤਾ ਜੀ, ਸਿੱਧਾ ਲਿਖਤਾ ਜੀ ਪਬਲਿਸ਼ਡ। ਪਬਲਿਸ਼ਡ ਇਨ ਲੁਧਿਆਣਾ, ਤੇ ਇਸ ਤੋਂ ਬਾਅਦ ਚ ਤੁਹਾਡੀ ਕਹਿੰਦੇ ਜੀ ਆ ਸਾਰਾ ਹੈਜ਼ ਬੀਨ ਬੈਨਡ ਬਿਕੋਜ਼ ਆਫ ਸਮ ਪੋਲੀਟੀਕਲ ਮੈਟਰ, ਆ ਚੀਜ਼ ਸਾਰੀ ਸੇਮ ਆ ਜੀ। ਹੁਣ ਇਹਦੇ ਵਿੱਚ ਕੀ ਹੋਇਆ ਜੀ, ਜਦੋਂ ਲੈਂਗੁਏਜ ਚ ਥੋੜਾ ਜਿਹਾ ਆਪਾਂ ਗਾਂਹ ਜਾਂਦੇ ਆ ਤਾਂ ਇਹਦੇ ਵਿੱਚ ਹੁਣ ਪੱਕਾ ਇਹ ਦੇਖੋ ਲੈਂਗੁਏਜ ਨੇ ਤਾਂ ਏਦਾਂ ਹੁਣ ਕਰਤਾ, ਬਟ ਲੈਂਗੁਏਜ ਨੇ ਏਦਾਂ ਜਮਾਂ ਨਹੀਂ ਸੋਚਿਆ ਕਿ ਇਹ ਡਿਟੋ ਭੁਲੇਖਾ ਪਾ ਰਿਹਾ ਕਿ ਜੀ ਆਹ ਤੁਹਾਡਾ ਸਬਜੈਕਟ ਆ ਤੇ ਆਹ ਤੁਹਾਡੀ ਜੀ ਸੈਕਿੰਡ ਫਾਰਮ ਆ, ਯਾਨੀ ਕਿ ਰੀਡਰ ਆ ਜੋ ਉਹ ਤਾਂ ਇਹਨੂੰ ਪਾਸਟ ਇੰਡੈਫੀਨਿਟ ਸਮਝ ਲੂਗਾ ਜੀ। ਯੈਸ ਔਰ ਨੋ ਜੀ, ਤੁਹਾਡੇ ਸਾਹਮਣੇ ਜਿਹੜਾ ਉੱਪਰ ਵਾਲੇ ਸੈਂਟੈਂਸ ਨੂੰ ਮੈਂ ਸਕੁਈਜ਼ ਕਰਕੇ ਨਵਾਂ ਬਣਾਇਆ ਵਾ, ਤੇ ਇਹਦੇ ਨਾਲ ਤਾਂ ਹੋਰ ਵੱਡਾ ਪੰਗਾ ਨਹੀਂ ਪੈਂਦਾ, ਇਹਦੇ ਨਾਲ ਤਾਂ ਜਿਹੜਾ ਰੀਡਰ ਆ, ਜਿਹੜਾ ਵਧੀਆ ਲੈਵਲ ਦੀ ਰੀਡਿੰਗ ਸਕਿੱਲ ਜਿਹਦੀ ਨਹੀਂ ਗੀ, ਉਹ ਤਾਂ ਸਬਜੈਕਟ ਤੋਂ ਬਾਅਦ ਚੋਂ ਦੇਖੋ ਜਿਹੜੀ ਪਬਲਿਸ਼ ਲਾਈ ਆ ਮੈਂ, ਐਕਚੁਅਲ ਦੇ ਵਿੱਚ ਪਬਲਿਸ਼ ਤੇ ਨਿਊਜ਼ਪੇਪਰ ਇਹਨਾਂ ਦੋਨਾਂ ਦੇ ਵਿੱਚ ਦੋ ਵਰਡ ਪਏ ਆ ਵਿਚ ਇਜ਼, ਉਹ ਲੈਂਗੁਏਜ ਨੇ ਰਿਮੂਵ ਕਰਤੇ, ਤਾਂ ਲੈਂਗੁਏਜ ਤੁਹਾਨੂੰ ਕਹਿ ਰਹੀ ਹੈ ਵੀ ਤੁਸੀਂ ਉਹ ਆਪੇ ਸਮਝੋ ਹੁਣ ਖੁਦ ਬਖੁਦ। ਅਸੀਂ ਵਰਡਿੰਗ ਰਿਡਿਊਸ ਕਰਨੀ ਆ ਵੀ ਸਾਡੇ ਕੋਲ ਬੜਾ ਲਿਖਣ ਦਾ ਟਾਈਮ ਨਹੀਂ ਹੁੰਦਾ, ਤਾਂ ਹੁਣ ਤੁਸੀਂ ਮੈਨੂੰ ਦੱਸੋ ਪਰ ਤੁਸੀਂ ਕੀ ਸਮਝ ਰਹੇ ਹੋ ਇਹਨੂੰ, ਤੁਸੀਂ ਉਹਨਾਂ ਨੂੰ ਪਾਸਟ ਇੰਡੈਫੀਨਿਟ ਨਾ ਸਮਝੋਗੇ, ਯੈਸ ਔਰ ਨੋ? ਸਰ ਸਮਟਾਈਮ ਏਦਾਂ ਹੁੰਦਾ ਸਬਜੈਕਟ ਲਿਖਿਆ ਹੁੰਦਾ ਦੈਨ ਰਿਲੇਟਿਵ ਪ੍ਰੋਨਾਊਨ ਦਾ ਸੈਂਟੈਂਸ ਹੁੰਦਾ ਤੇ ਜਿਹੜਾ ਫਰਸਟ ਸਬਜੈਕਟ ਉਹਦੀ ਵਰਬ ਤੇ ਆਬਜੈਕਟ ਨਹੀਂ ਹੁੰਦਾ ਸਰ, ਉਹ ਹਿਡਨ ਹੁੰਦਾ ਹੈ ਸਰ। ਬਾਕੀ ਬਿਲਕੁਲ। ਜਦੋਂ ਅਚਾਨਕ ਥਰਡ V3 ਆ ਜਾਵੇ ਉਦੋਂ ਵੀ ਮਤਲਬ ਇਹੀ ਮੰਨਿਆ ਜਾਂਦਾ ਕਿ ਇਹ ਰਿਲੇਟਿਵ ਹੈ ਇਹਦੇ ਅੱਗੇ। ਹਾਂ ਪਰ ਦੇਖੋ ਇੱਥੇ ਚੱਕਰ ਕੀ ਪਿਆ, ਕਿਉਂਕਿ ਜਾਨੀ ਕਿ ਪਬਲਿਸ਼ਡ ਤੇ ਪਬਲਿਸ਼ਡ ਇੱਥੇ ਹੁਣ ਸਾਰੇ ਇਹਨੂੰ ਥਰਡ ਤਾਂ ਮੰਨਣਗੇ ਨਹੀਂ, ਕਈ ਇਹਨੂੰ ਸੈਕੰਡ ਵੀ ਮੰਨੀ ਜਾਂਦੇ ਆ ਕਿਉਂਕਿ ਸੈਕੰਡ ਵੀ ਤਾਂ ਪਬਲਿਸ਼ਡ ਹੀ ਹੁੰਦੀ ਹੈ। ਹਾਂਜੀ ਸਰ। ਹੁਣ ਇੱਥੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਤੁਹਾਨੂੰ ਰੀਡਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਰਿਲੇਟਿਵ ਪ੍ਰੋਨਾਊਨ ਦਾ ਟੁਕੜਾ ਲਾਇਆ ਜੀ, ਉਹਦੇ ਵਿੱਚ ਉਹਨਾਂ ਨੇ ਤੁਹਾਡੀ ਰਿਲੇਟਿਵ ਪ੍ਰੋਨਾਊਨ ਪਲੱਸ ਹੈਲਪਿੰਗ ਵਰਬ ਦੋਨੇ ਕਰਤੀਆਂ ਗਾਇਬ ਤੇ ਵਰਬ ਨੂੰ ਡਾਇਰੈਕਟ ਲਾਤਾ ਤੁਹਾਡੇ ਸਬਜੈਕਟ ਦੇ ਨਾਲ। ਤੁਹਾਡਾ ਉਧਰ ਕੁਐਸਚਨ ਪੁੱਛਿਆ ਪਿਆ ਜੀ, ਕੁਐਸਚਨ ਤੁਹਾਡਾ ਹੈਗਾ ਵਾ ਪ੍ਰੈਜ਼ੈਂਟ ਦੇ ਵਿੱਚ, ਤੇ ਤੁਹਾਡੇ ਰੀਡਿੰਗ ਦੇ ਵਿੱਚ ਤੁਸੀਂ ਜਿਹੜਾ ਉਹ ਸਬਜੈਕਟ ਤੋਂ ਬਾਅਦ ਚੋਂ ਉਹਨੂੰ ਭੁਲੇਖੇ ਨਾਲ ਸੈਕਿੰਡ ਫਾਰਮ ਸਮਝ ਲਿਆ, ਤੁਸੀਂ ਹੁਣ ਮੰਨੀ ਜਾਂਦੇ ਹੋ ਕਿ ਜੀ ਰੀਡਿੰਗ ਪਾਸਟ ਦੀਆਂ ਗੱਲਾਂ ਕਰੀ ਜਾਂਦੀ ਆ, ਕੁਐਸਚਨ ਪ੍ਰੈਜ਼ੈਂਟ ਦੀਆਂ ਗੱਲਾਂ ਕਰੀ ਜਾਂਦਾ, ਯੈਸ ਔਰ ਨੋ? ਇੱਥੇ ਵੀ ਟ੍ਰਾਂਸਲੇਸ਼ਨ ਗਲਤ ਪੈ ਗਈ ਆਪਣੀ। ਸਮਝ ਦੇਣਾ ਮੇਰੀ ਗੱਲ। ਨੰਬਰ 2 ਤੇ ਜਿਹੜਾ ਤੁਹਾਡਾ ਨਿਊਜ਼ਪੇਪਰ ਆ ਤੇ ਜਿਹੜਾ ਤੁਸੀਂ ਪਬਲਿਸ਼ ਵਰਡ ਆ ਤੁਹਾਡਾ, ਉਹ ਪਬਲਿਸ਼ ਵਰਡ ਤੁਸੀਂ ਉਹ ਨਿਊਜ਼ਪੇਪਰ ਦੀ ਵਰਬ ਸਮਝੀ ਜਾਂਦੇ ਹੋ, ਹਾਲਾਂਕਿ ਏਦਾਂ ਦਾ ਕੁਝ ਹੈ ਹੀ ਨਹੀਂਗਾ ਜੀ। ਚਲੋ ਤੁਹਾਨੂੰ ਪਤਾ ਲੱਗ ਗਿਆ ਕਿ ਨਿਊਜ਼ਪੇਪਰ ਯਾਨੀ ਕਿ ਪਬਲਿਸ਼ ਕਹਿ ਰਹੇ ਆ, ਚਲੋ ਠੀਕ ਹੈ ਜੀ। ਜੇ ਉਹਨਾਂ ਨੇ ਬਾਈ ਚਾਂਸ ਇਹਨੂੰ ਥੋੜਾ ਜਿਹਾ ਹੋਰ ਕਮਾਤਾ, ਹੁਣ ਤੇ ਗੱਲ ਸਮਝੋ ਸਾਰਿਆਂ ਨੇ, ਪਹਿਲਾਂ ਤਾਂ ਇਹ ਤਾਂ ਤੁਸੀਂ ਇਹਨੂੰ ਕਿਵੇਂ ਸਮਝਣਾ ਕਿ ਸਰ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਇਹਦੇ ਵਿੱਚ ਰਿਲੇਟਿਵ ਪ੍ਰੋਨਾਊਨ ਦਾ ਟੁਕੜਾ ਹੋਣਾ ਸੀਗਾ, ਉਹਨਾਂ ਨੇ ਗਾਇਬ ਕੀਤਾ। ਅੱਛਾ, ਉਹਦਾ ਰਸਤਾ ਇੱਕ ਸਿੰਗਲ ਹੀ ਹੈ ਜੀ। ਜਦੋਂ ਤੁਸੀਂ ਵੇਖਿਆ ਕਿ ਨਿਊਜ਼ਪੇਪਰ, ਚਲੋ ਇੱਕ ਪਲ ਲਈ ਤੁਸੀਂ ਮੰਨ ਲਓ ਕਿ ਤੁਸੀਂ ਪਬਲਿਸ਼ ਨੂੰ ਨਿਊਜ਼ਪੇਪਰ ਦੀ ਵਰਬ ਸਮਝ ਲਈ, ਕਿਉਂਕਿ ਆਪਾਂ ਇਹ ਮੰਨਦੇ ਹੀ ਆ ਨਾ, ਤੁਸੀਂ ਸਮਝੋਗੇ। ਧਿਆਨ ਨਾਲ ਦੇਖੋ, ਤੁਸੀਂ ਨਿਊਜ਼ਪੇਪਰ ਦੀ ਵਰਬ ਕਿਹੜੀ ਸਮਝ ਲਈ ਜੀ, ਪਬਲਿਸ਼ ਸਮਝ ਲਈ, ਸੈਕਿੰਡ ਫਾਰਮ ਸਮਝ ਲਈ। ਹੁਣ ਧਿਆਨ ਨਾਲ ਦੇਖਿਓ, ਹੁਣ ਤੁਹਾਨੂੰ ਮੈਂ ਪੁੱਛ ਰਿਹਾ ਵਾਂ ਕਿ ਜਿਹੜੀ ਹੁਣ ਗਾਂ ਵਰਬ ਪਈ ਆ ਉਹਦਾ ਸਬਜੈਕਟ ਕਿਹੜਾ ਵਾ ਫਿਰ, ਯੈਸ ਔਰ ਨੋ? ਉਹਦਾ ਤਾਂ ਸਬਜੈਕਟ ਹੀ ਨਹੀਂ ਫਿਰ ਕੋਈ। ਹਾਂਜੀ ਸਰ। ਤੁਹਾਡੀ ਜਿਹੜੀ ਆ ਵਰਬ ਆ ਤੁਹਾਡੀ, ਇਹਦਾ ਮਾਲਕ ਕੌਣ ਆ? ਤੁਸੀਂ ਸਮਝ ਲਿਆ ਕਿ ਜੀ ਦਾ ਨਿਊਜ਼ਪੇਪਰ ਆ, ਤੇ ਜਿਹੜਾ ਫਿਰ ਤੁਹਾਡਾ ਹੈਜ਼ ਬੀਨ ਬੈਨ, ਫਿਰ ਇਹਦਾ ਵੀ ਤਾਂ ਕੋਈ ਸਬਜੈਕਟ ਹੋਣਾ ਚਾਹੀਦਾ ਵਾ ਨਾ। ਯੈਸ।
ਤੁਸੀਂ ਕਦੇ ਸੁਣਿਆ ਵੀ ਇੱਕ ਸਿੰਗਲ ਸਬਜੈਕਟ ਦੇ ਲਈ 2 ਵਰਬਾਂ ਹੋਣ ਸੈਂਟੈਂਸ ਦੇ ਵਿੱਚ? ਨੋ ਸਰ। ਨਹੀਂ ਜੀ। ਇੱਥੇ ਜਾ ਕੇ ਹੁੰਦੇ ਹੋ ਤੁਸੀਂ ਜਾਂ ਫਿਰ ਇੱਕ ਵਰਬ ਨੂੰ ਮਿਲਦੇ ਹੋ ਤਾਂ ਤੁਹਾਨੂੰ ਇੱਥੇ ਸਮਝ ਜਾਣਾ ਚਾਹੀਦਾ ਕਿ ਜੀ ਪੱਕਾ ਇੱਥੇ ਹੁਣ ਗੜਬੜ ਆ। ਐਕਚੁਅਲ ਦੇ ਵਿੱਚ ਜਿਹੜੀ ਪਿੱਛੇ ਉਹਨਾਂ ਨੇ ਫਾਰਮ ਲਾਈ ਆ ਉਹ ਐਕਚੁਅਲ ਦੇ ਵਿੱਚ ਉਹਦੇ ਮੂਹਰੇ ਰਿਲੇਟਿਵ ਪ੍ਰਨਾਉਨ ਪਿਆ ਹੋਣਾ ਚਾਹੀਦਾ ਜੋ ਕਿ ਲੈਂਗੁਏਜ ਨੇ ਗਾਇਬ ਕੀਤਾ ਹੋਇਆ। ਲੱਗ ਗਿਆ ਪਤਾ ਜੀ? ਹਾਂਜੀ ਸਰ। ਹੁਣ ਧਿਆਨ ਨਾਲ ਦੇਖਿਓ ਜੀ, ਇੱਧਰ ਦੇਖਿਓ ਆਪਾਂ ਕੋਈ ਸੈਂਟੈਂਸ ਇਦਾਂ ਦਾ ਹੋਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਓਕੇ, ਧਿਆਨ ਨਾਲ ਦੇਖਿਓ ਜੀ। ਮੇਨ ਗੱਲ ਇੱਥੇ ਪੈਣੀ ਹੈ ਜੀ ਇਹਦੀ, ਜਿਹੜੀ ਮੇਨ ਆ ਜਾਂਦੀ ਜੌਨ employed in 1996 helped to discover the mechanism of ਕੋਈ ਵੀ ਇੱਥੇ ਪੈਸਟੀਸਾਈਡ ਲਿਖ ਦਿੰਦੇ ਵੈਸੇ ਹੀ। ਇਹ ਚੀਜ਼ਾਂ ਸਹੀ ਨਹੀਂ ਹੁੰਦੀਆਂ ਲੈਂਗੁਏਜ ਆ ਜਿਹੜੇ ਸਾਲ ਆ ਜੀ, ਕਿਉਂਕਿ ਇਹ ਮੈਂ ਵੈਸੇ ਹੀ ਬਣਾ ਰਿਹਾ ਉਹਨਾਂ ਬੇਟਾ, ਇਹਨੂੰ ਸੱਚ ਨਾ ਮੰਨ ਜਾਓ 1996 ਚ ਵਾਕਈ ਇਦਾਂ ਹੋਇਆ। ਜੌਨ employed in okay ਜੀ the mechanism of pesticides in JL ਹਾਂਜੀ ਜੇ ਹੈਲ ਤੋਂ ਬਾਅਦ ਚੋਂ ਕੰਪਨੀ ਪਾਇਆ ਜੀ। ਹੁਣ ਦੇਖੋ ਜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਇੱਥੇ ਪੈਂਦੀ ਹੈ ਨਾ ਜੀ। ਹਾਂਜੀ ਜੀ ਧਿਆਨ ਨਾਲ ਦੇਖਿਓ ਜੀ। ਮੈਂ ਇੱਥੇ ਆਪਾਂ ਸੈਂਟੈਂਸ ਲਿਖਦੇ ਹਾਂ ਆਪਾਂ ਜੀ ਇੱਥੇ ਓਕੇ ਮੈਕੈਨਿਜ਼ਮ ਆਫ ਪੈਸਟੀਸਾਈਡ ਵਿਦ Kepler in JL company। ਅੱਛਾ ਕੈਪਲਰ ਦੇ ਨਾਲ ਮੈਂ ਕੀ ਕਿਹਾ ਜੀ, ਧਿਆਨ ਨਾਲ ਦੇਖੋ। Who was the manager? ਮੈਨੇਜਰ ਨਾਲ ਲਿਖ ਕੇ ਆਪਾਂ ਵੈਸੇ ਹੀ ਕੁਝ ਲਿਖਦੇ। was the executor of JL company। ਹਾਂਜੀ ਤਾਂ ਇੱਥੇ ਧਿਆਨ ਨਾਲ ਦੇਖਿਓ ਜੀ, ਜਿਹੜੀ ਮੇਨ ਚੀਜ਼ ਹੈ ਜੀ ਇੱਥੇ ਧਿਆਨ ਨਾਲ ਦੇਖਿਓ ਜੀ। ਮੇਨ ਚੀਜ਼ ਜੋ ਹੈ ਇੱਥੇ ਇਹਨਾਂ ਨੇ ਤੁਹਾਨੂੰ ਕਿਹਾ ਜੀ, ਕਹਿੰਦੇ ਜੌਨ ਆ ਜੀ, ਕਹਿੰਦੇ ਹੁਣ ਇੱਥੇ ਬੱਚਾ ਕੀ ਸਮਝੂਗਾ, ਪਹਿਲਾਂ ਮੈਂ ਤੁਹਾਨੂੰ ਤੁਹਾਡੀ ਟ੍ਰਾਂਸਲੇਸ਼ਨ ਦੱਸ ਰਿਹਾ ਜੀ। ਅੱਛਾ ਜੌਨ ਨੇ ਜੀ ਕਹਿੰਦੇ ਜੌਬ ਦਿੱਤੀ ਸੀਗੀ 1996 ਦੇ ਵਿੱਚ ਜੀ। 1996 ਦੇ ਵਿੱਚ ਜੌਨ ਨੇ ਜੌਬ ਦਿੱਤੀ ਜੀ, ਹੈਲਪ ਕਰਨ ਦੇ ਲਈ ਜੌਬ ਦਿੱਤੀ ਸੀ ਉਹਨੇ। ਤੁਹਾਨੂੰ ਥੋੜੀ ਟ੍ਰਾਂਸਲੇਸ਼ਨ ਦੱਸ ਰਿਹਾ ਮੈਂ। ਅੱਛਾ ਹੈਲਪ ਕਰਨੀ ਸੀ ਉਹਨੇ, ਡਿਸਕਵਰੀ ਕਰਨੀ ਸੀ ਜੀ ਮੈਕੈਨਿਜ਼ਮ ਦੀ, ਜਿਹੜੇ ਪੈਸਟੀਸਾਈਡ ਹੈਗੇ ਆ ਕੈਪਲਰ ਦੇ ਨਾਲ। ਤੇ ਕੈਪਲਰ JL ਕੰਪਨੀ ਦਾ ਕੀ ਸੀ, ਐਗਜ਼ੀਕਿਊਟਰ ਸੀਗਾ। ਹੁਣ ਤੁਹਾਡੀ ਟ੍ਰਾਂਸਲੇਸ਼ਨ ਕੀ ਆ, ਤੁਹਾਡੀ ਟ੍ਰਾਂਸਲੇਸ਼ਨ ਹੈ ਕਿ ਇੱਕ ਪਰਸਨ ਹੈ ਜੀ ਜੌਨ ਨੇ ਕਿਸੇ ਨੂੰ ਜੌਬ ਦਿੱਤੀ ਹੈ ਜੀ। ਜੌਬ ਕਿਉਂ ਦਿੱਤੀ ਆ, ਕਿਉਂਕਿ ਜੌਨ ਹੈਲਪ ਕਰਨਾ ਚਾਹੁੰਦਾ ਜੀ। ਹੈਲਪ ਕਾਹਦੇ ਚ ਕਰਨਾ ਚਾਹੁੰਦਾ, ਕੋਈ ਪੈਸਟੀਸਾਈਡ ਦੀ ਡਿਸਕਵਰੀ ਦੇ ਵਿੱਚ ਜੀ, ਕੈਪਲਰ ਦੇ ਨਾਲ ਜੀ। ਤੇ ਕਿਤੇ ਨਾ ਕਿਤੇ ਤੁਸੀਂ ਹੁਣੇ ਤਾਂ ਸਮਝ ਰਹੇ ਹੋ ਕਿ ਜੀ ਇਹਨੇ ਕੈਪਲਰ ਨੂੰ ਜੌਬ ਦਿੱਤੀ ਹੋਣੀ ਹੈ ਜੀ, ਜਿਹੜਾ ਕਿ ਐਗਜ਼ੀਕਿਊਟਰ ਸੀਗਾ JL ਕੰਪਨੀ ਦਾ। ਹੁਣ ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਚ ਕੀ ਪਾ ਦੇਣਾ ਜੀ, ਤੁਹਾਨੂੰ ਐਗਜ਼ਾਮੀਨਰ ਨੇ ਕੁਐਸਚਨ ਚ ਪਾ ਦੇਣਾ ਕਿ ਜੌਨ ਉਹ ਕਹਿੰਦੇ ਪ੍ਰੋਵਾਈਡਡ ਅ ਜੌਬ ਟੂ ਦਾ ਕੈਪਲਰ। ਇਹ ਤੁਹਾਨੂੰ ਹੁਣ ਕੁਐਸਚਨ ਆ ਗਿਆ ਜੀ, ਤੁਸੀਂ ਗਏ ਜੀ ਉਧਰ, ਤੁਹਾਨੂੰ ਪਤਾ ਲੱਗਿਆ ਬਿਲਕੁਲ ਜੀ ਜੌਨ ਕੰਮ ਕਰ ਰਿਹਾ, ਕਾਹਦਾ ਕੰਮ ਕਰ ਰਿਹਾ, ਜੌਬ ਦੇਣ ਦਾ ਕੰਮ ਕਰ ਰਿਹਾ। 1996 ਦੇ ਵਿੱਚ ਇਹਨੇ ਕੀਤਾ ਜੀ, ਹੈਲਪ ਕਰਨੀ ਸੀ ਇਹਨੇ। ਹੈਲਪ ਨੂੰ ਤੁਸੀਂ ਕੈਪਲਰ ਨਾਲ ਜੋੜ ਲੈਣਾ ਕਿ ਜੀ ਕੈਪਲਰ ਦੀ ਹੈਲਪ ਕਰਨੀ ਹੋਊਗੀ ਜੀ ਇਹਨੇ। ਤੇ ਇੱਥੇ ਤੁਸੀਂ ਜਾ ਕੇ ਕੀ ਲਾ ਦੇਣਾ ਜੀ, ਟਰੂ, ਯੈਸ ਔਰ ਨੋ ਜੀ, ਇਦਾਂ ਹੀ ਹੋਊਗਾ। ਹਾਂਜੀ ਸਰ। ਇਹ ਕਨਸੈਪਟ ਸਿੱਖਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ। ਹਾਂਜੀ ਹੁਣ ਤੁਸੀਂ ਸਿੱਖ ਲਿਆ ਨਾ ਕਨਸੈਪਟ, ਤਾਂ ਹੁਣ ਤੁਸੀਂ ਮੈਨੂੰ ਉਹਨੂੰ ਸੋਲਵ ਕਰਕੇ ਦੱਸੋਗੇ ਜੀ। ਹਾਂਜੀ ਹਾਂਜੀ ਸਰ। ਇਹ ਸੈਂਟੈਂਸ ਨੂੰ ਪੂਰਾ ਕਰਨਾ ਹੋਵੇ ਤਾਂ ਕਿੱਦਾਂ ਪੂਰਾ ਕਰਾਉਣ, ਕਿਹੜੀਆਂ ਚੀਜ਼ਾਂ ਲਾਵਾਂ ਮੈਂ ਇਹਦੇ ਵਿੱਚ? ਰਿਲੇਟਿਵ ਪ੍ਰਨਾਉਨ ਲੱਗੇਗਾ ਸਰ ਫਸਟ। who ਲੱਗੇਗਾ ਸਰ, ਜੌਨ who ਲਾਉਣ ਤੋਂ ਬਾਅਦ ਮੈਨੂੰ was ਵੀ ਲਾਉਣਾ ਪੈਣਾ ਨਾ, who was ਹਾਂਜੀ employed ਹਾਂਜੀ ਹਨਾ। was ਤਾਂ ਧਿਆਨ ਨਾਲ employed। ਦੇਖਿਓ ਜੀ,
ਇਹਦਾ ਮੀਨਿੰਗ ਕੀ ਨਿਕਲਿਆ 1996 ਦੇ ਵਿੱਚ ਜੌਨ ਨੂੰ ਜੌਬ ਦਿੱਤੀ ਗਈ ਸੀਗੀ ਹਾਂਜੀ ਜੌਨ ਨੂੰ ਤੇ ਜੌਨ ਨੂੰ ਜੌਬ ਦਿੱਤੀ ਹੁਣ ਧਿਆਨ ਨਾਲ ਦੇਖਿਓ ਜੀ ਜੌਨ ਹੂ ਵਾਸ employed in 1996 ਜੌਨ ਜਿਹਨੂੰ 1996 ਦੇ ਵਿੱਚ ਨੌਕਰੀ ਮਿਲੀ ਸੀ ਉਹਨੇ ਹੈਲਪ ਕੀਤੀ ਯਾਨੀ ਕਿ ਹੈਲਪ ਕਿਹਨੇ ਕੀਤੀ ਜੌਨ ਨੇ ਹਾਂਜੀ ਕਾਦੇ ਕੇਸ ਦੇ ਵਿੱਚ ਹੈਲਪ ਕੀਤੀ ਡਿਸਕਵਰ ਨੇ ਕੀ ਕੀਤਾ ਯਾਨੀ ਕਿ ਮੈਕੈਨਿਜ਼ਮ ਸੀਗਾ ਪੈਸਟੀਸਾਈਡ ਦਾ ਤੇ ਕਿਹਦੇ ਨਾਲ ਰਲ ਕੇ ਕੀਤਾ ਇਹਨੇ ਕੈਪਲਰ ਦੇ ਨਾਲ ਰਲ ਕੇ ਕੀਤੀ ਇਹ ਚੀਜ਼ ਕੈਪਲਰ ਕੌਣ ਸੀਗਾ ਉਹ ਜੇਐਲ ਕੰਪਨੀ ਦਾ ਕੋਈ ਐਗਜ਼ੀਕਿਊਟਰ ਸੀਗਾ ਇਹ ਜੇਐਲ ਕੰਪਨੀ ਕਿਹੜੀ ਆ ਜਿਹਨੇ ਜੌਨ ਨੂੰ ਜੌਬ ਦਿੱਤੀ ਹੋਊਗੀ ਯੈਸ ਸਰ ਹਾਂਜੀ ਸਰ ਲੱਗ ਗਿਆ ਪਤਾ ਜੀ ਹੁਣ ਤੁਹਾਨੂੰ ਜੇ ਕੁਐਸਚਨ ਕਵੇ ਕਿ ਜੇਐਲ ਕੰਪਨੀ ਨੇ ਜੌਨ ਨੂੰ ਜੌਬ ਦਿੱਤੀ ਤਾਂ ਇਹ ਸਹੀ ਹੈ ਜੀ ਬਿਲਕੁਲ ਹੁਣ ਜੇ ਉਹ ਤੁਹਾਨੂੰ ਕਹਿ ਰਹੇ ਆ ਕਿ ਜੀ ਜੌਨ ਨੇ ਕੈਪਲਰ ਨੂੰ ਜੌਬ ਦਿੱਤੀ ਗਲਤ ਹੈ ਜੀ ਲੱਗ ਗਿਆ ਪਤਾ ਜੀ ਇਹ ਚੀਜ਼ ਆਪਣੇ ਮਾਈਂਡ 'ਚ ਰੱਖਣੀ ਹੈ ਰਿਲੇਟਿਵ ਪ੍ਰੋਨਾਊਨ ਇੱਥੇ ਆਪਾਂ ਕੀ ਕੀਤਾ ਸੀਗਾ ਜਦੋਂ ਕੋਈ ਮੂਰੇ ਜਿਉਂਦੀ ਜਾਗਦੀ ਚੀਜ਼ ਹੁੰਦੀ ਹੈ ਨਾ ਡੂਅਰ ਹੁੰਦਾ ਵਾ ਤਾਂ ਬੱਚਿਆਂ ਨੂੰ ਲੱਗਦਾ ਵੀ ਉਹ ਡੂਅਰ ਹੀ ਆਹ ਕੰਮ ਕਰੀ ਜਾਂਦਾ ਵਾ ਸੈਕਿੰਡ ਫਾਰਮ ਸਮਝ ਲੈਂਦੇ ਆ ਇਹਨੂੰ ਤੇ ਇੱਕ ਮੇਨ ਗੱਲ ਕਿਹੜੀ ਆ ਅੱਛਾ ਜੇ ਤੁਸੀਂ EMPLOYED ਵਰਬ ਜੌਨ ਦੇ ਲਈ ਸਮਝ ਰਹੇ ਹੋ ਇਹਦਾ ਮਤਲਬ ਹੈਲਪ ਵੀ ਜੌਨ ਦੇ ਲਈ ਹੋਣੀ ਚਾਹੀਦੀ ਹੈ ਇਹ ਤਾਂ ਸਿੰਗਲ ਸਬਜੈਕਟ ਦੀਆਂ ਦੋ ਵਰਬਸ ਆ ਗਈਆਂ ਯੈਸ ਸਰ ਨੂੰ ਇਹ ਤਾਂ ਪੋਸੀਬਲ ਹੈ ਨਹੀਂਗਾ ਨਾ ਇੱਕ ਸਬਜੈਕਟ ਦੀਆਂ ਦੋ ਵਰਬਸ ਹੋਣੀਆਂ ਜੀ ਇਹ ਪੋਸੀਬਲ ਹੈ ਨਹੀਂਗਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਹੋਣਗੀਆਂ ਕੋਈ ਨਾ ਕੋਈ ਰਿਲੇਟਿਵ ਪ੍ਰੋਨਾਊਨ ਲੱਗਿਆ ਹੋਊਗਾ ਜੀ ਤਾਂ ਮੈਨੂੰ ਇੱਕ ਵਾਰੀ ਯੈਸ ਸਰ ਨੂੰ ਦੱਸ ਦਿਓ ਜੀ ਕਿ ਜਿੱਥੋਂ ਤੱਕ ਮੈਂ ਸਮਝਿਆ ਕਿ ਤੁਸੀਂ ਕਿਹੜੀਆਂ ਲਾਈਨਾਂ ਦਾ ਮੀਨਿੰਗ ਹੋਰ ਤਰੀਕੇ ਨਾਲ ਕੱਢਦੇ ਹੋਵੋਗੇ ਕਿਉਂਕਿ ਆਪਾਂ ਜਿਹੜਾ ਹੁਣ ਨੈਕਸਟ ਲੈਕਚਰ ਲਾਵਾਂਗੇ ਉਹਦੇ ਵਿੱਚ ਆਪਾਂ ਕੰਪਾਊਂਡ ਕੰਪਲੈਕਸ ਜੀਰੰਡਾ ਸਾਰੀਆਂ ਚੀਜ਼ਾਂ ਨੂੰ ਟਰਾਂਸਲੇਟ ਕਰਕੇ ਦੇਖਾਂਗੇ ਤੇ ਆਪਾਂ ਇਹ ਦੇਖਾਂਗੇ ਵੀ ਐਕਚੁਅਲ ਦੇ ਵਿੱਚ ਕੰਪਾਊਂਡ ਕੰਪਲੈਕਸ ਹੋ ਗਿਆ ਜੀਰਡ ਹੋ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਟਰਾਂਸਲੇਸ਼ਨ ਦੇ ਵਿੱਚ ਡਿੱਕਾ ਪਾਉਂਦੀਆਂ ਹੀ ਨਹੀਂ ਜ਼ਿਆਦਾਤਰ ਜੋ ਚੀਜ਼ ਡਿੱਕਾ ਪਾਉਂਦੀ ਆ ਉਹ ਤੁਹਾਡੀ ਰਿਲੇਟਿਵ ਪ੍ਰੋਨਾਊਨ ਦੀ ਐਂਟਰੀ ਵਿੱਚ ਹੁੰਦੀ ਆ ਤਾਂ ਤੁਹਾਡੇ ਸਬਜੈਕਟ ਤੇ ਵਰਬ ਦੂਰ ਦੂਰ ਜਾ ਵੜਦੇ ਇੱਕ ਦੂਜੇ ਤੋਂ ਜਿਹਦੇ ਕਰਕੇ ਤੁਸੀਂ ਟਰਾਂਸਲੇਸ਼ਨ ਪੁੱਠੀ ਕੱਢ ਲੈਂਦੇ ਹੋ ਕਲੀਅਰ ਹੈ ਜੀ ਸਰ ਹਾਂਜੀ ਇਸ ਨੂੰ ਕੋਈ ਡਾਊਟ ਤਾਂ ਨਹੀਂ ਜੀ ਇਹਦੇ ਵਿੱਚ ਨੋ ਸਰ ਠੀਕ ਹੈ ਦੇਖੋ ਇਹ ਚੀਜ਼ ਨੂੰ ਧਿਆਨ ਨਾਲ ਸਮਝਿਆ ਕਰੋ ਜੀ ਜਿਹੜਾ ਅੱਜ ਲੈਕਚਰ ਆਪਾਂ ਲਾਇਆ ਵਾ ਮੇਰੇ ਹਿਸਾਬ ਨਾਲ ਕਿਸੇ ਟੈਕਸਟ ਬੁੱਕ ਦੇ ਵਿੱਚ ਲਿਖਿਆ ਨਹੀਂ ਹੋਣਾ ਏਦਾਂ ਕਿਉਂਕਿ ਮੈਨੂੰ ਨਹੀਂ ਅੱਜ ਤੱਕ ਮਿਲਿਆ ਏਦਾਂ ਦਾ ਤੇ ਨਾ ਹੀ ਮੇਰੇ ਹਿਸਾਬ ਨਾਲ ਕੋਈ YouTube ਤੇ ਵਾਈਡ ਦੇ ਵਿੱਚ ਕੋਈ ਚੀਜ਼ ਕਵਰੇਜ ਕੀਤੀ ਹੋਊਗੀ ਜੀ ਇਹਦੇ ਤੇ ਇਹਦੇ